ਇਕ ਓੰਕਾਰ ਸਤਿਗੁਰ ਪ੍ਰਸਾਦ। ਜੀਵਨ ਕਥਾ ਗੁਰਮੁਖ ਪਿਆਰੇ ਸੰਤ ਅਤਰ ਸਿੰਘ ਜੀ ਮਹਾਰਾਜ। ਭਾਗ ਪਹਿਲਾ ਕਾਂਡ ਪਹਿਲਾ। ਸੂਹੀ ਮਹੱਲਾ ਪੰਜਵਾ। ਭਾਗ ਠੜੇ ਹਰ ਸੰਤ ਤੁਮਾਰੇ, ਜਿਨ ਘਰ ਧਨ ਹਰ ਨਾਮਾ। ਪਰਵਾਨ ਗਣੀ ਸੇ ਇਹ ਆਏ, ਸਫਲ ਤਿਨਾ ਕੇ ਕਾਮਾ। ਮੇਰੇ RAM ਹਰ ਜਨ ਕੈ ਹਉ ਬਲ ਜਾਈ, ਕੇਸਾ ਕਾ ਕਰ ਚਵਰ ਢੁਲਾਵਾ। ਚਰਨ ਧੂੜ ਮੁਖ ਲਾਈ ਰਹਾਉ, ਜਨਮ ਮਰਨ ਦੋਹੂ ਮਹਿ ਨਾਹੀ। ਜਨ ਪਰ ਉਪਕਾਰੀ ਆਏ, ਜੀਅ ਦਾਨ ਦੇ ਭਗਤੀ ਲਾਇਨ। ਹਰ ਸਿਉ ਲੈਨ ਮਿਲਾਏ, ਸੱਚਾ ਅਮਰ ਸੱਚੀ ਪਾਤਸ਼ਾਹੀ। ਸੱਚੇ ਸੇਤੀ ਰਾਤੇ, ਸੱਚਾ ਸੁਖ ਸੱਚੀ ਵਡਿਆਈ। ਜਿਸ ਕੇ ਸੇ ਤਿਨ ਜਾਤੇ, ਪੱਖਾ ਫੇਰੀ ਪਾਣੀ ਢੋਵਾ। ਹਰ ਜਨ ਕੈ ਪੀਸਨ ਪੀਸ ਕਮਾਵਾ। ਨਾਨਕ ਕੀ ਪ੍ਰਭ ਪਾਸ ਬੇਨੰਤੀ, ਤੇਰੇ ਜਨ ਦੇਖਣ ਪਾਵਾ। ਭਾਈ ਸਾਹਿਬ ਡਾਕਟਰ ਭਾਈ ਵੀਰ ਸਿੰਘ ਜੀ ਦੇ ਸੰਤ ਅਤਰ ਸਿੰਘ ਜੀ ਮਹਾਰਾਜ ਦੀ ਸੇਵਾ ਘਾਲਣਾ ਬਾਰੇ ਕਵਿਤਾ ਦੇ ਫੁੱਲ। ਮੁੱਦ ਤਾਂ ਦੀ ਘਾਲ ਕਾਲ, ਬੂਟੇ ਤਾਈ ਫੁੱਲ ਪਿਆ। ਰੂਪ ਅਰੂਪ ਮਹਿਕ ਤਦੋਂ ਆਪਾ ਆਦਿ ਖਾਲਿਆ। ਪਾਣੀ ਅੱਗ ਤਾਪ ਤਪੇ, ਜਫਰ ਜਾਲੇ ਫੁੱਲਾਂ ਫੇਰ। ਅਤਰ ਵਾਲਾ ਰੂਪ ਤਦੋਂ ਮਹਿਕ ਓਸ ਪਾਲਿਆ। ਆਪਣਿਉ ਲੁਟਾਵਣੇ ਦੀ ਬਾਣ ਤਾਂ ਵੀ ਛੱਡੀ ਨਾਹੀ। ਫੋਹੇ ਫੋਹੇ ਚੜ ਸਾਰਾ, ਆਪਾ ਉਸ ਵੰਡਾਲਿਆ। ਤਿਵੇਂ ਸੰਤ ਅਤਰ ਸਿੰਘ ਆਪਾ ਸਾਰਾ ਸੰਜ ਸੰਜ। ਇਸ ਪੰਥ ਖਾਲਸੇ ਦੀ ਸੇਵਾ ਵਿੱਚ ਲੁਟਾ ਲਿਆ। ਮ੍ਰਿਗ ਅੰਤ ਬਾਦ ਮ੍ਰਿਗ ਮਦ, ਜਿਵੇਂ ਫੁੱਲ ਪਾਂਦੀ। ਅਤਰ ਮ੍ਰਿਗ ਇੰਦ ਤਿਵੇਂ ਮੁੱਲ ਜੇ ਪੁਆ ਲਿਆ। ਜਦੋਂ ਜਦੋਂ ਮ੍ਰਿਗ ਨਾਲ, ਤਦੋਂ ਨਾ ਸੁਗੰਧ ਲੀਤੀ। ਜਦੋਂ ਜਦੋਂ ਮ੍ਰਿਗ ਜਾਨ ਦਿੱਤੀ, ਤਦੋਂ ਆ ਸੰਭਾਲਿਆ। ਹੋਮ ਜਗ ਵਾਲੇ ਪਏ, ਮ੍ਰਿਗ ਮਦ ਮੰਗਦੇ ਨੇ। ਗੰਧੀਆਂ ਤੇ ਰਸੀਆਂ ਤੇ ਵੈਦਾ ਮੁੱਲ ਪਾਲਿਆ। ਖੁੱਲੀ ਕਸਤੂਰੀ ਤਿਵੇਂ ਅਤਰ ਮ੍ਰਿਗੇਦ ਤੇਰੀ। ਤੈਨੂੰ ਅੱਜ ਸਾਰਿਆਂ ਨੇ ਸੀਸ ਉੱਤੇ ਚਾਲਿਆ। ਸੰਤ ਗੁਰਬਚਨ ਸਿੰਘ ਖਾਲਸਾ ਭਿੰਡਰਾਂ ਵਾਲੇ ਆਪਣੀ ਗੁਰਮੁਖ ਪ੍ਰਕਾਸ਼ ਪੁਸਤਕਾ ਵਿੱਚ ਸੰਤ ਅਤਰ ਸਿੰਘ ਜੀ ਮਹਾਰਾਜ ਦੇ ਪ੍ਰੇਮ ਵਿੱਚ ਇਸ ਪ੍ਰਕਾਰ ਲਿਖਦੇ ਹਨ। ਅਤਰ ਦੀ ਸ਼ੀਸ਼ੀ ਜਿਵੇਂ ਮਹਿਕੇ ਦਰਬਾਰ ਵਿੱਚ ਆਵੇ, ਜਾਂ ਸੁਗੰਧੀ ਲੋਕ ਹੁੰਦੇ ਪ੍ਰਸੰਨ ਹੈ। ਖੇਡ ਜਾਂਦੇ ਰਿਦੇ ਅਤੇ ਹੁੰਦੇ ਪ੍ਰਸੰਨ ਮੁਖ। ਆਖਦੇ ਸੁਗੰਧੀ ਦੇਹੋ ਬੜੀ ਮਹਿਕਨ ਹੈ। ਉੱਡ ਜਾਂਦੀ ਬਦਬੂਏ ਖੁਸ਼ਬੂਏ ਫੈਲ ਜਾਂਦੀ। ਛੋਟੇ ਵੱਡੇ ਆਖਦੇ ਇਹੋ ਸ਼ੀਸ਼ੀ ਸੁਖ ਦਨ ਹੈ। ਰਾਜਾ ਰੰਕ ਕਾਇਰ ਤੇ ਸੂਰਮੇ ਬਹਾਦਰ ਕੋ, ਅਤਰ ਕੀ ਮਹਿਕ ਬਣਾਵੇ ਧਨ ਧਨ ਹੈ। ਹਰੀ ਮੁਸ਼ਕੰਬਰ ਦੀ ਤੈਸੇ ਹੈ ਅਤਰ ਰੂਪ। ਸਾਧ ਸੰਗ ਸਭਾ ਵਿੱਚ ਮਹਿਕਦੇ ਅਪਾਰ ਹੈ। ਰੂਹਾਂ ਸਭ ਉੱਤੇ ਪ੍ਰੀਤੀ ਫੈਂਕਦੇ ਅਤਰ ਸੰਧੀ। ਸਾਰਿਆਂ ਦੇ ਰਿਦੇ ਵਿੱਚ ਪ੍ਰੀਤੀ ਸੁਖਕਾਰ ਹੈ। ਖੇੜੇ ਸੁਣ ਰਿਦੇ ਸੋਭਾ ਹਰੀ ਮੁਸ਼ਕੰਬਰ ਕੀ। ਧਨ ਧਨ ਕੀਰਤੀ ਦੀ ਆਵੇ ਮਹਿਕਾਰ ਹੈ। ਵੱਡੇ ਛੋਟੇ ਰਾਜਾ ਤੇ ਕੰਗਾਲ ਸਭ ਖੁਸ਼ ਹੋਏ। ਭਗਤੀ ਸੁਗੰਧੀ ਦੀ ਇਹੋ ਲੱਗੀ ਗੁਲਜ਼ਾਰ ਹੈ। ਜਨਮ ਮਰਨ ਬਿਨਾ ਸੰਤ ਬੇਦ ਮਤ ਕਹੈ। ਰਾਗ ਦਵੈਸ਼ ਈਰਖਾ ਮਿਟਾਈ ਸੁਖ ਦਾਨੀ ਹੈ। ਪਰਉਪਕਾਰੀ ਆਏ ਜਗ ਜੀਉ ਤਾਰਨੇ ਨੂੰ।
ਹਿਰਸ ਹੰਕਾਰ ਵਾਲੀ ਕੀਨੀ ਇਨ ਹਾਨੀ ਹੈ। ਕਾਮੇ ਨਾਹੀ ਕ੍ਰੋਧ ਨਾਹੀ ਲੋਭ ਮੋਹ ਬਿਕਾਰ ਨਾਹੀ। ਕੱਟੇ ਅਗਿਆਨਤਾਈ ਦਾਤੇ ਕੁਰਬਾਨੀ ਹੈ। ਦੇਹ ਅਧਿਆਸ ਨਾਲ ਭਇਆ ਸਰੀਰ ਸੰਤ ਜੀ ਕਾ। ਆਤਮਾ ਅਖੰਡ ਲੀਨ ਦੂਤੀ ਨਹਿ ਭਾਨੀ ਹੈ। ਏਕ ਅਹਿ ਦੋਏ ਨਹੀਂ ਊਚ ਨੀਚ ਕੋਏ ਨਹੀਂ। ਈਸ਼ਰ ਤੇ ਜੀਵ ਦੁਈ ਕਲਪੇ ਅਗਿਆਨ ਹੈ। ਮਾਇਆ ਅਵਿਦਿਆ ਅਸਮਤਾ ਦਵੈਖ ਰਾਗ। ਅਬ ਨਿਵੇਸ਼ ਪੰਚ ਨਹੀਨ ਹਿਰਦੇ ਜਿਸ ਗਿਆਨ ਹੈ। ਕਰਤਾ ਕਰਮ ਕਿਰਿਆ ਧਿਆਵਤਾ ਧਿਆਨ ਧੇ। ਤ੍ਰਿਪਤੀ ਦਾ ਤੁਰੀ ਮਦ ਹੁਆ ਸਭ ਹਾਨ ਹੈ। ਪਾਪ ਪੁੰਨ ਭੇਦ ਸਭ ਬੇਦ ਔ ਕਤੇਬ ਨਹੀਂ। ਗੁਰ ਸਿੱਖ ਸੰਦ ਮਿਲੇ ਭਇਓ ਵਿਗਿਆਨ ਹੈ। वेद चारी ब्रह्म सो सांत धारी विष्णु से। तप धारी शिव जी से आचार्य व्यास है। प्रेमी सनकादिक से अलेपता जनक जैसे। उदासीन मारकंडे राग दुष नाश है। भरतरी त्याग जैसे गोपी चंद जोग है से। जापी शेष नाग जैसे दत्त संन्यास है। आज्ञा पाल राम जैसे दानी हरि चंद वैसे। हरि मुशकंबर जी सुते प्रकाश है। ਗਿਆਨੀ ਗੁਰਮੁਖ ਸਿੰਘ ਜੀ ਮੁਸਾਫਰ ਨੇ ਆਪਣੀ ਸ਼ਰਧਾ ਦੇ ਫੁੱਲ ਸੰਤ ਅਤਰ ਸਿੰਘ ਜੀ ਮਹਾਰਾਜ ਨੂੰ ਇਸ ਤਰ੍ਹਾਂ ਭੇਂਟ ਕੀਤੇ ਹਨ। ਨਾਮ ਰਸ ਰਾਤੇ ਪਿਆਰੇ ਪ੍ਰੀਤਮ ਕੀ ਯਾਦ ਹੂੰ ਮੈਂ। प्रेम भाव बीच सदा एक रस गाते थे। वज्र चित मोहने वाली मैल दिल धोने वाली बाणी गुण खानी झूम झूम के सुनाते थे। सब के प्यारे थे स्नेही सत संगत के। होती शोभ नीक जिस सभा बीच जाते थे। जीवन आधार बस प्यार एक नाम संग। प्यार का नमूना बस प्यार ही सिखाते थे। महक जाती सभा औ मुअत्तर दिमाग होते। अतर ही अतर जहाँ जाते छिड़काते थे। सूखे सब हरे होते खाली सब भरे होते। सतनाम प्रेम का जो मेघ बरसाते थे। प्यारे थे प्यारे अत सत्कार वाले। मान जोग जोगी जहाँ जाते मान पाते थे। तेजवान मेहरवान पंथ के थे जिंद जान। पंथ की मुसीबतों में हाथ भी बटाते थे। हृदय की तार भी ते तार मिली सच साथ। साथ में समाये गए साथ ही बताते थे। साथ की अशो डोरी तनी होती चुंबक सम। जहां जहां जाते खेचे खेचे लोग आते थे। नाम की प्रीत और प्रतीत धार हिये माहे। जीतते विकार जाहूं दृष्टि उठाते थे। तुर गए मुसाफिर हो पहुंच निज धाम गए। वही बात भई जह ते हम कबराते थे। संत जी महाराज दा जन्म। संत जी महाराज दा जन्म पिंड चीमा रियासत पटियाला विखे ਸੰਮਤ 1923 ਬਿਕਰਮੀ ਸਨ 1866 ਈਸਵੀ ਨੂੰ ਚੀਮਾ ਗੋਤ ਵਿੱਚ ਹੋਇਆ। ਪਿੰਡ ਚੀਮਾ ਰਿਆਸਤ ਪਟਿਆਲਾ ਦਾ ਇੱਕ ਉੱਘਾ ਨਗਰ ਹੈ। ਇਹ ਸੁਨਾਮ ਤੋਂ 8, ਭਿੱਖੀ ਅਤੇ ਲੌਂਗੋਵਾਲ ਤੋਂ 7, ਬੁੱਢਲਾਡੇ ਤੋਂ 17 ਅਤੇ ਗੁਰਸਾਗਰ ਸਾਹਿਬ ਮਸਤੂਆਣੇ ਤੋਂ 15 ਮੀਲ ਦੇ ਫਾਸਲੇ ਤੇ ਲੱਡਾ ਰਜਵਾਹਾ ਉੱਪਰ ਹੈ। ਚੀਮਾ ਗੋਤ ਮਾਝੇ ਤੋਂ ਕਾਂਗੜ ਆਇਆ ਅਤੇ ਕਾਂਗੜ ਤੋਂ ਇਸ ਥਾਂ ਆ ਵਸਿਆ। ਇਸ ਨਗਰ ਤੋਂ 20-25 ਮੀਲ ਦੇ ਪੰਧ ਤੇ ਸਰਦਾਰ ਮਦਾਰ ਖਾਨ ਪਚਾਦਾ ਡਸ ਕੇ ਡੋਗਰੇ ਰਹਿੰਦਾ ਸੀ। ਉਸ ਦੀ ਚੀਮਾ ਗੋਤ ਦੇ ਜਥੇਦਾਰ ਨਾਲ ਗੂੜੀ ਮਿੱਤਰਤਾਈ ਹੋ ਗਈ। ਇਥੋਂ ਤੀਕਰ ਕੇ ਆਪਸ ਵਿੱਚ ਧਰਮ ਭਰਾ ਬਣ ਕੇ ਪੱਗ ਵਟਾਈ। ਕਰਤਾਰ ਦੀ ਨੇਤ ਇੱਕ ਦਿਹਾੜੇ ਜਦੋਂ ਮਦਾਰ ਖਾਨ ਆਪਣੇ ਮਿੱਤਰ ਨੂੰ ਮਿਲਣ ਲਈ ਚੀਮੇ ਆਇਆ, ਬੱਲੜ ਪੱਤੀ ਦੇ ਆਂਡੂ ਨਾਮੀ ਜਵਾਨ ਨੇ ਉਸ ਨੂੰ ਵਿਸਾਹ ਕੇ ਮਾਰ ਦਿੱਤਾ। ਪਚਾਦੇ ਦੇ ਸੰਬੰਧੀ ਉਸ ਦੀ ਲੋਥ ਲੈ ਗਏ ਅਤੇ ਸਾਰੇ ਨਗਰ ਨੇ ਬੜੇ ਸਤਿਕਾਰ ਤੇ ਰੋਸ ਵਿੱਚ ਗੌਰ ਦੇ ਹਵਾਲੇ ਕੀਤੀ। ਸਭ ਦੇ ਮਨ ਵਿੱਚ ਕ੍ਰੋਧ ਉਬਾਲੇ ਖਾ ਰਿਹਾ ਸੀ
ਕਿ ਕਦ ਸਮਾਂ ਮਿਲੇ ਤੇ ਬਦਲਾ ਲਈਏ। ਦਫਨਾਉਣ ਦੇ ਮਗਰੋਂ ਹੀ ਸਾਰੇ ਪਚਾਦੇ ਬੈਠ ਗਏ ਤੇ ਚੀਮਾ ਨਗਰ ਪਰ ਧਾਵਾ ਕਰਨ ਦੀ ਸਲਾਹ ਕੀਤੀ। ਇੱਕ ਵੱਡਾ ਭਾਰਾ ਕਟਕ ਇਕੱਠਾ ਹੋ ਗਿਆ ਤੇ ਪਿੰਡ ਚੀਮੇ ਵੱਲ ਤੁਰ ਪਿਆ। ਜਦ ਨਗਰ ਦੇ ਨੇੜੇ ਆਏ ਤਾਂ ਬਹੁਤ ਸਾਰੇ ਪਚਾਦੇ ਰੁੱਖਾਂ, ਟੋਇਆਂ ਤੇ ਟਿੱਬਿਆਂ ਦੀ ਆੜ ਵਿੱਚ ਛੁਪ ਗਏ। ਕੇਵਲ 5-10 ਪਚਾਦੇ ਬਾਹਰ ਰਹੇ। ਪਿੰਡ ਵਾਲੇ ਥੋੜੇ ਜਿਹੇ ਵੈਰੀ ਵੇਖ ਕੇ ਇਹਨਾਂ ਨੂੰ ਦਬੱਲਣ ਲਈ ਪਿੰਡੋਂ ਬਾਹਰ ਆਏ। ਫਿਰ ਕੀ ਸੀ, ਲੋਕੇ ਹੋਏ ਪਚਾਦੇ ਮਾਨੋ ਖੁੰਭਾਂ ਵਾਂਗੂ ਧਰਤੀ ਤੋਂ ਨਿਕਲ ਪਏ। ਵੱਡਾ ਭਾਰੀ ਸੰਗਰਾਮ ਹੋਇਆ ਤੇ ਚੀਮਾ ਗੋਤ ਦੇ 70 ਸੂਰਬੀਰ ਇਸ ਘਟਨਾ ਵਿੱਚ ਮਾਰੇ ਗਏ। ਬਾਕੀ ਬਿਰਧ ਬਾਲਕਾਂ ਵਿੱਚ ਇੰਨਾ ਡਰ ਬੈਠ ਗਿਆ ਕਿ ਪਿੰਡ ਤੋਂ ਸਾਰੇ ਰਾਤੋਂ ਰਾਤ ਚਲੇ ਗਏ। ਨਗਰ ਉੱਜੜ ਗਿਆ ਤੇ ਅਹਿਮਦਪੁਰ ਵਿੱਚ ਬੁਢਲਾਡੇ ਦੇ ਪਾਸ ਜਾ ਵਸੇ। ਚੀਮਾ ਥੇ ਹੋ ਗਿਆ ਤੇ ਇਸ ਉੱਤੇ ਰਾਣੀ ਵਾਲੇ ਰੰਗੜਾਂ ਦਾ ਕਬਜ਼ਾ ਹੋ ਗਿਆ। ਕੁਝ ਸਮਾਂ ਪਾ ਕੇ ਭਿੱਖੀ ਦੇ ਰਾਜੇ ਗੈਂਦੇ ਨੇ, ਜੋ ਕਿ ਸੂਰਜ ਮੱਲ ਦਾ ਭਰਾ ਸੀ, ਰੰਗੜਾਂ ਪਾਸੋਂ ਇਹ ਥਾਂ ਲੈ ਲਿਆ ਤੇ ਆਪਣੀ ਮੋੜੀ ਗੱਡੀ, ਪਰ ਪਿੰਡ ਨਾ ਵਸਿਆ। ਗੈਂਦੇ ਨੇ ਇੱਕ ਜੋਤਸ਼ੀ ਦੀ ਸਲਾਹ ਲਈ। ਉਸਨੇ ਆਖਿਆ, ਥੇ ਹੱਕ ਵਾਲਿਆਂ ਨੂੰ ਫਲੀ ਭੂਤ ਹੋਵੇਗਾ। ਇਹ ਸੁਣ ਕੇ ਗੈਂਦੇ ਨੇ ਚੀਮੇ ਗੋਤ ਦੀ ਖੋਜ ਭਾਲ ਕੀਤੀ ਤਾਂ ਪਤਾ ਲੱਗਾ ਕਿ ਚੀਮਿਓਂ ਉਜੜ ਕੇ ਅਹਿਮਦਪੁਰ ਭਾਈ ਕੇ ਬਾਰੇ ਵਿੱਚ ਜਾ ਵਸੇ ਹਨ। ਉਥੋਂ ਸੰਮਤ 1755 ਬਿਕਰਮੀ ਸਨ 1998 ਵਿੱਚ ਗੈਂਦੇ ਨੇ ਬਿੱਗੂ ਨੂੰ ਆਪਣੇ ਸਾਥੀਆਂ ਸਮੇਤ ਪੁਰਾਣੇ ਥੇ ਤੇ ਲਿਆਂਦਾ ਅਤੇ ਬਿੱਗੂ ਦੀ ਹੱਥੀਂ ਮੋੜੀ ਗੜਵਾਈ ਤੇ ਚੀਮਾ ਨਗਰ ਵਿੱਚ ਵਸਿਆ। ਸੰਤ ਅਤਰ ਸਿੰਘ ਜੀ ਮਹਾਰਾਜ ਇਸ ਬਿੱਗੂ ਦੀ ਅੰਸ਼ ਵਿੱਚੋਂ ਸਨ। ਚੀਮੇ ਗੋਤ ਦਾ ਸਜਰਾ ਨਸਬ ਇਹ ਹੈ, ਜੈ ਸਿੰਘ, ਉਹਨਾਂ ਤੋਂ ਅੱਗੇ ਉਹਨਾਂ ਦਾ ਪੁੱਤਰ ਵਰਿਆਮ, ਅੱਗੇ ਹਸਨ, ਮੀਆਂ, ਬੇਗਾ, ਬਿੱਗੂ। ਬਿੱਗੂ ਦੇ 3 ਪੁੱਤਰ ਹੋਏ, ਬੀਰ ਸਿੰਘ, ਬਖਤਾ, ਆਸਾ। ਬੀਰ ਸਿੰਘ ਦੇ ਅੱਗੇ 5 ਪੁੱਤਰ ਹਨ, ਗਰੀਬ ਸਿੰਘ, ਖੜਕਾ, ਨਿਹਾਲ ਸਿੰਘ, ਮਾਨ ਸਿੰਘ, ਖਜਾਨ ਸਿੰਘ। ਗਰੀਬ ਸਿੰਘ ਦੇ ਅੱਗੇ 4 ਪੁੱਤਰ ਹਨ, ਕਰਮ ਸਿੰਘ, ਰੇ ਸਿੰਘ, ਨਰਾਇਣ ਸਿੰਘ, ਸ਼ੇਰ ਸਿੰਘ। ਕਰਮ ਸਿੰਘ ਦੇ ਅੱਗੇ 5 ਬੱਚੇ ਹੋਏ, ਰਤਨ ਕੌਰ, ਅਤਰ ਸਿੰਘ ਜੀ, ਸੰਤ ਜੀ ਮਹਾਰਾਜ, ਜੈ ਸਿੰਘ, ਪ੍ਰਤਾਪ ਕੌਰ, ਸੁੱਖਾ। ਬਾਬਾ ਕਰਮ ਸਿੰਘ ਜੀ ਬਾਬਾ ਗਰੀਬ ਸਿੰਘ ਜੀ ਦੇ ਪੁੱਤਰ ਸਨ। ਆਪ ਆਪਣੇ ਮਾਤਾ ਪਿਤਾ ਜੀ ਦੇ ਬੜੇ ਆਗਿਆਕਾਰ ਅਤੇ ਆਈ ਸੰਗਤ ਦੇ ਬੜੇ ਸੇਵਕ ਸਨ। ਇਹਨਾਂ ਦਾ ਸੰਜੋਗ ਮਾਤਾ ਭੋਲੀ ਜੀ ਸੁਪੁੱਤਰੀ ਭਾਈ ਜੀਤਾ ਜੀ ਗੋਤ ਗੰਢੂ ਪਿੰਡ ਫਤਿਹਗੜ੍ਹ ਨਾਲ ਹੋਇਆ। ਮਾਤਾ ਭੋਲੀ ਜੀ ਸੱਚਮੁੱਚ ਹੀ ਭੋਲੇਪਣ ਦਾ ਰੂਪ, ਇੱਕ ਪੂਰਨ ਸਤਵੰਤੀ ਅਤੇ ਸੁਚੀਲ ਸੁਭਾਅ ਦੀ ਇਸਤਰੀ ਸੀ। ਚਤੁਰਾਈ ਨਾ ਚਤੁਰ ਭੁਜ ਪਾਈਐ, ਭੋਲੇ ਭਾਏ ਮਿਲੇ ਰਘੁਰਾਇਆ। ਇਹ ਵੀ ਗਰੀਬ ਗੁਰਬੇ ਸਾਧ ਸੰਤ ਦੀ ਨਿਸ਼ਚੇ ਅਤੇ ਪ੍ਰੇਮ ਨਾਲ ਸੇਵਾ ਕਰਦੇ। ਕਰਤਾਰ ਨੇ ਇਸ ਜੋੜੀ ਨੂੰ ਭਾਗ ਲਾਇਆ ਤੇ ਪਹਿਲਾਂ ਇੱਕ ਸੁਭਾਗ ਪੁੱਤਰੀ ਬਖਸ਼ੀ, ਜਿਸ ਦਾ ਨਾਮ ਬੀਬੀ ਰਤਨ ਕੌਰ ਰੱਖਿਆ ਗਿਆ। ਜਦ ਬੀਬੀ ਕੁਝ ਵੱਡੀ ਉਮਰ ਦੀ ਹੋ ਗਈ ਤਾਂ ਮਾਤਾ ਭੋਲੀ ਜੀ ਅਤੇ ਪਿਤਾ ਬਾਬਾ ਕਰਮ ਸਿੰਘ ਜੀ ਨੂੰ ਭੁਜੰਗੀ ਦੀ ਸਿੱਖ ਬਣੀ ਰਹੀ। ਇਸ ਆਸ ਵਿੱਚ ਆਏ ਸਾਧ ਸੰਤ ਦੀ ਬੜੀ ਸੇਵਾ ਕਰਦੇ ਅਤੇ ਕਰਤਾਰ ਅੱਗੇ ਅਰਦਾਸ ਕਰਦੇ ਕਿ ਸੱਚੇ ਪਾਤਸ਼ਾਹ ਸੁਪੁੱਤਰ ਭੇਜ। ਇਸ ਜੋੜੀ ਦੀ ਸੇਵਾ ਭੋਲੇ ਭਾਏ ਤੇ ਅਰਦਾਸ ਨੂੰ ਫਲ ਲੱਗਾ। ਇੱਕ ਦਿਨ ਜਦ ਬਾਬਾ ਕਰਮ ਸਿੰਘ ਜੀ ਅੰਮ੍ਰਿਤ ਵੇਲੇ ਹਲ ਵਾਹੁਣ ਜਾ ਰਹੇ ਸਨ ਤਾਂ ਉਹਨਾਂ ਨੂੰ ਇੱਕ ਸਾਧੂ ਵਾੜ ਦੇ ਪਾਸ ਖੜਾ ਦਿਸਿਆ। ਬਾਬਾ ਜੀ ਨੇ ਦੂਰੋਂ ਹੀ ਜੋੜਾ ਲਾਹ ਦਿੱਤਾ, ਬਲਦ ਖੜੇ ਕਰ ਦਿੱਤੇ ਅਤੇ ਬੜੇ ਸਤਿਕਾਰ ਨਾਲ ਹੱਥ ਜੋੜ ਸਾਧੂ ਦੀ ਚਰਨੀ ਆ ਲੱਗੇ। ਜਦ ਬਾਬਾ ਜੀ ਨਮਸਕਾਰ ਕਰ ਖੜੇ ਹੋਏ ਤਾਂ ਸਾਧੂ ਮੁਸਕਰਾਇਆ ਅਤੇ ਬੜੇ ਪ੍ਰੇਮ ਨਾਲ ਆਖਣ ਲੱਗਾ, ਕਰਮ ਸਿੰਘ, ਅੱਜ ਤੇਰੀ ਭਾਵਨਾ ਪੂਰੀ ਹੋਈ। ਆਹ ਲੈ ਅੰਮ੍ਰਿਤ ਜਲ ਦੀ ਸ਼ੀਸ਼ੀ,
ਇਸ ਨੂੰ ਲੈ ਜਾ ਤੇ ਆਪਣੇ ਘਰ ਸਾਂਭ ਕੇ ਰੱਖ ਦੇ। ਜਿਸ ਦਿਹਾੜੇ ਤੇਰੇ ਘਰ ਇੱਕ ਸੂਰਬੀਰ ਭੁਜੰਗੀ ਪ੍ਰਗਟ ਹੋਵੇ, ਉਸ ਦਿਨ ਇਸੇ ਥਾਂ ਸਾਡੀ ਅਮਾਨਤ ਮੋੜ ਜਾਵੀਂ। ਬਾਬਾ ਜੀ ਇਹ ਅਸਚਰਜ ਕੌਤਕ ਵੇਖ ਕੇ ਕੁਝ ਹੈਰਾਨ ਤਾਂ ਹੋ ਗਏ, ਪਰ ਸਾਧ ਸੰਤ ਦੇ ਮੇਲੀ ਸਨ, ਨਿਸ਼ਚਾ ਅਡੋਲ ਰਿਹਾ। ਪਿਛਲੇ ਪੈਰੀ ਘਰ ਮੁੜ ਆਏ ਅਤੇ ਅਮਾਨਤ ਆਪਣੀ ਸੁਭਾਗ ਸੁਪਤਨੀ ਮਾਤਾ ਭੋਲੀ ਦੇ ਸਪੁਰਦ ਕੀਤੀ ਤੇ ਸਾਧੂ ਦਾ ਬਚਨ ਸੁਣਾ ਦਿੱਤਾ। ਸਮਾਂ ਪਾ ਕੇ ਸੰਮਤ 1923 ਬਿਕਰਮੀ ਸੰਨ 1866 ਈਸਵੀ ਦਿਨ ਬੁੱਧਵਾਰ ਚੇਤ ਸੁਦੀ ਏਕਮ ਨੂੰ 2:30 ਘੜੀ ਰਾਤ ਗਈ ਬਾਲਕ ਨੇ ਜਨਮ ਲਿਆ। ਪੌ ਫੁੱਟਦੇ ਹੀ ਬਾਬਾ ਕਰਮ ਸਿੰਘ ਨੂੰ ਸਾਧੂ ਦਾ ਬਚਨ ਯਾਦ ਆਇਆ। ਆਲੇ ਵਿੱਚੋਂ ਸਾਧੂ ਦੀ ਅਮਾਨਤ ਲੈ ਕੇ ਪਿੰਡੋਂ ਬਾਹਰ ਚਲਾ ਗਿਆ। ਉਸੇ ਥਾਂ ਵਾੜ ਕੋਲ ਸਾਧੂ ਨਜ਼ਰੀ ਪਿਆ। ਬਾਬਾ ਜੀ ਨੇ ਬੜੇ ਅਦਬ ਨਾਲ ਸਾਧੂ ਨੂੰ ਨਮਸਕਾਰ ਕੀਤੀ ਤੇ ਉਸ ਦੀ ਅਮਾਨਤ ਮੋੜੀ। ਸਾਧੂ ਉਥੋਂ ਕਿਧਰੇ ਚਲੇ ਗਿਆ ਅਤੇ ਬਾਬਾ ਕਰਮ ਸਿੰਘ ਜੀ ਘਰ ਮੁੜ ਆਏ। 13ਵੇਂ ਦਿਹਾੜੇ ਵਿਹੜੇ ਦੀ ਰੋਟੀ ਕੀਤੀ ਅਤੇ ਬਾਲਕ ਦਾ ਨਾਂ ਅਤਰ ਸਿੰਘ ਰੱਖਿਆ। ਬਾਲ ਲੀਲਾ। ਜਦ ਸੰਤ ਜੀ ਰਿੜਨ ਲੱਗ ਪਏ, ਕਈ ਵਾਰੀ ਕੁੱਛਾਂ ਕੂਨਾਂ ਵਿੱਚ ਲੁਕ ਕੇ ਬੈਠ ਜਾਂਦੇ ਤੇ ਭੋਲੀ ਜੀ ਢੂੰਡ ਕੇ ਫਾਵੇ ਹੁੰਦੇ। ਜਦ 2.5 ਵਰ੍ਹਿਆਂ ਦੇ ਹੋਏ ਤਾਂ ਬੜੀਆਂ ਮਿੱਠੀਆਂ ਗੱਲਾਂ ਕਰਨ ਲੱਗ ਪਏ। ਇਹਨਾਂ ਦਾ ਵੱਡੀ ਭੈਣ ਰਤਨ ਕੌਰ ਨਾਲ ਬੜਾ ਪਿਆਰ ਹੋ ਗਿਆ ਤੇ ਸਾਰਾ ਦਿਨ ਭੈਣ ਨਾਲ ਪਰਚੇ ਰਹਿੰਦੇ। ਜਦ 5-6 ਸਾਲ ਦੇ ਹੋਏ ਤਾਂ ਬਾਲਕਾਂ ਨਾਲ ਖੇਡਣ ਲੱਗੇ। ਜਿਹੜਾ ਬਾਲਕ ਘਰ ਆਵੇ ਉਸ ਨੂੰ ਆਖਿਆ ਕਰਨ, ਆ ਭਾਈ ਭਗਤਾ, ਆ ਭਾਈ ਪ੍ਰੇਮੀਆਂ। ਖੇਡਣ ਵਿੱਚ ਬੜੇ ਮਿੱਠੇ ਵਚਨ ਵਰਤਦੇ। ਕਈ ਵਾਰੀ ਹਾਣੀਆਂ ਨੂੰ ਆਪਣੇ ਆਲੇ ਦੁਆਲੇ ਬਿਠਾ ਲਿਆ ਕਰਨ ਤੇ ਲੀਰਾਂ ਦੀਆਂ ਮਾਲਾ ਬਣਾ ਕੇ ਆਪ ਫੇਰਨ ਤੇ ਉਹਨਾਂ ਨੂੰ ਫਿਰਾਵਣ ਲੱਗ ਪੈਣ। ਇੱਕ ਵਾਰੀ ਜਦ ਸੰਨ 1926 ਵਿੱਚ ਦਾਸ ਨੇ ਸੰਤ ਜੀ ਮਹਾਰਾਜ ਨੂੰ ਮਾਤਾ ਭੋਲੀ ਜੀ ਦੀ ਦੱਸੀ ਹੋਈ ਇਹ ਗੱਲ ਸੁਣਾਈ ਤਾਂ ਮੁਸਕਰਾ ਕੇ ਕਹਿਣ ਲੱਗੇ, ਹਾਂ ਭਾਈ ਤੇਜਾ ਸਿੰਘ, ਨਿੱਕੀ ਉਮਰ ਤੋਂ ਹੀ ਸਾਨੂੰ ਸ਼ੌਂਕ ਸੀ। ਲੀਰਾਂ ਦੀ ਮਾਲਾ ਬਣਾ ਕੇ ਬੈਠ ਜਾਂਦੇ, ਰਾਮ ਨਾਮ ਦੀ ਮਾਲਾ ਫੇਰਦੇ। ਹਿਰਦੇ ਵਿੱਚ ਉਤਸ਼ਾਹ ਹੁੰਦਾ ਕਿ ਐਸਾ ਬੈਠੀਏ ਕਿ ਬੈਠਿਆਂ ਹੀ ਪਿੰਡੇ ਤੇ ਵਰਮੀ ਜੰਮ ਜਾਏ। ਪੜ੍ਹਨੇ ਪੈਣਾ। ਜਦ ਸੰਤ ਜੀ 7 ਸਾਲ ਦੇ ਹੋਏ ਤਾਂ ਪਿਤਾ ਜੀ ਆਖਣ ਲੱਗੇ ਕਿ ਸਕੂਲ ਵਿੱਚ ਦਾਖਲ ਹੋ ਜਾਓ। ਬਾਲਕ ਰੂਪ ਸੰਤ ਜੀ ਨੇ ਬੜੇ ਹੀ ਅਦਬ ਨਾਲ ਆਖਿਆ, ਪਿਤਾ ਜੀ, ਅਸੀਂ ਅੰਗਰੇਜ਼ੀ ਫਾਰਸੀ ਨਹੀਂ ਪੜ੍ਹਨੀ, ਅਸੀਂ ਤਾਂ ਸੱਚ ਦੀ ਹੀ ਪਾੜਤ ਪੜਾਂਗੇ। ਇਹ ਸੁਣ ਕੇ ਪਿਤਾ ਜੀ ਨੇ ਭਾਈ ਰਾਮ ਸਿੰਘ ਨਿਰਮਲੇ ਦੇ ਡੇਰੇ ਰਾਮ ਸਿੰਘ ਜੀ ਪਾਸ ਪੜ੍ਹਨੇ ਪਾਇਆ। ਡੰਗਰ ਚਾਰਨੇ। ਕੁਝ ਚਿਰ ਮਗਰੋਂ ਪਿਤਾ ਜੀ ਨੇ ਡੰਗਰ ਚਾਰਨ ਤੇ ਲਾ ਦਿੱਤਾ। ਸੰਤ ਜੀ ਜਦ ਡੰਗਰ ਬਾਹਰ ਲਿਜਾਂਦੇ, ਚੁੰਨੀ ਦੇ ਪੱਲੇ ਨਾਲ ਹੱਕਦੇ, ਸੋਟੀ ਕਦੀ ਵੀ ਨਾ ਮਾਰਦੇ। ਪਿੰਡ ਦੇ ਹੋਰ ਮੁੰਡੇ ਵੀ ਸੰਤ ਜੀ ਨਾਲ ਡੰਗਰ ਰਲਾ ਲਿਆ ਕਰਨ। ਪਿੰਡ ਦੇ ਬਾਹਰ ਜਾ ਕੇ ਸੰਤ ਜੀ ਬਾਲਕਾਂ ਨੂੰ ਨਾਲ ਲੈ ਕੇ ਕਿਸੇ ਰੁੱਖ ਹੇਠਾਂ ਬੈਠ ਜਾਣ ਅਤੇ ਸਿਮਰਨ ਵਿੱਚ ਲੱਗ ਪੈਣ। ਡੰਗਰ ਖੁੱਲੇ ਛੱਡ ਦੇਣ। ਜਦ ਡੰਗਰ ਕਿਸੇ ਦੇ ਖੇਤ ਵਿੱਚ ਪੈਣ ਤਾਂ ਨਾਲ ਦੇ ਸਾਥੀ ਵਾਰੀ ਮੋੜ ਲਿਆ ਕਰਨ। ਦੁਪਹਿਰ ਵੇਲੇ ਡੰਗਰ ਰੱਜ ਕੇ ਆਪੇ ਹੀ ਦਰਖਤਾਂ ਹੇਠਾਂ ਆ ਜਾਇਆ ਕਰਨ। ਛੋਟੀ ਅਵਸਥਾ ਵਿੱਚ ਹੀ ਸਾਧੂ ਮਹਾਤਮਾ ਨਾਲ ਪ੍ਰੇਮ ਰੱਖਦੇ। ਅਜੇ ਆਪ 8 ਕੁ ਸਾਲ ਦੇ ਹੀ ਸਨ ਕਿ ਇੱਕ ਦਿਹਾੜੇ ਅਸ਼ੋਪ ਹੀ ਇੱਕ ਸਾਧੂ ਨਾਲ ਚਲੇ ਗਏ। ਘਰ ਵਿੱਚ ਮਾਤਾ ਪਿਤਾ ਨੂੰ ਬੜਾ ਫਿਕਰ ਹੋਇਆ ਤੇ 5 ਦਿਨ ਦੇ ਢੂੰਡ ਭਾਲ ਪਿਛੋਂ ਪਿਤਾ ਜੀ ਨੇ ਜਾ ਕੇ ਲਿਆਂਦਾ। ਇੱਕ ਦਿਨ ਡੰਗਰ ਚਾਰਦੇ ਮਨ ਵਿੱਚ ਮੌਜ ਆਈ ਤੇ ਆਪਣੇ ਬਾਲ ਲੀਲਾ ਦੇ ਖਾਸ ਮਿੱਤਰ ਭਾਈ ਬਖਤਾਰ ਸਿੰਘ ਨੂੰ ਕਹਿਣ ਲੱਗੇ, ਆ ਬਖਤਾਵਰ ਸਿੰਘਾਂ, ਆਪਾਂ ਸਾਧ ਬਣੀਏ। ਸੰਤਾਂ ਨੇ ਬਖਤਾਵਰ ਸਿੰਘ ਦੀ ਚੁੰਨੀ ਲੈ ਕੇ ਉਸ ਦੀ ਗਾਤੀ ਸਜਾਈ ਅਤੇ ਬਖਤਾਵਰ ਸਿੰਘ ਨੇ ਸੰਤਾਂ ਦੀ ਚੁੰਨੀ ਨਾਲ ਉਹਨਾਂ ਨੂੰ ਗਾਤੀ ਸਜਾਈ। ਜਦ ਦੋਵੇਂ ਗਾਤੀਆਂ ਸਜ ਗਈਆਂ ਤਾਂ ਸੰਤ ਬੜਾ ਹੱਸੇ ਤੇ ਆਖਿਆ, ਬਖਤਾਵਰ ਸਿੰਘਾਂ, ਆਪਾਂ ਬਲਾਂ ਸੋਹਣੇ ਲੱਗਦੇ ਹਾਂ। ਬਖਤਾਵਰ ਸਿੰਘ ਬੋਲਿਆ, ਅਤਰ ਸਿੰਘਾਂ, ਤੂੰ ਤਾਂ ਬੜਾ ਹੀ ਸੋਹਣਾ ਲੱਗਦਾ ਹੈ।
ਮਿੱਤਰ ਦੀ ਇਹ ਗੱਲ ਸੁਣ ਕੇ ਸੰਤ ਜੀ ਹੱਸ ਬੋਲੇ, ਅੱਛਾ ਭਾਈ, ਜਦੋਂ ਅਸੀਂ ਸਾਧ ਹੋਵਾਂਗੇ ਤੂੰ ਸਾਡੇ ਨਾਲ ਚੱਲੀ। ਉਸ ਨੇ ਆਖਿਆ, ਚੰਗਾ। ਜਦੋਂ ਸੰਤ ਜੀ ਮਹਾਰਾਜ ਦਾ ਪ੍ਰਤਾਪ ਵਧਿਆ, ਆਪ ਕਈ ਵਾਰ ਬਖਤਾਵਰ ਸਿੰਘ ਨੂੰ ਲੈਣ ਆਏ। ਇੱਕ ਵਾਰੀ ਇਥੋਂ ਤੀਕਰ ਜ਼ੋਰ ਦਿੱਤਾ ਕਿ ਸਿੰਘਣੀ ਨੂੰ ਵੀ ਭਾਵੇਂ ਨਾਲ ਲੈ ਚੱਲ, ਉਹ ਲੰਗਰ ਪਕਾਇਆ ਕਰੇਗੀ ਤੇ ਅਸੀਂ ਨਿੱਕੀ ਉਮਰ ਦਾ ਬਚਨ ਪੂਰਾ ਕਰਾਂਗੇ। ਪਰ ਬਖਤਾਵਰ ਸਿੰਘ ਦੇ ਭਾਗ ਨਹੀਂ ਸਨ, ਉਹ ਸੰਤ ਜੀ ਨਾਲ ਨਾ ਜਾ ਸਕਿਆ। ਸੰਤ ਜੀ ਡੰਗਰਾਂ ਨੂੰ ਨਾ ਆਪ ਮਾਰਦੇ ਤੇ ਨਾ ਮੁੰਡਿਆਂ ਨੂੰ ਮਾਰਨ ਦਿੰਦੇ, ਸਗੋਂ ਆਖਦੇ, ਭਾਈ ਬੇਜ਼ਬਾਨਾਂ ਨੂੰ ਨਾ ਮਾਰੋ, ਰੱਬ ਤੋਂ ਡਰੋ। ਜਿੱਥੇ ਮੁੰਡੇ ਗੰਦੇ ਗੀਤ ਗਾਉਣ ਲੱਗ ਪੈਂਦੇ, ਉਥੋਂ ਸੰਤ ਜੀ ਪਰੇ ਚਲੇ ਜਾਂਦੇ ਤੇ ਕਿਸੇ ਰੁੱਖ ਹੇਠਾਂ ਜਾ ਕੇ ਸੌਂ ਜਾਂਦੇ। ਇੱਕ ਵਾਰੀ ਆਪ ਇਸ ਤਰ੍ਹਾਂ ਸੁੱਤੇ ਪਏ ਸਨ ਤੇ ਡੰਗਰ ਬਖਤਾਵਰ ਸਿੰਘ ਮੋੜ ਕੇ ਲਿਆ ਰਿਹਾ ਸੀ ਕਿ ਇੱਕ ਭਗਵੇਂ ਕੱਪੜਿਆਂ ਵਾਲਾ ਬਿਰਧ ਸਾਧੂ ਉਸ ਰੁੱਖ ਹੇਠਾਂ ਆ ਬੈਠਾ। ਕੁਦਰਤੀ ਉਸ ਦੀ ਨਿਗਾਹ ਸੰਤ ਜੀ ਦੇ ਚਰਨਾਂ ਤੇ ਪਈ, ਪਦਮ ਰੇਖਾ ਭਾਸੀ। ਕੁਝ ਚਿਰ ਗਹੁ ਕਰਕੇ ਵੇਖਦਾ ਰਿਹਾ, ਫਿਰ ਹੱਥ ਜੋੜ ਕੇ ਨਮਸਕਾਰ ਕੀਤੀ ਤੇ ਆਖਿਆ, ਇਹ ਬੜਾ ਬਲੀ ਸਰੀਰ ਹੋਵੇਗਾ, ਇਸ ਦੇ ਅੱਗੇ ਰਾਜੇ ਵੀ ਨਿਭਣਗੇ। ਇਹ ਕਹਿ ਕੇ ਸਾਧ ਤਾਂ ਆਪਣੇ ਰਾਹ ਪੈ ਗਿਆ। ਜਦ ਸੰਤਾਂ ਦੀ ਨੀਂਦਰ ਉਗੜੀ ਤਾਂ ਬਖਤਾਵਰ ਸਿੰਘ ਨੇ ਹੱਸ ਕੇ ਆਖਿਆ, ਤਰਸਿਆਂ, ਇੱਕ ਸਾਧ ਆਖ ਗਿਆ ਹੈ ਤੈਨੂੰ ਰਾਜੇ ਮੱਥਾ ਟੇਕਣਗੇ, ਉਦੋਂ ਤੂੰ ਕਿਧਰੇ ਮੈਨੂੰ ਨਾ ਵਿਸਾਰ ਦੇਈਂ। ਸੰਤ ਹੱਸੇ ਤੇ ਚੁੱਪ ਕਰ ਰਹੇ। ਇੱਕ ਦਿਨ ਡੰਗਰ ਚਾਰਦਿਆਂ ਸਾਥੀਆਂ ਨਾਲ ਖੇਡਣ ਲੱਗ ਪਏ। ਇਹਨਾਂ ਵਿੱਚ ਇੱਕ ਮੁੰਡਾ ਸੀ ਜਿਹੜਾ ਆਪਣੇ ਜ਼ੋਰ ਦੇ ਮਾਣ ਵਿੱਚ ਸਾਰਿਆਂ ਨਾਲ ਖਹਿੰਦਾ ਰਹਿੰਦਾ ਸੀ। ਮੁੰਡਿਆਂ ਨਾਲ ਰਲ ਕੇ ਆਖਿਆ, ਅਤਰ ਸਿਆਂ, ਇਹਦੇ ਨਾਲ ਘੋਲ ਕਰਕੇ ਇਹਦੀ ਆਕੜ ਭੰਨ, ਇਹ ਸਾਨੂੰ ਟਿਕਣ ਨਹੀਂ ਦਿੰਦਾ। ਸੰਤਾਂ ਕਿਹਾ, ਆਪਾਂ ਕੀ ਲੈਣਾ ਹੈ, ਪਰ ਸਾਰੇ ਖਹਿੜੇ ਪੈ ਗਏ। ਬਚਨ ਮੰਨ ਕੇ ਸੰਤ ਤਿਆਰ ਹੋ ਗਏ। ਉਧਰੋਂ ਮੁੰਡਾ ਤਾਂ ਅੱਗੇ ਹੀ ਤਿਆਰ ਸੀ। ਥੋੜੇ ਚਿਰ ਵਿੱਚ ਹੀ ਸੰਤਾਂ ਨੇ ਉਸ ਨੂੰ ਸੁਹਾਗੇ ਵਾਂਗੂ ਚੁੱਕ ਕੇ ਹੇਠਾਂ ਮਾਰਿਆ। ਮੁੰਡਾ ਬੇਹੋਸ਼ ਹੋ ਗਿਆ। ਸਾਰੇ ਖੇੜ ਖੇੜ ਹੱਸ ਪਏ। ਪਰ ਸੰਤਾਂ ਆਖਿਆ, ਇਹ ਕੀ ਹੋ ਗਿਆ ਹੈ, ਜਾਓ ਕੋਈ ਜਲ ਤੇ ਦੁੱਧ ਲਿਆਓ, ਇਹਦੇ ਮੂੰਹ ਵਿੱਚ ਪਾਈਏ। ਸਾਥੀ ਦੌੜੇ ਦੌੜੇ ਗਏ ਤੇ ਖੂਹ ਤੋਂ ਜਲ ਤੇ ਪਿੰਡ ਤੋਂ ਗਰਮ ਦੁੱਧ ਲਿਆਂਦਾ। ਸੰਤਾਂ ਨੇ ਆਪਣੇ ਹੱਥੀਂ ਉਸ ਦੇ ਮੂੰਹ ਤੇ ਜਲ ਦੇ ਛਿੱਟੇ ਮਾਰੇ ਤੇ ਥੋੜਾ ਜਿਹਾ ਜਲ ਮੂੰਹ ਵਿੱਚ ਪਾਇਆ। ਕੁਝ ਚਿਰ ਮਗਰੋਂ ਉਸ ਨੂੰ ਹੋਸ਼ ਆਈ। ਫਿਰ ਸੰਤਾਂ ਨੇ ਉਸ ਨੂੰ ਗਰਮ ਦੁੱਧ ਛਕਾਇਆ ਤੇ ਖੜਾ ਕਰਕੇ ਹੌਲੀ ਹੌਲੀ ਟੋਰਿਆ। ਇਸ ਦੇ ਮਗਰੋਂ ਉਸ ਨੇ ਕਦੀ ਵੀ ਕਿਸੇ ਨੂੰ ਨਾ ਛੇੜਿਆ। ਦੇਗ ਤੇਗ ਜਗ ਮੈਂ ਦੋ ਚੱਲੈ। ਸੰਤ ਜੀ ਦਾ ਮੁੱਢ ਤੋਂ ਹੀ ਵੰਡ ਕੇ ਛਕਣ ਦਾ ਸੁਭਾਅ ਸੀ। ਇੱਕ ਦੂਤੀ ਖੇਡ ਇਸ ਸੁਭਾਅ ਦੀ ਇਸ ਤਰ੍ਹਾਂ ਵਰਤੀ ਕਿ ਜਦ ਬੇਬੇ ਜੀ ਸੰਤ ਜੀ ਮਹਾਰਾਜ ਦੀ ਵੱਡੀ ਭੈਣ ਰਤਨ ਕੌਰ, ਉਹਨਾਂ ਦਾ ਵਿਆਹ ਸੀ, ਮਾਤਾ ਭੋਲੀ ਜੀ ਨੇ ਕਾਰਜ ਦੀ ਖਾਤਰ ਇੱਕ ਭੜੋਲੀ ਵਿੱਚ ਗੁੜ ਰੱਖਿਆ ਹੋਇਆ ਸੀ। ਇੱਕ ਦਿਨ ਜਦ ਮਾਤਾ ਜੀ ਨੇ ਭੜੋਲੀ ਦਾ ਚਾਪੜ ਚੁੱਕਿਆ ਤਾਂ ਕੀ ਵੇਖਦੇ ਹਨ ਕਿ ਭੜੋਲੀ ਕੁਝ ਖਾਲੀ ਹੈ। ਦਿਲ ਵਿੱਚ ਸੋਚਿਆ ਤਾਂ ਸਮਝ ਆਈ ਕਿ ਅਤਰ ਸਿੰਘ ਦਾ ਕੰਮ ਹੈ, ਆਪਣੇ ਮਿੱਤਰਾਂ ਵਿੱਚ ਗੁੜ ਵੰਡ ਆਇਆ ਹੋਵੇਗਾ। ਦੂਜੇ ਦਿਨ ਪ੍ਰਭਾਤ ਵੇਲੇ ਜਦ ਬਾਹਰ ਜਾਣ ਦਾ ਵੇਲਾ ਆਇਆ ਤਾਂ ਮਾਤਾ ਅੱਖ ਬਚਾ ਕੇ ਖਲੋ ਗਈ। ਕੀ ਵੇਖਦੀ ਹੈ ਕਿ ਚੁੱਪ ਚੁਪੀਤੇ ਹੀ ਸੰਤ ਜੀ ਨੇ ਇੱਕ ਭੇਲੀ ਚੁੰਨੀ ਵਿੱਚ ਵਲੇਟ ਲਈ ਹੈ। ਜਦੋਂ ਬੂਹੇ ਤੋਂ ਬਾਹਰ ਨਿਕਲੇ ਤਦ ਮਾਤਾ ਵੀ ਦੱਬੇ ਪੈਰੀ ਪਿੱਛੇ ਪਿੱਛੇ ਟੁਰ ਪਈ। ਪਿੰਡ ਦੇ ਚੁਰਾਹੇ ਵਿੱਚ ਹੌਲੀ ਜਿਹੀ ਸੰਤਾਂ ਦੇ ਮੋਢੇ ਤੇ ਹੱਥ ਰੱਖ ਕੇ ਆਖਿਆ, ਪੁੱਤਰ ਅਤਰ ਸਿਆਂ, ਇਹ ਚੁੰਨੀ ਵਿੱਚ ਕੀ ਹੈ? ਸੰਤ ਚੁੱਪ ਕਰਕੇ ਖਲੋ ਗਏ। ਮਾਤਾ ਭੋਲੀ ਨੇ ਗੁੜ ਦੀ ਭੇਲੀ ਚੁੰਨੀ ਵਿੱਚੋਂ ਖੋਹ ਲਈ ਅਤੇ ਘਰ ਮੁੜ ਆਈ। ਦੁਪਹਿਰਾਂ ਢਲ ਗਈਆਂ, ਸੰਤ ਪ੍ਰਸ਼ਾਦ ਛਕਣ ਨਾ ਆਏ। ਮਾਤਾ ਉਡੀਕ ਲੱਭਣ ਲੱਗੀ। ਕੀ ਦੇਖਦੀ ਹੈ ਕਿ ਸੰਤ ਉੱਥੇ ਚੌਂਕ ਵਿੱਚ ਖੜੇ ਹਨ। ਮਾਤਾ ਭੋਲੀ ਸੰਤ ਪੁੱਤਰ ਦੀ ਤਾਰ ਸਮਝ ਗਈ। ਮੁੜ ਕੇ ਘਰ ਆਈ, ਗੁੜ ਦੀ ਭੇਲੀ ਲਈ ਤੇ ਸੰਤਾਂ ਨੂੰ ਆ ਫੜਾਈ। ਆਖਿਆ, ਬੱਚਾ ਜਾ ਆਪਣੇ ਮਿੱਤਰਾਂ ਵਿੱਚ ਵੰਡ ਆ, ਪਰ ਫੇਰ ਨਾ ਕੱਢੀ। ਸੰਤ ਜੀ ਨੇ ਆਖਿਆ, ਸਤ ਬਚਨ। ਗੁੜ ਵੰਡ ਕੇ ਘਰ ਆਏ, ਪ੍ਰਸ਼ਾਦ ਛਕਿਆ ਤੇ ਫੇਰ ਕਦੀ ਭੜੋਲੀ ਵਿੱਚ ਖਿਆਲ ਨਾ ਕੀਤਾ। ਕੁਝ ਦਿਨਾਂ ਮਗਰੋਂ ਬੇਬੇ ਰਤਨ ਕੌਰ ਜੀ ਦਾ ਵਿਆਹ
ਭਾਈ ਬੱਗਾ ਸਿੰਘ ਜੀ ਨਾਲ ਜਵਾਹਰ ਕੀ ਪਿੰਡ ਵਿੱਚ ਹੋ ਗਿਆ। ਜਵਾਹਰ ਕੀ ਫੇਰਾ ਪਾ ਕੇ ਬੇਬੇ ਜੀ ਚੀਮੇ ਮੋੜ ਆਏ। ਬੇਬੇ ਜੀ ਨਾਲ ਸੰਤ ਜੀ ਦਾ ਬੜਾ ਪ੍ਰੇਮ ਸੀ। ਇੱਕ ਦੋ ਦਿਨ ਰਹਿਣ ਮਗਰੋਂ ਕਹਿਣ ਲੱਗੇ, ਸਾਨੂੰ ਰੋਟੀ ਪਕਾ ਦਿਓ, ਅਸੀਂ ਜਾਵਾਂਗੇ। ਚੰਗੇ ਸ਼ਾਹ ਵੇਲੇ ਰੋਟੀ ਖਾ ਕੇ ਤੁਰ ਪਏ। ਰਾਹ ਵਿੱਚ ਲੱਲੂ ਵਾਲੇ ਇੱਕ ਸਾਧੂ ਪਾਸ ਬੈਠ ਗਏ। ਚੀਮੇ ਮਾਤਾ ਪਿਤਾ ਜੀ ਸਮਝਣ ਕਿ ਸੰਤ ਜੀ ਜਵਾਹਰ ਕੀ ਹਨ ਤੇ ਬੇਬੇ ਜੀ ਸਮਝਣ ਕਿ ਚੀਮੇ ਚਲੇ ਗਏ ਹਨ। 2-4 ਦਿਨਾਂ ਮਗਰੋਂ ਪਤਾ ਲੱਗਾ ਤੇ ਪਿਤਾ ਕਰਮ ਸਿੰਘ ਜੀ ਨੇ ਆਪ ਜਾ ਕੇ ਚੀਮੇ ਲਿਆਂਦਾ। ਸੰਮਤ 1933 ਬਿਕਰਮੀ ਸਨ 1876 ਈਸਵੀ। ਚੀਮੇ ਮੀਂਹ ਨਾ ਵਸਿਆ ਅਤੇ ਕਾਲ ਪੈ ਗਿਆ। ਡੰਗਰਾਂ ਵਾਸਤੇ ਬਾਹਰ ਮੂੰਹ ਮਾਰਨ ਨੂੰ ਪੱਠਾ ਨਹੀਂ ਸੀ। ਸੰਤ ਜੀ ਡੰਗਰ ਲੈ ਕੇ ਆਪਣੀ ਭੈਣ ਰਤਨ ਕੌਰ ਪਾਸ ਜਵਾਹਰ ਕੀ ਚਲੇ ਗਏ। 1 ਸਾਲ ਉੱਥੇ ਹੀ ਰਹੇ। ਨਾਲ ਭਾਈ ਹਰਨਾਮ ਸਿੰਘ ਜੋ ਉਸ ਸਮੇਂ ਚੀਮੇ ਪਿੰਡ ਦਾ ਨੰਬਰਦਾਰ ਸੀ, ਉਹ ਵੀ ਆਪਣੀਆਂ ਗਾਈਆਂ ਲੈ ਕੇ ਗਿਆ। ਇਹ ਸਮਾਂ ਬੇਬੇ ਜੀ ਕੋਲ ਬੜੇ ਪ੍ਰੇਮ ਨਾਲ ਬੀਤਿਆ। ਘਰ ਦਾ ਕੰਮ ਕਾਜ ਕਰਨਾ। ਸੰਮਤ 1939 ਬਿਕਰਮੀ ਸਨ 1882 ਈਸਵੀ। 16 ਸਾਲ ਦੀ ਉਮਰ ਵਿੱਚ ਸੰਤ ਜੀ ਮਹਾਰਾਜ ਖੇਤੀਬਾੜੀ ਦੇ ਕੰਮ ਕਰਨ ਲੱਗ ਪਏ। ਇੱਕ ਦਿਨ ਆਪ ਜਦ ਹਲ ਵਾਹ ਕੇ ਘਰ ਆ ਰਹੇ ਸਨ ਤਾਂ 2 ਚੋਬਰ ਤੇ ਇੱਕ ਬੁੱਢਾ 70-75 ਸਾਲ ਦਾ ਉਹ ਮਿਲੇ। ਬੁੱਢਾ ਸੰਤ ਜੀ ਦਾ ਚਿਹਨ ਚੱਕਰ ਵੇਖ ਕੇ ਠਹਿਰ ਗਿਆ ਅਤੇ ਚਿਹਰੇ ਵੱਲ ਵੇਖਣ ਲੱਗ ਪਿਆ। ਚੋਬਰ ਨੇ ਆਵਾਜ਼ ਦਿੱਤੀ, ਬੁੱਢਿਆ ਛੇਤੀ ਆ, ਆਪਾਂ ਦੂਰ ਜਾਣਾ ਏ। ਬੁੱਢੇ ਨੇ ਆਖਿਆ, ਦਰਸ਼ਨ ਕਰ ਲੈਣ ਦਿਓ, ਇਹ ਤਾਂ ਕੋਈ ਕਲਾ ਵਾਲਾ ਸਰੀਰ ਹੈ। ਸੰਤ ਜੀ ਘਰ ਦਾ ਕੰਮ ਕਾਰਜ ਵੀ ਕਰਦੇ, ਪਰ ਬਹੁਤ ਵਾਰੀ ਇਕਾਂਤ ਬੈਠੇ ਰਹਿੰਦੇ ਤੇ ਡੰਗਰ ਖੇਤਾਂ ਵਿੱਚ ਵੜ ਜਾਂਦੇ। ਪਿਤਾ ਕਰਮ ਸਿੰਘ ਜੀ ਕਈ ਵਾਰੀ ਸੰਤ ਪੁੱਤਰ ਨੂੰ ਆਖਦੇ, ਕਿਸ ਤਰ੍ਹਾਂ ਕਰਕੇ ਖਾਵੇਂਗਾ। ਮਾਤਾ ਭੋਲੀ ਨਾਲ ਵੀ ਕਈ ਵਾਰੀ ਬੈਠ ਕੇ ਗੱਲਬਾਤ ਕਰਦੇ ਅਤੇ ਝੂਰਦੇ, ਆਖਦੇ, ਤੂੰ ਪੁੱਤਰ ਨਾਲ ਬੜਾ ਮੋਹ ਕਰਦੀ ਹੈ, ਕੰਮਕਾਰ ਕਰਨ ਲਈ ਨਹੀਂ ਸਮਝਾਉਂਦੀ। ਇਸ ਦੀ ਕਮਾਈ ਦਾ ਸੋਨੇ ਦਾ ਹਾਰ ਪਵਾ ਲਈ। ਇੱਕ ਦਿਨ ਮਾਤਾ ਜੀ ਨੇ ਸੱਦ ਕੇ ਆਖਿਆ, ਪੁੱਤਰ ਤਕੜਾ ਹੋ ਕੇ ਕੰਮਕਾਰ ਕਰਿਆ ਕਰੋ। ਤੇਰੇ ਪਿਤਾ ਜੀ ਕਈ ਵਾਰੀ ਮੈਨੂੰ ਮਿਹਣਾ ਮਾਰਦੇ ਹਨ ਕਿ ਪੁੱਤਰ ਅਤਰ ਸਿੰਘ ਦੀ ਕਮਾਈ ਦੀ ਕੰਡੀ ਸੋਨੇ ਦੇ ਹਾਰ ਪਵਾ ਲਵੀਂ। ਇਹ ਸੁਣ ਕੇ ਸੰਤ ਹੱਸ ਪਏ ਤੇ ਆਖਿਆ, ਹਾਂ ਮਾਂ, ਕੰਡੀ ਪਾ ਦਿਆਂਗੇ। ਕਾਂਡ ਦੂਜਾ। ਰਾਗ ਸੂਹੀ ਅਸ਼ਟਪਦੀਆ ਮਹੱਲਾ ਚੌਥਾ ਘਰ ਦੂਜਾ। ਇਕ ਓੰਕਾਰ ਸਤਿਗੁਰ ਪ੍ਰਸਾਦ, ਕੋਈ ਆਨ ਮਿਲਾਵੈ ਮੇਰਾ ਪ੍ਰੀਤਮ ਪਿਆਰਾ। ਹਉ ਤਿਸ ਪਹਿ ਆਪ ਵੇਚਾਈ, ਦਰਸ਼ਨ ਹਰ ਦੇਖਣ ਕੈ ਤਾਈ। ਕਿਰਪਾ ਕਰਹਿ ਤਾ ਸਤਿਗੁਰ ਮਿਲਹਿ, ਹਰ ਹਰ ਨਾਮ ਧਿਆਈ ਰਹਾਉ। ਜੇ ਸੁਖ ਦੇਹ ਤਾ ਤੁਝ ਹੈ ਅਰਾਧੀ, ਦੁਖ ਭੀ ਤੁਝੈ ਧਿਆਈ। ਜੇ ਭੁਖ ਦੇਹ ਤਾ ਇਤ ਹੀ ਰਾਜਾ, ਦੁਖ ਵਿੱਚ ਸੂਖ ਮਨਾਈ। ਤਨ ਮਨ ਕਾਟ ਕਾਟ ਸਭ ਅਰਪੀ, ਵਿੱਚ ਅਗਨੀ ਆਪ ਜਲਾਈ। ਪੱਖਾ ਫੇਰੀ ਪਾਣੀ ਢੋਵਾ, ਜੋ ਦੇਵ ਹੈ ਸੋ ਖਾਈ। ਨਾਨਕ ਗਰੀਬ ਟਹਿ ਪਿਆ ਦੁਆਰੈ, ਹਰ ਮੇਲ ਲੈਹੋ ਵਡਿਆਈ। ਫੌਜ ਵਿੱਚ ਭਰਤੀ। ਹੁਣ ਕਰਤਾਰ ਦਾ ਹੁਕਮ ਹੋਇਆ ਕਿ ਜਿਸ ਕਾਰਜ ਲਈ ਤੁਹਾਨੂੰ ਭੇਜਿਆ ਸੀ ਉਸ ਦਾ ਫਿਕਰ ਕਰੋ ਅਤੇ ਕਿਸੇ ਜੁਗਤ ਨਾਲ ਮੋਹ ਮਾਇਆ ਦੇ ਜਾਲ ਵਿੱਚੋਂ ਨਿਕਲੋ। ਮਾਤਾ ਭੋਲੀ ਜੀ ਦਾ ਪੁੱਤਰ ਅਤਰ ਸਿੰਘ ਨਾਲ ਬੜਾ ਹੀ ਡੂੰਘਾ ਪਿਆਰ ਸੀ ਅਤੇ ਸੰਤ ਜੀ ਵੀ ਮਾਤਾ ਜੀ ਦਾ ਨਿੱਕੀ ਉਮਰ ਤੋਂ ਬਹੁਤ ਸਤਿਕਾਰ ਕਰਦੇ ਸਨ। ਇੱਕ ਦਿਨ ਅੰਮ੍ਰਿਤ ਵੇਲੇ ਸੰਤ ਜੀ ਮਹਾਰਾਜ
ਮਾਤਾ ਜੀ ਪਾਸ ਆ ਬੈਠੇ ਅਤੇ ਪ੍ਰੇਮ ਤੇ ਨਿਮਰਤਾ ਨਾਲ ਬੇਨਤੀ ਕੀਤੀ, ਮਾਤਾ ਜੀ, ਸਾਨੂੰ ਕਰਤਾਰ ਦਾ ਹੁਕਮ ਹੈ, ਅਸੀਂ ਵੱਡਾ ਅਹੁਦਾ ਪਾਉਣਾ ਹੈ। ਸਾਨੂੰ ਤੁਸੀਂ ਫੌਜ ਵਿੱਚ ਭਰਤੀ ਹੋਣ ਦੀ ਆਗਿਆ ਦੇਵੋ। ਭੋਲੀ ਮਾਤਾ ਉਸ ਵੇਲੇ ਕੀ ਜਾਣਦੀ ਸੀ ਕਿ ਮੇਰੇ ਬੱਚੇ ਨੇ ਕਿਹੜਾ ਅਹੁਦਾ ਪਾਉਣਾ ਹੈ। ਨਹੀਂ ਨਹੀਂ, ਉਹ ਤਾਂ ਇੱਕ ਐਸਾ ਅਹੁਦਾ ਧੁਰ ਦਰਗਾਹ ਤੋਂ ਹੀ ਲੈ ਕੇ ਆਇਆ ਹੋਇਆ ਹੈ, ਜਿਸ ਦੀ ਚਮਕ ਛੋਟੀ ਉਮਰ ਵਿੱਚ ਹੀ ਕਈ ਸਿਆਣੇ ਪੁਰਸ਼ਾਂ ਨੂੰ ਆਪਣਾ ਰੰਗ ਵਿਖਾ ਕੇ ਸਾਰੇ ਨਗਰ ਨਿਵਾਸੀਆਂ ਕੋਲੋਂ ਸੰਤ ਅਖਵਾ ਚੁੱਕਾ ਸੀ। ਪਹਿਲਾਂ ਤਾਂ ਮਾਤਾ ਜੀ ਨੇ ਫੌਜ ਵਿੱਚ ਜਾਣ ਤੋਂ ਰੋਕਿਆ ਤੇ ਆਖਿਆ, ਪੁੱਤ, ਘਰ ਖਾਣ ਪੀਣ ਨੂੰ ਬਹੁਤ ਕੁਝ ਹੈ, ਖੇਤੀਬਾੜੀ ਦਾ ਕੰਮ ਕਾਜ ਕਰੀ ਜਾਓ ਅਤੇ ਨਗਰ ਵਿੱਚ ਹੀ ਰਹਿ ਕੇ ਮੇਰੇ ਕਾਲਜੇ ਨੂੰ ਠੰਡ ਪਾਓ। ਪਰ ਸੰਤਾਂ ਨੂੰ ਰੱਬੀ ਹੁਕਮ ਮੋਹ ਮਾਇਆ ਦੇ ਚੱਕਰ ਵਿੱਚੋਂ ਨਿਕਲਣ ਦਾ ਹੋ ਚੁੱਕਾ ਸੀ। ਮਾਤਾ ਕੋਲੋਂ ਆਗਿਆ ਲੈ ਹੀ ਲਈ, ਮਾਤਾ ਜੀ, ਅਸੀਂ ਵੱਡਾ ਅਹੁਦਾ ਪਾਉਣਾ ਹੈ, ਸਾਨੂੰ ਨਾ ਰੋਕੋ। ਸੰਮਤ 1940 ਬਿਕਰਮੀ ਸੰਨ 1883 ਈਸਵੀ ਵਿੱਚ ਸੰਤ ਇੱਕ ਸਰੀਰ ਹੋਰ ਨਾਲ ਲੈ ਕੇ ਧਰਮਕੋਟ ਵਿੱਚ ਭਰਤੀ ਵਾਸਤੇ ਗਏ। ਸੰਤ ਜੀ ਦਾ ਤਾਂ ਨਾਵਾਂ ਲੱਗ ਗਿਆ ਤੇ ਦੂਜਾ ਸਾਥੀ ਪਿੰਡ ਮੁੜ ਆਇਆ। ਇੱਥੋਂ ਸੰਤ ਕੁਹਾਟ ਤੋਪਖਾਨੇ ਵਿੱਚ ਚਲੇ ਗਏ ਅਤੇ ਇੱਕ ਵਰ੍ਹਾ ਤੋਪਖਾਨੇ ਵਿੱਚ ਰਹੇ। ਸਾਰਾ ਦਿਨ ਨੌਕਰੀ, ਪਹਿਰਾ, ਸਫਾਈ, ਮਾਲਿਸ਼ ਦਾ ਕੰਮ ਬਹੁਤ ਰਹਿੰਦਾ। ਇਕਾਂਤ ਸਿਮਰਨ ਅਤੇ ਗੁਰਮੁਖੀ ਵਿਦਿਆ ਦੇ ਵਾਧੇ ਦਾ ਬਹੁਤ ਘੱਟ ਵਕਤ ਮਿਲਦਾ। ਇੱਕ ਦਿਨ ਸੰਤ ਜੀ ਮਹਾਰਾਜ ਸੂਬੇਦਾਰ ਦਲੇਲ ਸਿੰਘ ਨੂੰ, ਜੋ ਚੀਮੇ ਪਿੰਡ ਦਾ ਸੀ ਤੇ 54 ਸਿੱਖ ਪਲਟਨ ਵਿੱਚ ਕੁਹਾਟ ਹੀ ਰਹਿੰਦਾ ਸੀ, ਉਸ ਨੂੰ ਮਿਲੇ। ਗੱਲਬਾਤ ਖੁੱਲਣ ਪਰ ਸੰਤ ਜੀ ਨੇ ਸੂਬੇਦਾਰ ਦਲੇਲ ਸਿੰਘ ਨੂੰ ਆਖਿਆ ਕਿ ਅਸੀਂ ਤਾਂ ਫੌਜ ਵਿੱਚ ਇਸ ਖਿਆਲ ਨਾਲ ਭਰਤੀ ਹੋਏ ਸਾਂ ਕਿ ਧਰਮ ਦੀ ਕਮਾਈ ਦਾ ਅੰਨ ਛਕ ਕੇ ਬੰਦਗੀ ਕਰਾਂਗੇ ਅਤੇ ਨਾਲ ਵਿਦਿਆ ਦਾ ਵਾਧਾ ਕਰਾਂਗੇ। ਪਰ ਤੋਪਖਾਨੇ ਵਿੱਚ ਤਾਂ ਇੰਨਾ ਕੰਮ ਹੁੰਦਾ ਹੈ ਕਿ ਪੜ੍ਹਨ ਲਈ ਰੱਤਾ ਵੀ ਵਿਹਲ ਨਹੀਂ ਮਿਲਦੀ। ਸੂਬੇਦਾਰ ਦਲੇਲ ਸਿੰਘ ਜੀ ਨੇ ਬੜੇ ਪ੍ਰੇਮ ਨਾਲ ਆਖਿਆ ਕਿ ਪਲਟਨ ਵਿੱਚ ਤੋਪਖਾਨੇ ਨਾਲੋਂ ਕੰਮ ਥੋੜ੍ਹਾ ਹੁੰਦਾ ਹੈ, ਅਸੀਂ ਤੁਹਾਡੀ ਬਦਲੀ 54 ਪਲਟਨ ਵਿੱਚ ਕਰਾ ਲਵਾਂਗੇ। ਸੂਬੇਦਾਰ ਦਲੇਲ ਸਿੰਘ ਰਹਿਣੀ ਬਹਿਣੀ ਅਤੇ ਕਹਿਣੀ ਦਾ ਪੱਕਾ ਸਿੱਖ ਸੀ। ਸਾਰੀ ਫੌਜ ਅਤੇ ਅਫਸਰ ਇਸ ਦੀ ਇੱਜ਼ਤ ਕਰਦੇ ਸਨ। ਥੋੜੇ ਦਿਨਾਂ ਵਿੱਚ ਹੀ ਇਸ ਨੇ ਸੰਤ ਜੀ ਮਹਾਰਾਜ ਨੂੰ ਆਪਣੀ ਪਲਟਨ ਕੰਪਨੀ ਨੰਬਰ 7 ਵਿੱਚ ਬਦਲੀ ਕਰਵਾ ਲਿਆ। ਵਿਆਹ ਬਾਰੇ 6 ਮਹੀਨੇ ਮਗਰੋਂ ਸੰਤ ਜੀ 2 ਮਹੀਨੇ ਦੀ ਛੁੱਟੀ ਚੀਮੇ ਆਏ ਅਤੇ ਸਾਵਨ ਭਾਦਰੋਂ ਪਿੰਡ ਹੀ ਰਹੇ। ਇਸ ਸਮੇਂ ਡੇਰਾ ਭਾਈ ਬੂਟਾ ਸਿੰਘ ਜੀ ਦੀ, ਜਿੱਥੇ ਕਿ ਆਪ ਨੇ ਨਿੱਕਿਆਂ ਹੁੰਦਿਆਂ ਗੁਰਮੁਖੀ ਪੜ੍ਹੀ ਸੀ, ਟਹਿਲ ਸੇਵਾ ਕਰਵਾਈ। 5 ਦਿਨ ਵਾਸਤੇ ਜਵਾਹਰ ਕੀ ਬੇਬੇ ਨੂੰ ਮਿਲਣ ਗਏ। ਅੱਸੂ ਚੜ੍ਹਦੇ ਕੁਹਾਟ ਪਲਟਨ ਵਿੱਚ ਵਾਪਸ ਅੱਪੜ ਗਏ। ਜਦ ਸੰਤ ਜੀ ਪਿੰਡ ਛੁੱਟੀ ਆਏ ਸਨ, ਤਦ ਜ਼ਿਮੀਂਦਾਰ ਜੀਵਨ ਸਿੰਘ ਪਿੰਡ ਬਡਰੁੱਖੇ ਵਾਲਾ 1-2 ਵਾਰੀ ਚੀਮੇ ਆਇਆ। ਇਸ ਨੇ ਸੰਤ ਜੀ ਨੂੰ ਬੜਾ ਸੁਡੋਲ, ਸੁੰਦਰ ਅਤੇ ਹੋਣਹਾਰ ਨੌਜਵਾਨ ਵੇਖ ਕੇ ਆਪਣੀ ਸੁਪੁੱਤਰੀ ਮਹਾਕੌਰ ਲਈ ਯੋਗ ਵਰ ਸਮਝਿਆ। ਪਰ ਸਾਕਾਂ ਸੰਬੰਧੀਆਂ ਨਾਲ ਸਲਾਹ ਕਰਦਿਆਂ ਕੱਤਕ ਦਾ ਮਹੀਨਾ ਚੜ੍ਹ ਗਿਆ। ਹੁਣ ਸੰਤ ਕੁਹਾਟ ਪਲਟਨ ਵਿੱਚ ਵਾਪਸ ਜਾ ਚੁੱਕੇ ਸਨ। ਭਾਈ ਜੀਵਨ ਸਿੰਘ ਦੀ ਸੁਪਤਨੀ ਧਰਮ ਕੌਰ ਇੱਕ ਦਿਹਾੜੇ ਚੀਮੇ ਆਈ ਅਤੇ ਸੰਤ ਜੀ ਦੇ ਪਿਤਾ ਜੀ ਨੂੰ ਆਖਿਆ ਕਿ ਮੈਂ ਆਪਣੀ ਧੀ ਮਹਾਕੌਰ ਦੀ ਮੰਗਣੀ ਤੁਹਾਡੇ ਪੁੱਤਰ ਅਤਰ ਸਿੰਘ ਨਾਲ ਕਰਨੀ ਹੈ। ਪਿਤਾ ਕਰਮ ਸਿੰਘ ਨੇ ਉੱਤਰ ਦਿੱਤਾ ਕਿ ਹੁਣ ਤਾਂ ਉਹ ਕੁਹਾੜ ਚਲਾ ਗਿਆ ਹੈ, ਜਦੋਂ ਫੇਰ ਛੁੱਟੀ ਆਵੇਗਾ ਤਾਂ ਸਾਕ ਲੈ ਲਵਾਂਗੇ। ਧਰਮ ਕੌਰ ਬੋਲੀ, ਲੜਕਾ ਸਾਡੇ ਪਸੰਦ ਹੈ ਅਤੇ ਘਰ-ਬਾਰ ਵੇਖਿਆ ਹੋਇਆ ਹੈ, ਤੁਸੀਂ ਸਾਕ ਹੁਣ ਹੀ ਲੈ ਲਵੋ। ਪਿਤਾ ਕਰਮ ਸਿੰਘ ਜੀ ਬੋਲੇ, ਤੁਹਾਡੀ ਮਰਜ਼ੀ। ਹੁਣ ਜੋਗ ਦਿਹਾੜਾ ਦੇਖ ਕੇ ਭਾਈ ਜੀਵਨ ਸਿੰਘ ਨੇ ਆਪਣੀ ਲੜਕੀ ਦਾ ਸਗਨ ਪਿਤਾ ਕਰਮ ਸਿੰਘ ਦੀ ਅਤੇ ਮਾਤਾ ਭੋਲੀ ਦੀ ਝੋਲੀ ਵਿੱਚ ਪਾ ਦਿੱਤਾ।
ਪਿਤਾ ਜੀ ਨੇ ਪਲਟਨ ਵਿੱਚ ਸੰਤ ਜੀ ਨੂੰ ਚਿੱਠੀ ਪਾਈ। ਵਾਪਸੀ ਡਾਕ ਉੱਤਰ ਆਇਆ ਕਿ ਸਾਨੂੰ ਅਕਾਲ ਪੁਰਖ ਦਾ ਹੁਕਮ ਵਿਆਹ ਕਰਾਉਣ ਦਾ ਨਹੀਂ। ਜੇ ਕਾਕੀ ਦੇ ਮਾਤਾ ਪਿਤਾ ਦੀ ਰਜਾ ਹੋਵੇ ਤਾਂ ਇਹ ਸਾਕ ਸਾਡੇ ਛੋਟੇ ਭਰਾ ਜੈ ਸਿੰਘ ਨਾਲ ਕਰ ਦੇਵੋ। ਦੋਵੇਂ ਧਿਰਾਂ ਸਤਸੰਗੀ ਸਨ ਅਤੇ ਸੰਤ ਜੀ ਦਾ ਉੱਤਰ ਸਪਸ਼ਟ ਸੀ। ਉਹਨਾਂ ਸਾਕ ਬਦਲ ਦਿੱਤਾ ਤੇ ਮਹਾਂਕੌਰ ਦਾ ਨਾਤਾ ਜੈ ਸਿੰਘ ਨਾਲ ਹੋ ਗਿਆ। ਅੰਮ੍ਰਿਤ ਛਕਣਾ। ਹੁਣ ਸਮਾਂ ਆ ਗਿਆ ਕਿ ਸਤਿਗੁਰੂ ਦੀ ਮਰਿਆਦਾ ਅਨੁਸਾਰ ਸੰਤ ਜੀ ਸੱਚੇ ਪਾਤਸ਼ਾਹ ਗੁਰੂ ਕਲਗੀਧਰ ਜੀ ਮਹਾਰਾਜ ਦੀ ਅਕਾਲੀ ਫੌਜ ਵਿੱਚ ਭਰਤੀ ਹੋਣ। ਪਲਟਨ ਦਾ ਦਸਤੂਰ ਸੀ ਕਿ ਜਦੋਂ ਕੋਈ ਯੋਗ ਸਮਾਗਮ ਹੁੰਦਾ ਸਾਰੇ ਨਵੇਂ ਰੰਗਰੂਟਾਂ ਨੂੰ ਅੰਮ੍ਰਿਤ ਛਕਾਇਆ ਜਾਂਦਾ। ਉਸ ਸਮੇਂ ਸਿੱਖ ਫੌਜਾਂ ਵਿੱਚ ਪ੍ਰਚਾਰ ਅਤੇ ਅੰਮ੍ਰਿਤ ਛਕਾਉਣ ਦੀ ਸੇਵਾ ਸੰਬੰਧੀ ਗਿਆਨੀ ਠਾਕੁਰ ਸਿੰਘ ਜੀ ਅੰਮ੍ਰਿਤਸਰ ਵਾਲੇ ਦੌਰਾ ਕਰਦੇ ਹੁੰਦੇ ਸਨ। ਆਪ ਦੌਰਾ ਕਰਦੇ ਕਰਦੇ ਕੋਹਾਟ ਛਾਉਣੀ ਆ ਗਏ ਤੇ ਅੰਮ੍ਰਿਤ ਛਕਾਉਣ ਦੀ ਤਿਆਰੀ 54 ਪਲਟਨ ਦੇ ਗੁਰਦੁਆਰੇ ਵਿੱਚ ਹੋਈ। ਭਾਈ ਜੋਧ ਸਿੰਘ ਜੀ ਗ੍ਰੰਥੀ, ਗਿਆਨੀ ਠਾਕੁਰ ਸਿੰਘ ਜੀ, ਸੂਬੇਦਾਰ ਦਲੇਲ ਸਿੰਘ ਜੀ, ਹਵਾਲਦਾਰ ਹੀਰਾ ਸਿੰਘ ਜੀ ਅੰਮ੍ਰਿਤ ਛਕਾਉਣ ਦੀ ਸੇਵਾ ਲਈ ਤਿਆਰ ਹੋਏ। ਪੰਜਵੇਂ ਪਿਆਰੇ ਦੀ ਅਜੇ ਖੋਜ ਭਾਲ ਹੋ ਰਹੀ ਸੀ ਕਿ ਇੱਕ ਰੂਹਾਨੀ ਚਿਹਰੇ ਵਾਲੇ ਸੂਰਬੀਰ ਨਿਹੰਗ ਸਿੰਘ ਨੇ ਪਲਟਨ ਦੇ ਗੁਰਦੁਆਰੇ ਵਿੱਚ ਆ ਦੀਦਾਰੇ ਦਿੱਤੇ। ਗਿਆਨੀ ਠਾਕੁਰ ਸਿੰਘ ਜੀ ਨੇ ਅਕਾਲੀ ਸਿੰਘ ਨੂੰ ਬੇਨਤੀ ਕੀਤੀ ਕਿ ਸਾਨੂੰ ਅੰਮ੍ਰਿਤ ਛਕਾਉਣ ਲਈ ਪੰਜਵੇਂ ਗੁਰਮੁਖ ਦੀ ਲੋੜ ਹੈ। ਆਪ ਨੇ ਬੜੇ ਭਲੇ ਵੇਲੇ ਦਰਸ਼ਨ ਦਿੱਤੇ ਹਨ। ਅਕਾਲੀ ਸਿੰਘ ਨੇ ਆਖਿਆ, ਖਾਲਸਾ ਤਾਂ ਸਤਿਗੁਰੂ ਕਲਗੀਆਂ ਵਾਲੇ ਦੇ ਹੁਕਮ ਵਿੱਚ ਇਸੇ ਕਾਰਜ ਲਈ ਕਮਰ ਕੱਸਾ ਕਰਕੇ ਆਇਆ ਹੈ। ਬਸ ਹੁਣ ਕੀ ਦੇਰ ਸੀ। ਅੰਮ੍ਰਿਤ ਛਕਣ ਦੇ ਅਭਿਲਾਖੀ ਰਹਿਤ ਬਹਿਤ ਪੂਰੀ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਖੜੇ ਹੋ ਗਏ ਅਤੇ ਜਥੇਦਾਰ ਨੇ ਉਹਨਾਂ ਨੂੰ ਮੂਲ ਮੰਤਰ ਦਾ ਪਾਠ ਕਰੀ ਜਾਣ ਦਾ ਹੁਕਮ ਦਿੱਤਾ। ਪੰਜ ਪਿਆਰੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਚਰਨ ਕਮਲਾਂ ਦਾ ਧਿਆਨ ਕਰਕੇ ਕਮਰ ਕੱਸਾ ਸਜਾ ਸੱਚੇ ਪਾਤਸ਼ਾਹ ਦਾ ਹੁਕਮ ਪਾਲਣ ਲਈ ਤਿਆਰ ਹੋ ਗਏ। ਗ੍ਰੰਥੀ ਸਿੰਘ ਨੇ ਪ੍ਰੇਮ ਅਤੇ ਸਤਿਕਾਰ ਨਾਲ ਪੰਜਾਂ ਪਿਆਰਿਆਂ ਦੀ ਰਹਿਣੀ ਬਹਿਣੀ ਦੀ ਪੜਤਾਲ ਕੀਤੀ। ਫਿਰ ਜਥੇਦਾਰ ਭਾਈ ਜੋਧ ਸਿੰਘ ਜੀ ਨੇ ਖੰਡਾ ਹੱਥ ਵਿੱਚ ਫੜਿਆ ਅਤੇ ਸਤਿਗੁਰੂ ਸੱਚੇ ਪਾਤਸ਼ਾਹ ਦੀ ਦਰਗਾਹ ਵਿੱਚ ਅਰਦਾਸਾ ਸੋਧਿਆ ਤੇ ਬੇਨਤੀ ਕੀਤੀ, ਹੇ ਸੱਚੇ ਦਸ਼ਮੇਸ਼ ਪਿਤਾ, ਮਾੜੇ ਹਾਂ ਚੰਗੇ ਹਾਂ ਪਰ ਤੇਰੇ ਹਾਂ। ਤੇਰੀ ਓਟ ਤੇ ਆਸਰਾ ਲੈ ਕੇ ਆਪ ਦਾ ਹੁਕਮ ਪਾਲਣ ਲਈ ਕਮਰ ਕੱਸਾ ਕਰਦੇ ਹਾਂ। ਸਾਡੇ ਵਿੱਚ ਕੋਈ ਗੁਣ ਨਹੀਂ। ਹਮ ਅਵਗੁਣ ਭਰੇ ਏਕ ਗੁਣ ਨਾਹੀ, ਅੰਮ੍ਰਿਤ ਛਾੜ ਬਿਖੈ ਬਿਖ ਖਾਈ। ਮਾਇਆ ਮੋਹ ਭਰਮ ਪੈ ਭੂਲੇ, ਸੁਤ ਦਾਰਾ ਸਿਓ ਪ੍ਰੀਤ ਲਗਾਈ। ਇਕ ਉਤਮ ਪੰਥ ਸੁਣਿਓ ਗੁਰ ਸੰਗਤ, ਤਿਹ ਮਿਲੰਤ ਜਮ ਤਰਾਸ ਮਿਟਾਈ। ਇਕ ਅਰਦਾਸ ਭਾਟ ਕੀਰਤ ਕੀ, ਗੁਰ ਰਾਮਦਾਸ ਰਾਖੋ ਸਰਨਾਈ। ਤੁਸੀਂ ਆਪਣੇ ਬਿਰਧ ਬਾਣੀ ਦੀ ਲਾਜ ਰੱਖਣੀ, ਆਪਣੀ ਕਲਾ ਦੁਆਰਾ ਪ੍ਰੇਮ ਰਾਸ, ਵੀਰ ਰਾਸ, ਨਾਮ ਰਸ ਦਾ ਪ੍ਰਕਾਸ਼ ਕਰਨਾ ਅਤੇ ਜੋ ਭੁਜੰਗੀ ਆਪ ਦੀ ਦਰਗਾਹ ਵਿੱਚ ਅੰਮ੍ਰਿਤ ਦੀ ਦਾਤ ਲੈਣ ਲਈ ਹਾਜ਼ਰ ਹੋਏ ਹਨ, ਉਹਨਾਂ ਦੇ ਹਿਰਦੇ ਵਿੱਚ ਪ੍ਰੇਮ ਰਸ, ਵੀਰ ਰਸ, ਨਾਮ ਰਸ ਸਿੰਚਣਾ ਅਤੇ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਉਣੀ। ਅਰਦਾਸਾ ਹੁੰਦਿਆਂ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਹੁਕਮ ਸੁਣ ਕੇ ਪੰਜ ਪਿਆਰੇ ਵੀਰ ਆਸਨ ਹੋ ਬੈਠੇ। ਜਥੇਦਾਰ ਜੀ ਨੇ ਸਰਬਲੋਹ ਦੇ ਗੜਵੇ ਵਿੱਚੋਂ ਸਰਬਲੋਹ ਦੇ ਲਿਸ਼ਕ ਦੇ ਬਾਟੇ ਵਿੱਚ, ਜੋ ਕਿ ਇੱਕ ਆਸਨ ਪਰ ਸਜੇ ਹੋਏ ਪੱਥਰ ਦੇ ਸੁਨਹਿਰੇ ਤੇ ਅਡੋਲ ਟਿਕਿਆ ਹੋਇਆ ਸੀ, ਆਪਣੀ ਹੱਥੀਂ ਜਲ ਪਾਇਆ ਅਤੇ ਪੰਜਾਂ ਪਿਆਰਿਆਂ ਨੇ ਆਪਣੇ ਬੁੱਕਾਂ ਵਿੱਚ ਪਤਾਸੇ ਪਾ ਕੇ ਬਾਟੇ ਵਿੱਚ ਪ੍ਰਵੇਸ਼ ਕਰ ਦਿੱਤੇ। ਹੁਣ ਪੰਜਾਂ ਪਿਆਰਿਆਂ ਨੇ ਸਾਵਧਾਨ ਹੋ ਕੇ ਇੱਕ ਟਾਕ ਆਪਣੀ ਨਿਗਾਹ ਜਲ ਤੇ ਠਹਿਰਾਈ। ਫਿਰ ਪੰਜਾਂ ਪਿਆਰਿਆਂ ਚੋਂ ਪਹਿਲੇ ਨੇ ਜਪਜੀ ਸਾਹਿਬ, ਦੂਜੇ ਨੇ ਜਾਪ ਸਾਹਿਬ, ਤੀਸਰੇ ਨੇ ਸੁਦਾ ਸਵਈਏ, ਚੌਥੇ ਨੇ ਚੌਪਈ ਸਾਹਿਬ,
ਪੰਜਵੇਂ ਨੇ ਪੂਰੇ ਆਨੰਦ ਸਾਹਿਬ ਦਾ ਪਾਠ ਕੀਤਾ। ਇਸ ਦੇ ਮਗਰੋਂ ਅਰਦਾਸਾ ਸੋਧ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਹੁਕਮ ਲਿਆ ਗਿਆ ਅਤੇ ਅੰਮ੍ਰਿਤ ਦਾ ਬਾਟਾ ਡੋਲ ਪੱਥਰ ਦੀ ਦੌਰੀ ਤੇ ਇੱਕ ਪਿਆਰੇ ਦੇ ਪਹਿਰੇ ਵਿੱਚ ਟਿਕਾ ਦਿੱਤਾ ਗਿਆ। ਇਧਰ ਤਾਂ ਪੰਜ ਪਿਆਰੇ ਅੰਮ੍ਰਿਤ ਤਿਆਰ ਕਰ ਰਹੇ ਅਤੇ ਉਧਰ ਅੰਮ੍ਰਿਤ ਬਲਾਖੀ ਜਥੇਦਾਰ ਸਾਹਿਬ ਜੀ ਦੀ ਆਗਿਆ ਪਾਲਣ ਕਰਦਿਆਂ ਹੋਇਆਂ ਗੁਰੂ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਧਿਆਨ ਰੱਖ ਕੇ ਇੱਕ ਰਸ ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਦਾ ਜਾਪ ਕਰਦੇ ਰਹੇ। ਇਸ ਵੇਲੇ ਕਿਸ ਨੂੰ ਪਤਾ ਸੀ ਕਿ 54 ਪਲਟਨ ਦਾ ਇੱਕ ਮਾਮੂਲੀ ਸਿਪਾਹੀ ਜੋ ਅੰਮ੍ਰਿਤ ਪਾਨ ਕਰਨ ਲਈ ਖੜਾ ਹੈ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਘਰ ਵਿੱਚ ਵੱਡਾ ਅਹੁਦਾ ਪਾਵੇਗਾ। ਸਾਰੀ ਸ੍ਰਿਸ਼ਟੀ ਤੇ ਸਤਿਨਾਮ ਵਾਹਿਗੁਰੂ ਦਾ ਚੱਕਰ ਚਲਾਵੇਗਾ ਅਤੇ ਲੱਖਾਂ ਤਰਸਦਿਆਂ ਜੀਵਾਂ ਨੂੰ ਅੰਮ੍ਰਿਤ ਦੀ ਅਮੋਲਕ ਦਾਤ ਬਖਸ਼ੇਗਾ। ਤਿਨ ਧਨ ਜਣੇ ਦੀ ਮਾਓ ਆਏ ਸਫਲ ਸੇ ਹਾਂ ਮਾਤਾ ਭੋਲੀ ਤੇਰੀ ਕੁੱਖ ਧਨ ਹੈ। ਤੇਰਾ ਸਪੁੱਤਰ ਅਤਰ ਸਿੰਘ ਜੋ ਤੇਰੇ ਨਾਲ ਵੱਡਾ ਅਹੁਦਾ ਪਾਉਣ ਦਾ ਬਚਨ ਕਰਕੇ ਆਇਆ ਸੀ ਆਪਣਾ ਵਾਕ ਸਫਲਾ ਕਰੇਗਾ। ਖਾਲਸਾ ਮੇਰੋ ਰੂਪ ਹੈ ਖਾਸ ਖਾਲਸੇ ਮਹਿ ਹਉ ਕਰੋ ਨਿਵਾਸ ਅਤੇ ਦੀਨ ਦੁਨੀਆ ਦਾ ਪਾਤਸ਼ਾਹ ਹੋਣ ਕਰਕੇ ਸਾਰੀ ਸ੍ਰਿਸ਼ਟੀ ਨੂੰ ਨਿਵਾਏਗਾ। ਸ਼ਲੋਕ ਮਹੱਲਾ ਤੀਜਾ। ਭਗਤ ਜਨਾ ਕਉ ਆਪ ਤੁਠਾ ਮੇਰਾ ਪਿਆਰਾ ਆਪੇ ਲਇਨ ਜਨ ਲਾਇ ਪਾਤਸ਼ਾਹੀ ਭਗਤ ਜਨਾ ਕਉ ਦਿੱਤੀ ਅਨ ਸਿਰ ਛਤਰ ਸੱਚਾ ਹਰਿ ਬਣਾਇ ਸਦਾ ਸੁਖੀਏ ਨਿਰਮਲੇ ਸਤਿਗੁਰ ਕੀ ਕਾਰ ਕਮਾਏ। ਰਾਜੇ ਓਏ ਨਾ ਆਖੀਐ ਹੈ ਭੇੜ ਮਰਹਿ ਫਿਰ ਜੂਨੀ ਪਾਹੇ ਨਾਨਕ ਵਿਣ ਨਾਵੈ ਨੱਕੀ ਵੱਡੇ ਫਿਰ ਹੈ ਸੋਭਾ ਮੂਲ ਨਾ ਪਾਹੇ। ਹੁਣ ਜਥੇਦਾਰ ਸਾਹਿਬ ਨੇ ਅੰਮ੍ਰਿਤ ਬਲਾਖੀਆਂ ਨੂੰ ਸਾਵਧਾਨ ਕੀਤਾ ਤੇ 5 ਵਾਰੀ ਮੂਲ ਮੰਤਰ ਦਾ ਪਾਠ ਉਹਨਾਂ ਪਾਸੋਂ ਆਪਣੇ ਪਿੱਛੇ ਪਿੱਛੇ ਕਰਵਾਇਆ। ਫਿਰ ਵਾਰੀ-ਵਾਰੀ ਬੋਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੀ ਗੂੰਜ ਵਿੱਚ ਸਭ ਅੰਮ੍ਰਿਤ ਬਲਾਖੀਆਂ ਨੂੰ ਸਾਂਝਾ ਬਾਟਾ ਫੇਰਾਵਣ ਦੇ ਮਗਰੋਂ ਜਥੇਦਾਰ ਸਾਹਿਬ ਨੇ ਉੱਚੀ ਆਵਾਜ਼ ਵਿੱਚ ਜੈਕਾਰਾ ਬੁਲਾਇਆ ਤੇ ਸਭ ਨੂੰ ਸਾਵਧਾਨ ਕੀਤਾ। ਫੇਰ ਹਰ ਸੱਚੇ ਤਖਤ ਰਚਾਇਆ ਸਤ ਸੰਗਤ ਮੇਲਾ ਨਾਨਕ ਨਿਰਭਉ ਨਿਰੰਕਾਰ ਵਿੱਚ ਸਿੱਧਾਂ ਖੇਲਾ ਗੁਰਦਾਸ ਮਨਾਈ ਕਾਲ ਕਾ ਖੰਡੇ ਕੀ ਵੇਲਾ ਪੀਓ ਪਾਹੁਲ ਖੰਡ ਧਾਰ ਹੋਏ ਜਨਮ ਸੁਹੇਲਾ ਸੰਗਤ ਕੀਨੀ ਖਾਲਸਾ ਮਨ ਮੁਖੀ ਦੁਹੇਲਾ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ। ਭਾਈ ਗੁਰਦਾਸ ਜੀ। ਸ਼ਬਦ ਜੋਟੀਆਂ ਵਿੱਚ ਪੜਾਇਆ। ਸ਼ਬਦ ਦੇ ਭੋਗ ਮਗਰੋਂ ਸਭ ਅੰਮ੍ਰਿਤ ਛਕਣ ਵਾਲਿਆਂ ਨੂੰ ਜਥੇਦਾਰ ਸਾਹਿਬ ਨੇ ਸੁਣਾਇਆ ਕਿ ਅੱਜ ਤੋਂ ਤੁਹਾਡਾ ਜਨਮ ਖਾਲਸਾ ਹੋਇਆ। ਅੱਜ ਤੋਂ ਤੁਹਾਡਾ ਪਿਤਾ ਗੁਰੂ ਗੋਬਿੰਦ ਸਿੰਘ ਜੀ, ਮਾਤਾ ਸਾਹਿਬ ਕੌਰ ਜੀ, ਜਨਮ ਭੂਮੀ ਕੇਸਗੜ੍ਹ ਸਾਹਿਬ ਜਿੱਥੇ ਕਲਗੀਧਰ ਜੀ ਮਹਾਰਾਜ ਨੇ 5 ਪਿਆਰਿਆਂ ਦਾ ਸੀਸ ਭੇਟਾ ਲੈ ਕੇ ਖਾਲਸਾ ਪ੍ਰਗਟ ਕੀਤਾ। ਵਾਸੀ ਆਨੰਦਪੁਰ ਸਾਹਿਬ ਬੇਗਮਪੁਰਾ ਸ਼ਹਿਰ ਕੋ ਨਾਓ ਗੁਰਦੁਆਰਾ ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਨਿਵਾਸ ਹੋਵੇ। 5 ਕਕਾਰ ਕੜਾ ਕੰਗਾ ਕੇਸ ਕਸ਼ਹਿਰਾ ਕਿਰਪਾਨ
ਸਦਾ ਅੰਗ ਸੰਗ ਰੱਖਣੇ ਅਤੇ 4 ਬੱਜਰ ਕੁਰਹਿਤਾਂ, ਕੇਸਾਂ ਦੀ ਬੇਅਦਬੀ, ਪੈਰ ਦੇ ਅੰਗੂਠੇ ਤੋਂ ਲੈ ਕੇ ਸੀਸ ਦੀ ਚੋਟੀ ਤੀਕਰ ਸਾਰੇ ਰੋਮ। ਦੂਸਰਾ ਪਰ ਇਸਤਰੀ ਗਮਨ, ਪਰ ਬੇਟੀ ਕੋ बेटी जानै, पर स्त्री को मात बखानै। तीसरा बिखिया पान, तमाकू, चरस, चंडू, सुल्फा आदिक। चौथा है कुट्ठा, अपाखिया का कुट्ठा बकरा खाना। जे सकता सकते कौ मारे, ता मन रोस न होई रहाओ। सकता सी हो मारे पै वगै, ਖਸਮੈ ਸਾਪੁਰ ਸਾਈ। ਭੁੱਲ ਕੇ ਵੀ ਨਾ ਕਰਨੀਆਂ। ਇਹਨਾਂ ਦੇ ਕਰਨ ਨਾਲ ਸਿੱਖ ਸਿੱਖੀ ਤੋਂ ਪਤਿਤ ਹੋ ਜਾਂਦਾ ਹੈ ਅਤੇ ਮਾਤਾ ਸਾਹਿਬ ਕੌਰ ਜੀ ਦੀ ਝੋਲੀ ਵਿੱਚੋਂ ਡਿੱਗ ਪੈਂਦਾ ਹੈ। ਖਰੇ ਖਜ਼ਾਨੇ ਪਾਈਐ ਹੈ, ਖੋਟੇ ਸਟੀਐ ਹੈ ਬਾਹਰ ਵਾਰ। ਫੇਰ ਸਭ ਨੂੰ ਗੁਰਮੰਤਰ ਦ੍ਰਿੜਾਇਆ। ਵਾਹਿਗੁਰੂ ਗੁਰਮੰਤਰ ਹੈ, ਜਪ ਹਉ ਮੈਂ ਖੋਈ। ਭਾਈ ਗੁਰਦਾਸ ਜੀ। ਅੰਮ੍ਰਿਤ ਵੇਲੇ ਜਾਗਣ ਅਤੇ 5 ਬਾਣੀਆਂ ਦਾ ਪਾਠ ਨਿਤਨੇਮ ਨਾਲ ਕਰਨ ਦਾ ਉਪਦੇਸ਼ ਕੀਤਾ। ਮਹੱਲਾ ਚੌਥਾ। ਗੁਰ ਸਤਿਗੁਰ ਕਾ ਜੋ ਸਿੱਖ ਖਾਏ, ਸੋ ਭਲਕੇ ਉਠ ਹਰਿ ਨਾਮ ਧਿਆਵੈ। ਉਦਮ ਕਰੇ ਭਲਕੇ ਪ੍ਰਭਾਤੀ, ਇਸਨਾਨ ਕਰੇ ਅੰਮ੍ਰਿਤ ਸਰ ਨਾਵੈ। ਉਪਦੇਸ਼ ਗੁਰੂ ਹਰ ਹਰ ਜਪ ਜਾਪੈ, ਸਭ ਕਿਲ ਵਿਖ ਪਾਪ ਦੋਖ ਲਹਿ ਜਾਵੈ। ਫਿਰ ਚੜ੍ਹੈ ਦਿਵਸ ਗੁਰਬਾਣੀ ਗਾਵੈ, ਬਹਿਦਿਆ ਉਠਦਿਆ ਹਰ ਨਾਮ ਧਿਆਵੈ। ਜੋ ਸਾਸ ਗਿਰਾਸ ਧਿਆਏ ਮੇਰਾ ਹਰ ਹਰ, ਸੋ ਗੁਰ ਸਿੱਖ ਗੁਰੂ ਮਨ ਭਾਵੈ। ਜਿਸਨੂੰ ਦਇਆਲ ਹੋਵੈ ਮੇਰਾ ਸੁਆਮੀ, ਤਿਸ ਗੁਰ ਸਿੱਖ ਗੁਰੂ ਉਪਦੇਸ਼ ਸੁਣਾਵੈ। ਜਨ ਨਾਨਕ ਤੂੜ ਮੰਗੈ ਤਿਸ ਗੁਰ ਸਿੱਖ ਕੀ, ਜੋ ਆਪ ਜਪੈ ਅਵਰਹਿ ਨਾਮ ਜਪਾਵੈ। ਹਰ ਇੱਕ ਅੰਮ੍ਰਿਤਧਾਰੀ ਸਿੱਖ ਦਾ ਧਰਮ ਹੈ ਕਿ ਘੱਟੋ ਘੱਟ 5 ਬਾਣੀਆਂ ਨਿਤਨੇਮ ਜ਼ਰੂਰ ਕਰੇ। ਅੰਮ੍ਰਿਤ ਵੇਲੇ ਜਪਜੀ ਸਾਹਿਬ, ਜਾਪ ਸਾਹਿਬ, ਤੁਐ ਪ੍ਰਸਾਦ ਸਵਈਏ, ਚੌਪਈ, ਆਨੰਦ ਸਾਹਿਬ ਪੂਰਾ ਪਾਠ ਕਰਕੇ ਅਰਦਾਸਾ ਸੋਧੇ। ਸ਼ਾਮ ਦੇ ਵਕਤ ਰਹਿਰਾਸ ਸਾਹਿਬ, ਚੌਪਈ ਸਾਹਿਬ, 5 ਪੌੜੀਆਂ ਆਨੰਦ ਸਾਹਿਬ। ਰਾਤ ਬਿਰਾਜਣ ਸਮੇਂ ਕੀਰਤਨ ਸੋਹਿਲਾ। ਅੰਤਮ ਉਪਦੇਸ਼ ਸਤ ਸੰਗ ਵਧਾਵਨ। ਗੁਰਮੁਖ ਨਾਮ ਦੇ ਰਸੀਆਂ ਨਾਲ ਪਰਸਪਰ ਮਿਲਾਪ। ਹਰੇ ਕੀਰਤਨ, ਹਰੀ ਕਥਾ, ਸ਼ਬਦ ਦੀ ਵਿਚਾਰ ਅਤੇ ਕੁਸੰਗ। ਗੁਰ ਨਿੰਦਕ ਅਤੇ ਵਿਖਈ ਪੁਰਸ਼ਾਂ ਦੀ ਸੰਗਤ ਤੋਂ ਬਚਣ ਲਈ ਪ੍ਰਪੱਕ ਕੀਤਾ। ਕਬੀਰ ਸਾਖਤ ਸੰਗ ਨਾ ਕੀਜੀਐ, ਦੂਰ ਰਹਿ ਜਾਈਐ ਭਾਗ। ਬਾਸਨ ਕਾਰੋ ਪਰਸੀਐ, ਤਉ ਕਛ ਲਾਗੈ ਦਾਗ। 4 ਗੱਲਾਂ ਖਾਸ ਤੌਰ ਤੇ ਯਾਦ ਰੱਖਣ ਦਾ ਹੁਕਮ ਦਿੱਤਾ। ਨੰਬਰ 1, ਹੱਥਾਂ ਪੈਰਾਂ ਨਾਲ ਚੋਰੀ ਜਾਰੀ ਨਹੀਂ ਕਰਨੀ। 2, ਕੰਨਾਂ ਨਾਲ ਨਿੰਦਾ ਨਹੀਂ ਸੁਣਨੀ। 3, ਜੀਭ ਨਾਲ ਨਿੰਦਾ ਨਹੀਂ ਕਰਨੀ। 4, ਅੱਖਾਂ ਨਾਲ ਪਰਾਇਆ ਧਨ ਤੇ ਪਰਾਇਆ ਤਨ ਦੇਖ ਕੇ ਨਹੀਂ ਸੜਨਾ। ਫਿਰ ਅੰਤਮ ਅਰਦਾਸਾ ਸੋਧ ਕੇ ਗੁਰੂ ਗ੍ਰੰਥ ਸਾਹਿਬ ਜੀ ਦਾ ਹੁਕਮ ਲਿਆ, ਕੜਾਹ ਪ੍ਰਸ਼ਾਦ ਵਰਤਾਇਆ ਤੇ ਸਾਰਿਆਂ ਅੰਮ੍ਰਿਤ ਪਾਨ ਕਰਨ ਵਾਲਿਆਂ ਨੂੰ ਇੱਕ ਬਾਟੇ ਵਿੱਚ ਕੜਾਹ ਪ੍ਰਸ਼ਾਦ ਛਕਾ ਕੇ ਵੀਰ ਖਾਲਸੇ ਨੂੰ ਸੱਚੇ ਭਾਈ ਹੋਣ ਦਾ ਸਬਕ ਦ੍ਰਿੜ ਕਰਾਇਆ। ਜਦ ਅੰਮ੍ਰਿਤ ਪ੍ਰਚਾਰ ਹੋ ਚੁੱਕਾ, ਤਦ ਨੂਰਾਨੀ ਚਿਹਰੇ ਵਾਲਾ ਅਕਾਲੀ ਸਿੰਘ ਕੜਾਹ ਪ੍ਰਸ਼ਾਦ ਲੈ ਕੇ ਆਪਣੇ ਰਾਹ ਪਿਆ। ਬਾਕੀ ਅੰਮ੍ਰਿਤ ਛਕਣ ਵਾਲੇ ਪ੍ਰੇਮੀ ਆਪਣੇ ਆਪਣੇ ਡੇਰਿਆਂ ਨੂੰ ਚਲੇ ਗਏ। ਪਰ ਸਿਪਾਹੀ ਅਤਰ ਸਿੰਘ ਉਸੇ ਦਿਨ ਤੋਂ ਪਲਟਨ ਦੇ ਗੁਰਦੁਆਰੇ ਟਿਕ ਪਿਆ ਅਤੇ ਭਾਈ ਜੋਧ ਸਿੰਘ ਜੀ ਗ੍ਰੰਥੀ ਦਾ ਅਰਦਲੀ ਬਣ ਗਿਆ। ਤੈ ਸਾਹਿਬ ਕੀ ਬਾਤ ਜੇ ਆਖੈ, ਕਹੋ ਨਾਨਕ ਕਿਆ ਦੀਜੈ।
ਸੀਸ ਵੱਡੇ ਕਰ ਬੈਸਣ ਦੀਜੈ, ਵਿਣ ਸਿਰ ਸੇਵ ਕਰੀਜੈ। ਸੂਬੇਦਾਰ ਦਲੇਲ ਸਿੰਘ ਜੀ ਨੇ ਸੰਤ ਜੀ ਦਾ ਪਹਿਰਾ ਮੁਆਫ ਕਰਵਾ ਦਿੱਤਾ। ਪਰੇਡ ਮਗਰੋਂ ਸਾਰਾ ਦਿਨ ਹੀ ਸੰਤ ਜੀ ਗੁਰਦੁਆਰੇ ਦੀ ਟਹਿਲ ਕਰਦੇ, ਝਾੜੂ ਦੇ ਕੇ ਦਰੀਆਂ ਝਾੜ ਵਿਛਾਉਂਦੇ, ਗ੍ਰੰਥੀ ਜੋਧ ਸਿੰਘ ਜੀ ਦਾ ਪ੍ਰਸ਼ਾਦਾ ਤਿਆਰ ਕਰਕੇ ਤੇ ਉਹਨਾਂ ਨੂੰ ਛਕਾ ਕੇ ਫੇਰ ਆਪ ਛਕਦੇ। ਉਸ ਤੋਂ ਮਗਰੋਂ ਸਾਰਾ ਦਿਨ ਗੁਰਮੁਖੀ ਵਿਦਿਆ ਪੜ੍ਹਨ ਵਿੱਚ ਬਿਤਾਉਂਦੇ। ਰਾਤ ਨੂੰ ਭਾਈ ਜੋਧ ਸਿੰਘ ਜੀ ਦੀ ਟਹਿਲ ਸੇਵਾ ਕਰਕੇ 9 ਵਜੇ ਬਿਰਾਜ ਜਾਂਦੇ ਅਤੇ ਅੰਮ੍ਰਿਤ ਵੇਲੇ 2 ਵਜੇ ਹੀ ਜਾਗ ਪੈਂਦੇ। ਇਸ਼ਨਾਨ ਕਰਕੇ ਸ਼ਬਦ ਦਾ ਅਭਿਆਸ ਕਰਦੇ, ਫਿਰ ਨਿਤਨੇਮ ਕਰਨ ਦੇ ਮਗਰੋਂ ਪਰੇਡ ਵਿੱਚ ਜਾ ਹਾਜ਼ਰ ਹੁੰਦੇ। ਫੌਜ ਦੀ ਕਵਾਇਦ ਪਰੇਡ ਵਿੱਚ ਵੀ ਸੰਤ ਜੀ ਮਹਾਰਾਜ ਬੜੇ ਸਾਵਧਾਨ ਰਹਿੰਦੇ ਅਤੇ ਖਾਸ ਕਰ ਚਾਂਦਮਾਰੀ ਵਿੱਚ ਸੰਤ ਜੀ ਦੀ ਗੋਲੀ ਸਦਾ ਹੀ ਗੁਲਜਰੀ ਵਿੱਚ ਲੱਗਦੀ। ਇਸ ਸਮੇਂ ਹੀ ਪਲਟਨ ਦੇ ਸਾਰੇ ਪ੍ਰੇਮੀ ਸੰਤ ਜੀ ਮਹਾਰਾਜ ਨੂੰ ਸਾਧ ਕਰਕੇ ਪੁਕਾਰਨ ਲੱਗ ਪਏ। ਫਰਵਰੀ 1888 ਸੰਮਤ 1945 ਵਿੱਚ 54 ਪਲਟਨ ਦੇ ਬਦਲੇ ਕੁਹਾੜ ਤੋਂ ਡੇਰਾ ਗਾਜੀ ਖਾਂ ਹੋ ਗਈ। ਫੌਜ ਤਾਂ ਕੁਹਾੜ ਬੰਨੂ ਦੀ ਸੜਕ ਪੈ ਕੇ ਪੜਾ ਸਫ਼ਰ ਕਰਦੀ 2 ਕੁ ਮਹੀਨਿਆਂ ਵਿੱਚ ਡੇਰਾ ਗਾਜੀ ਖਾਂ ਪੁੱਜੀ। ਪਲਟਨ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਗ੍ਰੰਥੀ ਸਾਹਿਬ ਤੇ 60 ਕੁ ਜਨਾਨਾ ਸਵਾਰੀਆਂ ਤੇ ਬਾਲ ਬੱਚੇ ਫੌਜੀ ਪਹਿਰੇ ਵਿੱਚ ਖੁਸ਼ਹਾਲਗੜ੍ਹ ਤੋਂ ਗਾਜੀ ਘਾਟ ਵੱਲ ਕਿਸ਼ਤੀਆਂ ਵਿੱਚ ਤੁਰ ਪਏ। ਸੰਤ ਜੀ ਭਾਈ ਜੋਧ ਸਿੰਘ ਜੀ ਗ੍ਰੰਥੀ ਦੀ ਅਰਦਲ ਵਿੱਚ ਸਨ। 17 ਦਿਨਾਂ ਵਿੱਚ ਇਹ ਸਫ਼ਰ ਪੂਰਾ ਹੋਇਆ। ਇਸ ਸਮੇਂ ਸੰਤ ਜੀ ਨੇ ਬਾਬਾ ਜੋਧ ਸਿੰਘ ਜੀ ਦੀ ਅਤੁੱਟ ਸੇਵਾ ਕੀਤੀ। ਜਦੋਂ ਪੜਾਅ ਕਰਨ ਦੇ ਸਮੇਂ ਬੇੜੀਆਂ ਦਰਿਆ ਦੇ ਕੰਢੇ ਰੁੱਖਾਂ ਜਾਂ ਕਿੱਲਿਆਂ ਨਾਲ ਬੰਨ੍ਹ ਕੇ ਖੜੀਆਂ ਕਰਦੇ, ਤਦ ਸੰਤ ਜੀ ਬਾਬਾ ਜੀ ਲਈ ਬੜੇ ਪ੍ਰੇਮ ਨਾਲ ਪ੍ਰਸ਼ਾਦਾ ਤਿਆਰ ਕਰਕੇ ਉਹਨਾਂ ਨੂੰ ਛਕਾਉਂਦੇ। ਫਿਰ ਆਪ ਛਕ ਕੇ ਅਤੇ ਲੰਗਰ ਦੇ ਭਾਂਡੇ ਮਾਂਜ ਕੇ ਬਾਬਾ ਜੀ ਦੀ ਟਹਿਲ ਸੇਵਾ ਕਰ ਦਰਿਆ ਦੇ ਕੰਢੇ ਬੈਠ ਜਾਂਦੇ ਅਤੇ ਸਾਰੀ ਰਾਤ ਭਜਨ ਕਰਦੇ ਰਹਿੰਦੇ। ਅੰਮ੍ਰਿਤ ਵੇਲੇ ਬੇੜੀਆਂ ਦੇ ਤੁਰਨ ਤੋਂ ਪਹਿਲਾਂ ਹੀ ਬਾਬਾ ਜੀ ਨੂੰ ਜਲ ਪਾਣੀ ਛਕਾ ਦਿੰਦੇ ਅਤੇ ਪ੍ਰਸ਼ਾਦਾ ਸਜਾ ਕੇ ਨਾਲ ਰੱਖ ਲੈਂਦੇ। ਜਦ ਪ੍ਰਸ਼ਾਦ ਦਾ ਵਕਤ ਹੁੰਦਾ ਬਾਬਾ ਜੀ ਨੂੰ ਛਕਾ ਕੇ ਆਪ ਛਕਦੇ। ਫਿਰ ਥੋੜਾ ਬਿਰਾਜ ਕੇ ਸ਼ਾਮ ਤੀਕਰ ਨਾਮ ਸਿਮਰਨ ਵਿੱਚ ਲੱਗੇ ਰਹਿੰਦੇ। ਸ਼ਬਦ ਅਭਿਆਸ। ਇਸ ਤਰ੍ਹਾਂ ਦੀਨ ਦੁਨੀਆ ਦੀ ਕਾਰ ਕਰਦਿਆਂ ਹੋਇਆਂ ਇੱਕ ਦਿਨ ਭਾਈ ਜੋਧ ਸਿੰਘ ਜੀ ਨੂੰ, ਜੋ ਕਿ ਹਰ ਰੋਜ਼ ਧਿਆਨ ਵਿੱਚ ਕਈ ਘੰਟੇ ਅਡੋਲ ਮਗਨ ਬੈਠੇ ਰਹਿੰਦੇ ਅਤੇ ਚਿਹਰੇ ਤੇ ਇੱਕ ਖਾਸ ਖਿੜਾਓ ਹੁੰਦਾ, ਸੰਤ ਜੀ ਨੇ ਪੁੱਛਿਆ, ਬਾਬਾ ਜੀ ਆਪ ਇੰਨਾ ਚਿਰ ਕਿੱਥੇ ਜਾਂਦੇ ਹੋ? ਭਾਈ ਜੋਧ ਸਿੰਘ ਜੀ ਨੇ ਉੱਤਰ ਦਿੱਤਾ ਕਿ ਅਸੀਂ ਆਪਣੇ ਦੇਸ਼ ਜਾਂਦੇ ਹਾਂ। ਰਾਗ ਗੌੜੀ ਰਵਿਦਾਸ ਜੀ। ਬੇਗਮਪੁਰਾ ਸ਼ਹਿਰ ਕੋ ਨਾਉ, ਦੁਖਾਂ ਦੋਹ ਨਹੀਂ ਤਿਹ ਠਾਉ। ਨਾ ਸਸਵੀਸ ਖੇਰਾਜ ਨਾ ਮਾਲ, ਖੌਫ ਨਾ ਖਤਾ ਨਾ ਤਰਸ ਜਵਾਲ। ਅਬ ਮੋਹਿ ਖੂਬ ਵਤਨ ਗਹਿ ਪਾਈ, ਊਹਾਂ ਖੈਰ ਸਦਾ ਮੇਰੇ ਭਾਈ। ਰਹਾਉ ਕਾਇਮ ਦਾਇਮ ਸਦਾ ਪਾਤਸ਼ਾਹੀ, ਦੋਮ ਨਾ ਸੇਮ ਏਕ ਸੋ ਆਹੀ। ਆਬਾਦਾਨ ਸਦਾ ਮਸਹੂਰ, ਊਹਾਂ ਗਣੀ ਬਸਹਿ ਮਾਮੂਰ। ਤਿਉ ਤਿਉ ਸੈਲ ਕਰਹਿ ਜੋ ਭਾਵੈ, ਮਹਿਰ ਮਹਿਲ ਨਾ ਕੋ ਅਟਕਾਵੈ। ਕਹਿ ਰਵਿਦਾਸ ਖਲਾਸ ਚਮਾਰਾ, ਜੋ ਹਮ ਸਹਿਰੀ ਸੋ ਮੀਤ ਹਮਾਰਾ। ਫਿਰ ਸੰਤ ਜੀ ਨੇ ਬਾਬਾ ਜੀ ਨੂੰ ਹੱਥ ਜੋੜ ਕੇ ਬੇਨਤੀ ਕੀਤੀ, ਦਾਸ ਤੇ ਵੀ ਕਿਰਪਾ ਕਰੋ ਅਤੇ ਦੇਸ਼ ਨਿਰਾਕਾਰ ਦਾ ਦੇਸ਼ ਜਾਣ ਦੀ ਪੂਰੀ ਜੁਗਤ ਦੱਸੋ। ਬਾਬਾ ਜੀ ਨੇ, ਜੋ ਸੰਤ ਜੀ ਦੀ ਸੇਵਾ ਤੋਂ ਬੜੇ ਪ੍ਰਸੰਨ ਸਨ ਅਤੇ ਇਸ ਸਮੇਂ ਦੀ ਉਡੀਕ ਵਿੱਚ ਸਨ, ਬੜੇ ਪ੍ਰੇਮ ਨਾਲ ਖੋਲ ਕੇ ਸਮਝਾਇਆ ਕਿ ਸ਼ਬਦ ਗੁਰਮੰਤਰ ਦੇ ਆਸਰੇ ਹੀ ਪੌੜੀ ਸੁਰਤ ਸ਼ਬਦ ਵਿੱਚ ਲਿਵਲੀਨ ਕਰੀਦੀ ਹੈ। ਫਿਰ ਜਗਿਆਸੂ ਨੂੰ ਦੇਹ ਭੁੱਲ ਜਾਂਦੀ ਹੈ
ਅਤੇ ਇਸ ਤੋਂ ਪਰੇ ਹੋ ਕੇ ਸਾਖੀ ਦੇ ਸਰੂਪ ਵਿੱਚ ਮਗਨ ਹੋ ਜਾਂਦਾ ਹੈ। ਅਭਿਆਸ ਕਰਦਿਆਂ ਧਿਆਨ ਸਦਾ ਗੁਰਮੰਤਰ ਦੇ ਸਰੂਪ ਜਾਂ ਸਤਿਗੁਰੂ ਨਾਨਕ, ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਚਰਨਾਂ ਵਿੱਚ ਰੱਖੀਦਾ ਹੈ। ਫਿਰ ਬਾਬਾ ਜੀ ਨੇ ਸੰਤ ਜੀ ਨੂੰ 4 ਪੌੜੀਆਂ ਅਭਿਆਸ ਦੀਆਂ ਖੋਲ ਕੇ ਸਮਝਾਈਆਂ। ਨੰਬਰ 1, ਬੈਖਰੀ ਰਸਨਾ ਦੇ ਦੁਆਰਾ। ਨੰਬਰ 2, ਮੱਧਮ, ਜੀਭ ਦੀ ਟੀਸੀ ਹਿੱਲੇ, ਹੋਰ ਮੂੰਹ ਨਾ ਹਿੱਲੇ। ਨੰਬਰ 3, ਬਸੰਤੀ, ਸਵਾਸ ਦੁਆਰਾ। ਨੰਬਰ 4, ਫਿਰ ਪਰਾਂ ਵਿੱਚ ਅਭਿਆਸ ਕਰਦਿਆਂ ਕਰਦਿਆਂ ਸੋਤੇ ਸਿੱਧ ਹੀ ਸੁਰਤ ਸ਼ਬਦ ਵਿੱਚ ਲੀਨ ਹੋ ਜਾਂਦੀ ਹੈ। ਹਜ਼ੂਰੀ ਦੀ ਸਦਾ ਲੋੜ ਰਹਿੰਦੀ ਹੈ। ਸਿੱਖ ਹਰ ਸਮੇਂ ਸਤਿਗੁਰੂ ਨੂੰ ਹਾਜ਼ਰ ਨਾਜ਼ਰ ਸਮਝ ਕੇ ਅਭਿਆਸ ਕਰੇ ਅਤੇ ਜਦ ਚਿੱਤ ਡੋਲੇ ਬੇਨਤੀ ਕਰੇ, ਸਤਿਗੁਰੂ ਮਾੜਾ ਹਾਂ ਚੰਗਾ ਹਾਂ ਤੇਰਾ ਹਾਂ, ਕੋਟ ਅਪਰਾਧ ਭਰੇ ਭੀ ਤੇਰੇ ਚੇਰੇ ਰਾਮ। ਮਾਘ 1944 ਬਿਕਰਮੀ ਵਿੱਚ ਸੰਤ ਜੀ ਦੇ ਪਿਤਾ ਦਾ ਦੇਹਾਂਤ ਹੋ ਗਿਆ। ਮਾਤਾ ਜੀ ਦੀ ਚਿੱਠੀ ਆਈ, ਜਵਾਬ ਦਿੱਤਾ ਕਿ ਅਸੀਂ ਘਰ ਆਵਾਂਗੇ। ਸੰਮਤ 1944 ਬਿਕਰਮੀ 7 ਜਨਵਰੀ ਸਨ 1887 ਈਸਵੀ ਵਿੱਚ ਪਲਟਨ ਵਿੱਚ ਰਿਜ਼ਰਵ ਹੋਣ ਦਾ ਹੁਕਮ ਆਇਆ। ਸੰਤ ਜੀ ਨੇ ਜੋ ਉਸ ਵੇਲੇ ਪੂਰੇ 6 ਫੁੱਟ ਉੱਚੇ, ਰੰਗ ਗੋਰਾ, ਸਡੋਲ ਸਰੀਰ ਤੇ ਮੁੱਛ ਫੁੱਟ ਹੀ ਸੀ, ਰਿਜ਼ਰਵ ਕਰਵਾ ਲਈ, ਪਰ ਘਰ ਨਾ ਆਏ। ਹੁਣ ਤਾਂ ਸੱਚੇ ਘਰ ਦੀ ਤਾਂਘ ਲੱਗ ਚੁੱਕੀ ਸੀ। ਇਸ ਦੀ ਖੋਜ ਲਈ ਸਿੱਧੇ ਹਜੂਰ ਸਾਹਿਬ ਦੇ ਰਾਹ ਪੈ ਗਏ। ਕਾਂਡ 3। ਸੂਹੀ ਮਹੱਲਾ 5। ਅਬ ਚਲ ਨਗਰ ਗੋਬਿੰਦ ਗੁਰੂ ਕਾ, ਨਾਮ ਜਪਤ ਸੁਖ ਪਾਇਆ ਰਾਮ। ਮਨ ਇੱਛੇ ਸੇਈ ਫਲ ਪਾਏ, ਕਰਤੈ ਆਪ ਵਸਾਇਆ ਰਾਮ। ਕਰਤੈ ਆਪ ਵਸਾਇਆ, ਸਰਬ ਸੁਖ ਪਾਇਆ। ਪੁੱਤ ਭਾਈ ਸਿੱਖ ਬਿਗਾਸੇ, ਗੁਣ ਗਾਵਹਿ ਪੂਰਨ ਪਰਮੇਸ਼ਰ। ਕਾਰਜ ਆਇਆ ਰਾਸੇ, ਪ੍ਰਭ ਆਪ ਸੁਆਮੀ ਆਪੇ ਰੱਖਾ। ਆਪ ਪਿਤਾ ਆਪ ਮਾਇਆ, ਕਹੋ ਨਾਨਕ ਸਤਿਗੁਰ ਬਲਿਹਾਰੀ। ਜਿਨ ਇਹੋ ਥਾਨ ਸੁਹਾਇਆ। ਹਜੂਰ ਸਾਹਿਬ ਦੀ ਯਾਤਰਾ ਅਤੇ ਅਟੁੱਟ ਨਾਮ ਬਾਣੀ ਸਿਮਰਨ। ਭਾਈ ਜੋਧ ਸਿੰਘ ਜੀ ਦਾ ਬੇਗਮਪੁਰੇ ਦੀ ਸੈਰ ਦਾ ਦਰਸ਼ਨ ਅਤੇ ਬਚਨ ਬਿਲਾਸ ਸੰਤ ਜੀ ਦੇ ਚਿੱਤ ਸੱਚੇ ਦੇਸ਼ ਦੀ ਤਾਂਘ ਤਾਂ ਅੱਗੇ ਹੀ ਪੈਦਾ ਕਰ ਚੁੱਕੇ ਸਨ। ਹੁਣ ਪਿਤਾ ਜੀ ਦੇ ਚਲਾਣੇ ਦੀ ਖਬਰ ਸੁਣ ਕੇ ਮਨ ਤੇ ਹੋਰ ਸੱਟ ਮਾਰੀ ਕਿ ਦੁਨੀਆ ਤਾਂ ਚੱਲਦੀ ਸਰਾਂ ਹੈ, ਸਰੀਰ ਦਾ ਕੀ ਭਰੋਸਾ ਹੈ, ਪਤਾ ਨਹੀਂ ਕਿਸ ਵੇਲੇ ਜਵਾਬ ਦੇ ਜਾਵੇ। ਕੁਦਰਤੀ ਇਹਨਾਂ ਦਿਨਾਂ ਵਿੱਚ ਰਿਜ਼ਰਵ ਤਾਂ ਆਪ ਨੇ ਕਰਵਾ ਹੀ ਲਈ ਸੀ, ਸੋ ਕਿਸੇ ਨੂੰ ਦੱਸਣ ਤੋਂ ਬਗੈਰ ਡੇਰਾ ਗਾਜੀ ਖਾਂ ਤੋਂ ਸਿੱਧਾ ਹਜੂਰ ਸਾਹਿਬ ਦਾ ਰਾਹ ਲਿਆ। ਚਿੱਤ ਬੜਾ ਉਪਰਾਮ ਸੀ ਅਤੇ ਪੂਰਨ ਵੈਰਾਗ ਦੀ ਦਸ਼ਾ ਵਿੱਚ ਸੀ। ਮਨ ਵਿੱਚ ਠਾਣ ਲਿਆ ਕਿ ਸਤਿਗੁਰੂ ਜੀ ਦੀ ਹਜ਼ੂਰੀ ਵਿੱਚ ਪੈਦਲ ਹੀ ਜਾਣਾ ਹੈ। ਬਸ ਹੁਣ ਕੀ ਸੀ, ਮੁਖ ਤੋਂ ਇੱਕ ਰਸ ਸਿਮਰਨ ਦੀ ਤਾਰ ਬੱਝ ਗਈ ਅਤੇ ਹਿਰਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਤਸਵੀਰ ਨੇ ਨਿਵਾਸ ਕਰ ਲਿਆ। ਦਿਨ ਰਾਤ ਇਸੇ ਧਿਆਨ ਵਿੱਚ ਮਗਨ ਤੁਰੀ ਜਾਂਦੇ। ਕਿਧਰੇ ਸਰੀਰ ਥੱਕ ਜਾਂਦਾ, 2-4 ਘੜੀਆਂ ਆਰਾਮ ਵੀ ਕਰ ਲੈਂਦੇ ਅਤੇ ਧਰਮਸ਼ਾਲ ਤੋਂ ਰਸਦ ਲੈ ਕੇ ਪ੍ਰਸ਼ਾਦਾ ਸਜਾ ਲੈਂਦੇ। ਪਰ ਵੈਰਾਗ ਅਤੇ ਪ੍ਰੇਮ ਦਾ ਸਮੁੰਦਰ ਮਨ ਵਿੱਚ ਠਾਠਾਂ ਮਾਰ ਰਿਹਾ ਸੀ। ਕਿਹੜਾ ਵੇਲਾ ਹੋਵੇ ਕਿ ਸਤਿਗੁਰੂ ਪ੍ਰੀਤਮ ਦੀ ਦਰਗਾਹ ਵਿੱਚ ਅੱਪੜੀਏ ਅਤੇ ਚਰਨ ਧੂੜ ਵਿੱਚ ਲੇਟ ਕੇ ਸਰੀਰ ਨੂੰ ਪਵਿੱਤਰ ਕਰੀਏ।
ਧੂੜੀ ਵਿੱਚ ਲੁਡੰਦੜੀ ਸੋਹਾ, ਨਾਨਕ ਤੈ ਸਹਿ ਨਾਲੇ। ਖੱਬਾ ਪੈਰ ਚੁੱਕਦੇ ਤਾਂ ਵਾਹੇ ਆਖਦੇ, ਅਤੇ ਸੱਜਾ ਪੈਰ ਚੁੱਕਦੇ ਤਾਂ ਗੁਰੂ ਆਖਦੇ। ਇਸ ਧੁਨ ਵਿੱਚ ਮਸਤ 100 ਮੀਲ ਨਿਕਲ ਜਾਂਦੇ। ਸੰਤ ਜੀ ਮਹਾਰਾਜ ਨੇ ਦਾਸ ਨੂੰ ਇਹ ਗੱਲ ਆਪ ਸਮਝਾਈ ਕਿ ਗੁਰੂ ਕਾ ਸਿੱਖ ਇਸ ਤਰ੍ਹਾਂ ਸ਼ਬਦ ਨਾਲ ਕਦਮ ਦੀ ਤਾਰ ਜੋੜ ਲਵੇ, ਰਾਤੋਂ ਰਾਤ 100 ਕੋਹ ਨਸਿਆ ਜਾਵੇ, ਨਹੀਂ ਥੱਕੇਗਾ। ਪੁਰਾਤਨ ਸਿੱਖਾਂ ਵਿੱਚ ਸ਼ਬਦ ਦੀ ਤਾਕਤ ਹੀ ਧਾਵਿਆਂ ਅਤੇ ਹੋਰ ਗੁਰਸੇਵਾ ਦੇ ਕੰਮਾਂ ਵਿੱਚ ਕੰਮ ਆਉਂਦੀ ਸੀ। ਅੰਮ੍ਰਿਤ ਵੇਲੇ ਸਤਿਗੁਰੂ ਦਾ ਹੁਕਮ ਯਾਦ ਕਰਕੇ ਫੇਰ ਕਿਸੇ ਨਦੀ ਟੋਭੇ ਦੇ ਕੰਢੇ ਜੰਗਲ ਦੇਸਾ ਹੋ ਕੇ ਇਸ਼ਨਾਨ ਕਰਦੇ ਅਤੇ ਰੱਬੀ ਯਾਦ ਵਿੱਚ ਮਸਤ ਹੋ ਬੈਠਦੇ। ਨਿਤਨੇਮ ਦੇ ਮਗਰੋਂ ਫਿਰ ਤੁਰ ਪੈਂਦੇ। ਇਸ ਤਰ੍ਹਾਂ ਤੁਰਦਿਆਂ ਤੁਰਦਿਆਂ ਕਈ ਪਹਾੜਾਂ ਵਿੱਚ ਸਾਬਤ ਪੱਥਰ ਦੇ ਘੜੇ ਹੋਏ ਸ਼ਿਵਜੀ ਮਹਾਰਾਜ ਦੇ ਗੱਡੇ ਥੰਮ ਚਿੰਨ੍ਹ ਨਜ਼ਰ ਆਉਂਦੇ। ਤਦ ਸੰਤ ਜੀ ਮਹਾਰਾਜ ਦੇ ਮਨ ਵਿੱਚ ਇਹ ਖਿਆਲ ਆਉਂਦਾ ਕਿ ਐਸਾ ਸਾਧਨ ਕਰੀਏ ਕਿ ਮਨ ਨੂੰ ਅਹਿਲ ਲਈਏ। ਪੌੜੀ ਤਿਸੈ ਸਰੇਵਹੁ ਪ੍ਰਾਣੀ ਹੋ, ਜਿਸ ਦੈ ਨਾਉ ਪੱਲੇ। ਐਥੈ ਰਹੋ ਸੁਹੇਲਿਆ, ਅੱਗੇ ਨਾਲ ਚੱਲੇ। ਘਰ ਬੰਧੋ ਸਚ ਧਰਮ ਕਾ, ਗਢ ਥੰਮ ਅਹੱਲੇ। ਓਟ ਲੈਹੋ ਨਾਰਾਇਣ, ਦੀਨ ਦੁਨੀਆ ਝੱਲੇ। ਨਾਨਕ ਪਕੜੇ ਚਰਨ ਹਰ, ਤਿਸ ਦਰਗਹ ਮੱਲੇ। ਇਸ ਤਰ੍ਹਾਂ ਪ੍ਰੇਮ, ਵੈਰਾਗ ਅਤੇ ਵਿਚਾਰ ਵਿੱਚ ਮੰਜ਼ਲਾਂ ਤਹਿ ਕਰਦਿਆਂ ਕਰਦਿਆਂ ਪਿਆਰੇ ਦੇ ਦਰਸ਼ਨ ਦਾ ਵਕਤ ਨੇੜੇ ਆ ਗਿਆ। ਉਂਝ ਤਾਂ ਸੰਤ ਜੀ ਦਾ ਸਾਰਾ ਸਫ਼ਰ ਸਤਿਗੁਰੂ ਕਲਗੀਆਂ ਵਾਲੇ ਜੀ ਦੀ ਹਾਜ਼ਰੀ ਵਿੱਚ ਹੀ ਸੀ, ਪਰ ਜਦ ਇੱਕ ਦਿਨ ਪਿਛਲੇ ਪਹਿਰ ਦੂਰੋਂ ਨਾਂਦੇੜ ਸ਼ਹਿਰ ਅਤੇ ਸਤਿਗੁਰੂ ਸੱਚੇ ਪਾਤਸ਼ਾਹ ਦੇ ਹਰਿਮੰਦਰ ਦਾ ਸੁਨਹਿਰੀ ਕਲਸ਼ ਨਜ਼ਰ ਆਇਆ ਤਾਂ ਮਨ ਪ੍ਰੇਮ ਦੀ ਇੱਕ ਬਿਸਮਾਦ ਰੰਗਣ ਵਿੱਚ ਰੰਗਿਆ ਗਿਆ। ਆਹਾ, ਹੁਣ ਉਸ ਭਾਗਾਂ ਵਾਲੀ ਧਰਤੀ ਦੇ ਦਰਸ਼ਨ ਹੋਣਗੇ, ਜਿੱਥੇ ਮੇਰੇ ਚੋਜੀ ਪਿਤਾ ਨੇ ਮੀਰੀ ਅਤੇ ਪੀਰੀ ਦੇ ਕਈ ਕੌਤਕ ਵਰਤਾਏ। ਖਾਲਸਾ ਜੀ ਨੂੰ ਕਾਮਲ ਫਕੀਰੀ ਦਾ ਨਕਸ਼ਾ ਖਿੱਚ ਕੇ ਵਿਖਾਇਆ। ਭਾਈ ਮਾਧੋ ਦਾਸ ਨੂੰ ਉਸ ਦਾ ਮਾਣ ਤੋੜ ਕੇ ਇੱਕ ਨਿਗਾਹ ਨਾਲ ਨਿਵਾਜਿਆ ਅਤੇ ਬੰਦਾ ਬਹਾਦਰ ਬਣਾ ਕੇ ਆਪਣੀ ਖਾਸ ਸੇਵਾ ਬਖਸ਼ੀ ਤੇ ਆਪਣੇ ਕਲੇਜੇ ਵਿੱਚ ਖੰਜਰ ਮਰਵਾ ਕੇ ਖਾਲਸੇ ਨੂੰ ਅੰਤਮ ਬਲੀਦਾਨ ਦਾ ਸਬਕ ਸਿਖਾਇਆ। ਮੋਹ ਗ੍ਰਹਿ ਮੈਂ ਤਨ ਤੇ ਮਨ ਤੇ ਸਿਰ ਲਾਓ ਧਨ ਹੈ, ਸਭ ਹੀ ਇਨਹੀ ਕੋ। ਪਾਤਸ਼ਾਹੀ 10ਵੀਂ। ਸਦਕੇ ਬਲਿਹਾਰੀ ਇਸ ਧਰਤੀ ਤੋਂ, ਜਿਸ ਦੇ ਕਿਣਕੇ ਕਿਣਕੇ ਵਿੱਚੋਂ ਧੰਨ ਗੁਰੂ ਗੋਬਿੰਦ ਸਿੰਘ ਜੀ, ਧੰਨ ਗੁਰੂ ਗੋਬਿੰਦ ਸਿੰਘ ਜੀ ਦੀ ਅਰਸ਼ੀ ਗੂੰਜ ਆ ਰਹੀ ਹੈ, ਹੁਣ ਜ਼ਰੂਰ ਮਨ ਦੀਆਂ ਇੱਛਾ ਪੂਰੀਆਂ ਹੋਣਗੀਆਂ ਅਤੇ ਸੱਚੇ ਪਿਤਾ ਦੇ ਚਰਨਾਂ ਦੀ ਖੈਰਾਇਤ ਆਪਣੇ ਅਸਲੀ ਦੇਸ਼ ਦੇ ਦਰਸ਼ਨ ਹੋ ਜਾਣਗੇ। ਇਸ ਪ੍ਰੇਮ ਦੇ ਹੁਲਾਰੇ ਵਿੱਚ ਸੰਤ ਸਿਪਾਹੀ ਦਰਬਾਰ ਸ੍ਰੀ ਅਬਚਲ ਨਗਰ ਹਜੂਰ ਸਾਹਿਬ ਪਹੁੰਚਿਆ। ਚਰਨ ਗੰਗਾ ਤੋਂ ਚਰਨ ਧੋ ਕੇ ਸਿੱਧਾ ਹਜੂਰੀ ਵਿੱਚ ਆਇਆ ਤੇ ਬਿਸਮਾਦ ਦਸ਼ਾ ਵਿੱਚ ਡੰਡੌਤ ਕੀਤੀ। ਬਸ ਡੰਡੌਤ ਕੀ ਸੀ, ਤਨ ਮਨ ਧਨ ਸਭ ਸੌਂਪ ਗੁਰ ਕੋ, ਹੁਕਮ ਮੰਨਿਐ ਪਾਈਐ। ਇੱਕ ਜਿਉਂਦਾ ਜਾਗਦਾ ਨਕਸ਼ਾ ਸੀ। ਚਰਨ ਧੂੜ ਦੀ ਛੋਹ ਅਤੇ ਅਰਸ਼ੀ ਖਿੱਚ ਰੋਮ ਰੋਮ ਵਿੱਚ ਘਰ ਕਰ ਗਈ। ਹਿਰਦੇ ਵਿੱਚ ਇੱਕ ਰਸ ਭਰੇ ਪ੍ਰੇਮ ਦੀ ਐਸੀ ਲਹਿਰ ਉੱਠੀ ਕਿ ਇਸੇ ਆਨੰਦ ਵਿੱਚ ਪਏ ਰਹੀਏ ਤੇ ਸਰੀਰ ਖਾਲਸਾ ਜੀ ਦੀ ਚਰਨ ਧੂੜ ਵਿੱਚ ਲੈ ਹੋ ਜਾਵੇ। ਪਰ ਹੁਕਮ ਮੰਨਣ ਅਤੇ ਸਤਿਗੁਰੂ ਦੀ ਮਰਿਆਦਾ ਦੇ ਰੌਂ ਸੰਤ ਸਿਪਾਹੀ ਦੇ ਹਿਰਦੇ ਵਿੱਚ ਚੱਲ ਪਈ। ਆਪਣੇ ਆਪ ਨੂੰ ਸੰਭਾਲਿਆ ਅਤੇ ਉੱਠ ਕੇ ਸਾਧ ਸੰਗਤ ਦਾ ਦਰਸ਼ਨ ਕੀਤਾ।
ਸਾਹਮਣੇ ਪੁਜਾਰੀ ਸਿੰਘ ਸ਼ਸਤਰ ਬਸਤਰ ਸਜਾਏ ਹਜ਼ੂਰੀ ਵਿੱਚ ਖੜੇ ਸਨ। ਦਰਸ਼ਨੀ ਦਰਬਾਰ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ 5 ਬੀੜਾਂ, 3 ਆਦ 2 ਦਸਮ ਪ੍ਰਕਾਸ਼ ਸਨ। ਸੱਜੇ ਪਾਸੇ ਰਾਗੀ ਸਿੰਘ ਕੀਰਤਨ ਕਰ ਰਹੇ ਸਨ ਅਤੇ ਖੱਬੇ ਪਾਸੇ ਕੁਝ ਨਿਹੰਗ ਸਿੰਘ ਅਤੇ ਦੱਖਣੀ ਸਿੰਘ ਸ਼ਸਤਰ ਬਸਤਰ ਸਜਾਈ ਬੈਠੇ ਸਨ। ਪਰਿਕਰਮਾ ਵਿੱਚ ਗੁਰੂ ਦੀਆਂ ਸੰਗਤਾਂ ਇੱਕ ਪਾਸੇ ਮਾਈ ਅਤੇ ਇੱਕ ਪਾਸੇ ਭਾਈ ਦਰਸ਼ਨ ਦੇ ਰਹੇ ਸਨ। ਐਨ ਸਾਹਮਣੇ ਪ੍ਰਕਾਸ਼ ਅਸਥਾਨ ਦੀ ਡਾਟ ਦੇ ਉੱਤੇ ਦਸ਼ਮੇਸ਼ ਪਿਤਾ ਜੀ ਦੀ ਮੁਸੱਵਰ ਦੀ ਬਣਾਈ ਹੋਈ ਇੱਕ ਤਸਵੀਰ ਲੱਗੀ ਹੋਈ ਸੀ, ਮਾਨੋ ਕਿ ਹੂਬਹੂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦਰਸ਼ਨ ਦੇ ਰਹੇ ਹਨ। ਜਦ ਸੰਤ ਸਿਪਾਹੀ ਦੀ ਇਸ ਵੱਲ ਨਜ਼ਰ ਪਈ, ਅੰਮ੍ਰਿਤ ਭਰੇ ਮ੍ਰਿਗ ਨੈਣ, ਅਰਸ਼ੀ ਸੁੰਦਰ ਚਿਹਰਾ, ਸੋਹਣਾ ਨੱਕ, ਨੂਰਾਨੀ ਦਾਹੜਾ, ਪ੍ਰਕਾਸ਼ਕ ਕਲਗੀ, ਸਜੀਲਾ ਦੁਮਾਲਾ, ਫੁਰਤੀਲਾ ਸਡੋਲ ਸਰੀਰ, ਸ਼ੀਹਵਤ ਪਤਲੀ ਕਮਰ, ਬੀਰ ਆਸਨ, ਬਾਂਕੀ ਕਮਾਨ ਅਤੇ ਸ਼ਸਤਰ ਬਸਤਰ ਦੀ ਤੇਜ ਭਰੀ ਸਜਾਵਟ ਹਿਰਦੇ ਨੂੰ ਵੇਧ ਗਈ। ਘੁੱਟ ਘੁੱਟ ਕੇ ਨੈਣਾ ਵਿੱਚ ਪਿਆਰੇ ਦੇ ਦਰਸ਼ਨ ਦਾ ਪ੍ਰੇਮ ਰਸ ਲਿਆ। ਫਿਰ ਇੱਕ ਪਾਸੇ ਗੁੱਠ ਵਿੱਚ ਬੈਠ ਕੇ ਕੀਰਤਨ ਦੇ ਆਨੰਦ ਵਿੱਚ ਮਗਨ ਹੋ ਗਿਆ। ਹੁਣ ਰਹਿਰਾਸ ਸਾਹਿਬ ਦਾ ਵਕਤ ਹੋ ਗਿਆ। ਕੀਰਤਨੀਆਂ ਨੇ ਆਸਾ ਰਾਗ ਦਾ ਇੱਕ ਸ਼ਬਦ ਪੜ੍ਹ ਕੇ ਹਰ ਜੁਗ ਜੁਗ ਭਗਤ ਉਪਾਇਆ, ਪੈਜ ਰਖਦਾ ਆਇਆ RAM ਰਾਜੇ, ਭੋਗ ਦਾ ਸ਼ਬਦ ਪੜ੍ਹਿਆ ਅਤੇ ਸੋਦਰ ਦੀ ਗੂੰਜ ਉਠਾਈ। ਸੋਦਰ ਦੇ ਸ਼ੁਰੂ ਹੁੰਦਿਆਂ ਹੀ ਰਹਿਰਾਸੀਆ ਸਿੰਘ ਸ਼ਸਤਰ ਸਜਾਈ ਹਜ਼ੂਰੀ ਵਿੱਚ ਆ ਹਾਜ਼ਰ ਹੋਇਆ ਅਤੇ ਸੋਦਰ ਦੇ ਭੋਗ ਮਗਰੋਂ ਮਧੁਰ ਅਤੇ ਸਪਸ਼ਟ ਆਵਾਜ਼ ਵਿੱਚ ਰਹਿਰਾਸ ਸਾਹਿਬ ਦਾ ਪਾਠ ਕਰਨ ਲੱਗ ਪਿਆ। ਸੁਣ ਵੱਡਾ ਆਖੈ ਸਭ ਕੋਇ, ਕੇਵਡ ਵੱਡਾ ਡੀਠਾ ਹੋਇ। ਬੜੇ ਆਨੰਦ ਭਰੇ ਟਿਕਾਓ ਵਿੱਚ, ਜਿਸ ਵਿੱਚ ਕੇਵਲ ਖਾਸ ਵਿਸਰਾਮ ਅਸਥਾਨਾਂ ਤੇ ਸਾਰੀ ਸੰਗਤ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੀ ਪ੍ਰੇਮ ਭਰੀ ਗੂੰਜ ਉੱਠਦੀ ਰਹੀ। ਰਹਿਰਾਸ ਸਾਹਿਬ ਦਾ ਪਾਠ ਹੋਇਆ। ਫਿਰ ਸਾਰੀ ਸੰਗਤ ਸਾਵਧਾਨ ਹੋਈ ਅਤੇ ਰਹਿਰਾਸ ਸਾਹਿਬ ਦਾ ਅਰਦਾਸਾ ਸੋਧਿਆ ਗਿਆ। ਸਾਡਾ ਸੰਤ ਜਾਤਰੂ ਵੀ, ਜੋ ਕਿ ਕੀਰਤਨ ਅਤੇ ਪਾਠ ਦੇ ਆਨੰਦ ਵਿੱਚ ਨਿਮਗਨ ਹੋ ਬੈਠਾ ਸੀ, ਅਰਦਾਸ ਦੇ ਆਰੰਭ ਹੁੰਦਿਆਂ ਹੀ ਖੜਾ ਹੋ ਗਿਆ ਅਤੇ ਮਹਾਰਾਜ ਦੇ ਚਰਨਾਂ ਵਿੱਚ ਬੇਨਤੀ ਕੀਤੀ ਕਿ ਸੱਚੇ ਪਾਤਸ਼ਾਹ, ਹੁਣ ਆਪਣੇ ਚਰਨਾਂ ਵਿੱਚ ਹੀ ਰੱਖ। ਅਰਦਾਸੇ ਦੇ ਸੰਪੂਰਨ ਹੁੰਦਿਆਂ ਸਾਰੀ ਸੰਗਤ ਨੇ ਨਮਸਕਾਰ ਕੀਤੀ ਅਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੀ ਧੁਨੀ ਮਗਰੋਂ ਸੰਗਤ ਨੇ ਅਬ ਚਲ ਨਗਰ ਗੋਬਿੰਦ ਗੁਰੂ ਕਾ, ਨਾਮ ਜਪਤ ਸੁਖ ਪਾਇਆ RAM ਦੀ ਗੂੰਜ ਉਠਾਈ ਅਤੇ ਸਾਰੇ ਮਾਈ ਭਾਈ ਬੜੇ ਪ੍ਰੇਮ ਅਤੇ ਸ਼ਰਧਾ ਨਾਲ ਸਾਧ ਸੰਗਤ ਦੇ ਚਰਨ ਧੂੜ ਲੈਣ ਲੱਗ ਪਏ। ਜੋ ਦੀਸੈ ਗੁਰ ਸਿਖੜਾ, ਤਿਸ ਨਿਵ ਨਿਵ ਲਾਗੋ ਪਾਏ ਜੀਓ, ਆਖਾ ਬਿਰਥਾ ਜੀ ਕੇ ਗੁਰ ਸੱਜਣ ਦੇਹ ਮਿਲਾਏ ਜੀਓ। ਵੱਡਾ ਗ੍ਰੰਥੀ, ਜਿਸ ਨੇ ਕਿ ਕੀਰਤਨ ਹੁੰਦਿਆਂ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੁਖਾਸਨ ਕਰ ਲਿਆ ਸੀ, ਆਪਣੇ ਸੀਸ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਲੈ ਕੇ ਹੌਲੀ ਹੌਲੀ ਦਰਸ਼ਨੀ ਦਰਬਾਰ ਵਿੱਚੋਂ ਪਰਿਕਰਮਾ ਵੱਲ ਵਧਿਆ। ਪਿੱਛੇ ਪਿੱਛੇ ਚੌਰ ਬਰਦਾਰ ਸਹਿਜੇ ਸਹਿਜੇ ਚੌਰ ਕਰਦਾ ਤੁਰਿਆ। ਹੁਣ ਮਾਈ ਭਾਈ ਨੇ ਗ੍ਰੰਥੀ ਸਿੰਘ ਜੀ ਦੇ ਚਰਨਾਂ ਤੇ ਸੀਸ ਰੱਖਿਆ ਅਤੇ ਮਹਾਰਾਜ ਨੂੰ, ਜੋ ਗ੍ਰੰਥੀ ਸਿੰਘ ਦੇ ਸੀਸ ਤੇ ਸੁਭਾਈਮਾਨ ਸੀ, ਮੱਥਾ ਟੇਕਿਆ, ਚਰਨ ਧੂੜ ਲਈ। ਗ੍ਰੰਥੀ ਸਿੰਘ ਸਾਧ ਸੰਗਤ ਦੀ ਭੀੜ ਵਿੱਚ ਟੁਰਿਆ ਗਿਆ। ਸਾਡੇ ਸੰਤ ਜਾਤਰੂ ਦੇ ਚਿੱਤ ਨੇ ਹੁਲਾਰਾ ਖਾਧਾ ਤੇ ਉਹ ਵੀ ਗ੍ਰੰਥੀ ਸਿੰਘ ਜੀ ਦੇ ਚਰਨ ਧੂੜ ਲੈਣ ਲਈ ਅੱਗੇ ਵਧਿਆ। ਪਰ ਇੱਕ ਸੇਵਕ ਨੇ ਰੋਕ ਦਿੱਤਾ, ਅਜੇ ਤੁਹਾਡਾ ਅਰਦਾਸਾ ਨਹੀਂ ਹੋਇਆ, ਤੁਸੀਂ ਅੰਦਰਲੀ ਪਰਿਕਰਮਾ ਵਿੱਚ ਨਹੀਂ ਜਾ ਸਕਦੇ। ਸੰਤ ਸਿਪਾਹੀ ਹੁਕਮੀ ਬੰਦਾ ਸੀ, ਉੱਥੇ ਹੀ ਖੜਾ ਹੋ ਗਿਆ ਅਤੇ
ਸਾਧ ਸੰਗਤ ਦੇ ਦਰਸ਼ਨ ਦਾ ਇਸ ਥਾਂ ਟਿਕ ਕੇ ਆਨੰਦ ਲੈਣ ਲੱਗ ਪਿਆ। ਗ੍ਰੰਥੀ ਸਿੰਘ ਹੁਣ ਅੰਦਰਲੇ ਚੌਖੰਡੀ ਸੱਚੇ ਪਾਤਸ਼ਾਹ ਜੀ ਦਾ ਅੰਗੀਠਾ ਦੇ ਤੀਸਰੇ ਦਰਵਾਜ਼ੇ ਅੱਗੇ ਅੱਪੜਿਆ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਪੁਜਾਰੀ ਸਿੰਘ ਜੋ ਚੌਖੰਡੀ ਦੇ ਅੰਦਰ ਸੀ ਦੇ ਹਵਾਲੇ ਕੀਤੀ। ਇਸ ਤਰ੍ਹਾਂ ਸ਼ਬਦ ਪੜ੍ਹਦਿਆਂ ਤੇ ਪ੍ਰਕਰਮਾ ਕਰਦਿਆਂ ਚੌਖੰਡੀ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੀੜਾਂ ਬਿਰਾਜਮਾਨ ਹੋਈਆਂ ਅਤੇ ਇੱਕ ਬੀੜ ਬਾਹਰ ਦਰਸ਼ਨੀ ਪ੍ਰਕਾਸ਼ ਸਥਾਨ ਵਿੱਚ ਸਜੀ ਰਹੀ। ਫਿਰ ਬੜੇ ਪ੍ਰੇਮ ਨਾਲ ਸਾਰੀ ਸੰਗਤ ਆਰਤੀ ਦਾ ਪਾਠ ਕਰਨ ਲੱਗ ਪਈ। ਆਰਤੀ ਦੇ ਮਗਰੋਂ ਚੌਂਕੀ ਟੁਰੀ। ਸਾਡਾ ਸੰਤ ਯਾਤਰੂ ਵੀ ਚੌਂਕੀ ਨਾਲ ਰਲ ਗਿਆ ਅਤੇ ਖਾਸ ਰੰਗ ਵਿੱਚ ਸ਼ਬਦ ਪੜ੍ਹਦਾ ਰਿਹਾ। ਚੌਂਕੀ ਦੀ ਸਮਾਪਤੀ ਮਗਰੋਂ ਸਵਈਏ ਅਤੇ ਕੀਰਤਨ ਸੋਹਲੇ ਦਾ ਪਾਠ ਹੋ ਕੇ ਪੰਜਵੀਂ ਬੀੜ ਬਿਰਾਜਮਾਨ ਕੀਤੀ ਗਈ ਅਤੇ ਸ਼ਾਮ ਦੇ ਦੀਵਾਨ ਦੀ ਸਮਾਪਤੀ ਹੋਈ। ਹੁਣ ਲੰਗਰ ਦਾ ਆਵਾਜ਼ਾ ਆਇਆ। ਸਭ ਨੇ ਪ੍ਰਸ਼ਾਦਾ ਛਕਿਆ। ਸਾਡਾ ਸੰਤ ਯਾਤਰੂ ਵੀ ਪ੍ਰਸ਼ਾਦਾ ਛਕ ਕੇ ਪ੍ਰਕਰਮਾਂ ਵਿੱਚ ਇੱਕ ਪਾਸੇ ਰਾਤ ਵਾਸਤੇ ਬਿਰਾਜਮਾਨ ਹੋ ਗਿਆ। ਕਾਂਡ ਚੌਥਾ। ਕਾਨੜਾ ਮਹੱਲਾ ਪੰਜਵਾ। ਵਾਰ ਵਾਰੋ ਅਨਕ ਡਾਰੋ ਸੁਖ ਪ੍ਰਿਯ ਸੁਹਾਗ ਪਲਕ ਰਾਤ ਰਹਾਉ। ਕਨਕ ਮੰਦਰ ਪਾਟ ਸੇਜ ਸਖੀ ਮੋਹੇ ਨਾਹੇ ਇਨ ਸਿਉ ਤਾਤ। ਮੁਕਤ ਲਾਲ ਅਨਕ ਭੋਗ ਬਿਨ ਨਾਮ ਨਾਨਕ ਹਾਤ। ਰੂਖੋ ਭੋਜਨ ਭੂਮ ਸੈਨ ਸਖੀ ਪ੍ਰਿਯ ਸੰਗ ਸੂਖ ਬਿਹਾਤ। ਚੌਥੈ ਪਹਿਰ ਸਬਾਹ ਕੈ ਸੁਰਤਿਆ ਉਪਜੈ ਚਾਉ। ਤਿਨਾ ਦਰਿਆਵਾ ਸਿਓ ਦੋਸਤੀ ਮਾਨੈ ਮੁਖ ਸਾਚਾ ਨਾਉ। ਨਗੀਨਾ ਘਾਟ, ਬੰਦਾ ਘਾਟ ਅਤੇ ਗੌਤਮ ਘਾਟ ਤੇ ਸਹਿਜ ਤਪ। ਦੂਸਰੇ ਦਿਨ ਅੰਮ੍ਰਿਤ ਵੇਲੇ ਸੰਤ ਯਾਤਰੂ ਸਵਾ ਪਹਿਰ ਦੇ ਤੜਕੇ ਉੱਠਿਆ ਅਤੇ ਗੋਦਾਵਰੀ ਗੰਗਾ ਵਿੱਚ ਨਗੀਨਾ ਘਾਟ ਤੇ ਇਸ਼ਨਾਨ ਕੀਤਾ। ਚੰਦ ਦੀ ਚਾਂਦਨੀ ਸੀ। ਗੋਦਾਵਰੀ ਗੰਗਾ ਘਾਟ ਦੀਆਂ ਪੌੜੀਆਂ ਹੇਠ ਬੜੀ ਅਡੋਲ ਵਗ ਰਹੀ ਸੀ। ਇੱਕ ਦੋ ਸ਼ਹੀਦ ਸਿੰਘਾਂ ਦੇ ਅੰਗੀਠੇ ਅਤੇ ਚਬੂਤਰੇ ਨਿਰਮਲ ਜਲ ਵਿੱਚ ਸੋਭ ਰਹੇ ਸਨ। ਬੜਾ ਰਸ ਭਰਿਆ ਇਕਾਂਤ ਦਾ ਸਮਾਂ ਸੀ। ਸਾਡਾ ਸੰਤ ਯਾਤਰੂ ਇਸ਼ਨਾਨ ਕਰਕੇ ਘਾਟ ਦੇ ਸੱਜੇ ਪਾਸੇ ਇੱਕ ਪੱਥਰ ਦੀ ਕੋਠੜੀ ਉੱਤੇ ਬੈਠ ਕੇ ਸਿਮਰਨ ਕਰਨ ਲੱਗ ਪਿਆ। ਨਿਤਨੇਮ ਪੂਰਾ ਕਰਨ ਪਿੱਛੋਂ ਕੀਰਤਨ ਦੀ ਖਿੱਚ ਪਈ। ਸੱਚਖੰਡ ਦਰਬਾਰ ਜਾ ਹਾਜ਼ਰ ਹੋਇਆ ਅਤੇ ਬੜੇ ਪ੍ਰੇਮ ਨਾਲ ਆਸਾ ਜੀ ਦੀ ਵਾਰ ਦਾ ਕੀਰਤਨ ਸੁਣਿਆ। ਆਸਾ ਜੀ ਦੀ ਵਾਰ ਦਾ ਭੋਗ ਪੈਂਦਿਆਂ ਹੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਚੌਖੰਡੀ ਦਾ ਦਰਸ਼ਨੀ ਦਰਵਾਜ਼ਾ ਖੁੱਲਿਆ। ਪੁਜਾਰੀ ਸਿੰਘ ਸ਼ਸਤਰ ਬਸਤਰ ਸਜਾਈ ਬਾਹਰ ਨਿਕਲਿਆ। ਕੜਾਹ ਪ੍ਰਸ਼ਾਦ ਦੀ ਦੇਗ ਹਾਜ਼ਰ ਸੀ। ਆਨੰਦ ਸਾਹਿਬ ਦਾ ਪਾਠ ਹੋ ਕੇ ਮਹਾਰਾਜ ਦਾ ਭੋਗ ਲੱਗਾ। ਫਿਰ ਗ੍ਰੰਥੀ ਸਿੰਘ ਨੇ ਮਹਾਰਾਜ 3 ਆਦ 2 ਦਸਮ ਦਾ ਹੁਕਮ ਵਾਰੀ ਵਾਰੀ ਸੁਣਾਇਆ ਅਤੇ ਸਾਰੀ ਸੰਗਤ ਵਿੱਚ ਕੜਾਹ ਪ੍ਰਸ਼ਾਦ ਵਰਤਿਆ। ਹੁਣ ਸੇਵਾਦਾਰ ਨੇ ਆਵਾਜ਼ ਦਿੱਤੀ ਕਿ ਸਭ ਨਵੇਂ ਯਾਤਰੂ ਫੁੱਲ ਪਤਾਸੇ ਲੈ ਕੇ ਦਰਸ਼ਨੀ ਦਰਬਾਰ ਦੇ ਸਾਹਮਣੇ ਪ੍ਰਕਰਮਾਂ ਵਿੱਚ ਹਾਜ਼ਰ ਹੋ ਜਾਣ। ਸਾਡਾ ਸੰਤ ਸਿਪਾਹੀ ਅਤੇ ਹੋਰ ਯਾਤਰੂ ਬੜੇ ਅਦਬ ਨਾਲ ਹੱਥ ਜੋੜ ਕੇ ਬਾਹਰਲੀ ਪ੍ਰਕਰਮਾਂ ਵਿੱਚ ਖੜੇ ਹੋ ਗਏ। ਪੁਜਾਰੀ ਸਿੰਘ ਨੇ ਜੋ ਹਜ਼ੂਰੀ ਵਿੱਚ ਖੜਾ ਸੀ ਸਭ ਨੂੰ ਪੁੱਛਿਆ ਕਿ 4 ਕੁਰਹਿਤਾਂ ਵਿੱਚੋਂ ਕੋਈ ਭੁੱਲ ਤਾਂ ਨਹੀਂ ਕੀਤੀ। ਸਾਡੇ ਸੰਤ ਯਾਤਰੂ ਨੇ ਬੜੀ ਨਿਮਰਤਾ ਭਰੀ ਗਰੀਬੀ ਵਿੱਚ ਜਵਾਬ ਦਿੱਤਾ, ਸਰੀਰ ਤਾਂ ਹਰ ਵਕਤ ਭੁੱਲਣਹਾਰ ਹੈ, ਪਰ ਸਤਿਗੁਰੂ ਦੀ ਕਿਰਪਾ ਨਾਲ ਕੋਈ ਕੁਰਹਿਤ ਨਹੀਂ ਹੋਈ। ਸਤਿਗੁਰੂ ਆਪੇ ਹੱਥ ਦੇ ਕੇ ਬਚਾਈ ਆਉਂਦੇ ਹਨ। ਪੁਜਾਰੀ ਸਿੰਘ ਨੇ ਅਰਦਾਸਾ ਸੋਧ ਦਿੱਤਾ ਅਤੇ
ਸੰਤ ਸਿਪਾਹੀ ਨੂੰ ਪਰਿਕਰਮਾ ਕਰਨ ਦੀ ਆਗਿਆ ਹੋਈ। ਸੰਤ ਜਾਤਰੂ ਬੜੇ ਪ੍ਰੇਮ ਭਰੇ ਅਦਬ ਵਿੱਚ ਅੱਗੇ ਵਧਿਆ ਅਤੇ ਸੱਚੇ ਪਾਤਸ਼ਾਹ ਦੇ ਚਰਨ ਕਮਲਾਂ ਦਾ ਧਿਆਨ ਧਰ ਕੇ 4 ਪਰਿਕਰਮਾਂ ਲਈਆਂ। ਕਦਮ ਕਦਮ ਤੇ ਚਿੱਤ ਵਿੱਚ ਅਰਦਾਸ ਸੀ ਕਿ ਹੇ ਦੁਸ਼ਟ ਦਮਨ ਸਤਿਗੁਰੂ, ਹੁਣ ਆਪਣੇ ਜੋਗਾ ਹੀ ਰੱਖੀ। ਕੋਟ ਅਪਰਾਧ ਭਰੇ ਭੀ ਤੇਰੇ ਚੇਰੇ ਰਾਮ। ਹੋਰ ਯਾਤਰੀ ਜੋ ਕੁਰਹਿਤ ਤੋਂ ਖਾਲੀ ਸਨ, ਉਹਨਾਂ ਨੂੰ ਵੀ ਪਰਿਕਰਮਾ ਕਰਨ ਦੀ ਆਗਿਆ ਮਿਲੀ ਅਤੇ ਜਿਨ੍ਹਾਂ ਕੋਲੋਂ ਕੋਈ ਕੁਰਹਿਤ ਹੋ ਗਈ ਸੀ, ਉਹਨਾਂ ਨੂੰ 25 ਦਮੜੇ ਤਨਖਾਹ ਲੱਗੀ ਅਤੇ ਅੰਮ੍ਰਿਤ ਛਕਣ ਦਾ ਹੁਕਮ ਹੋਇਆ। ਪੁਜਾਰੀ ਸਿੰਘ, ਜਿਸ ਦਾ ਨਾਮ ਭਾਈ ਨਾਨੂ ਸਿੰਘ ਸੀ, ਉਹਨਾਂ ਦੇ ਹਿਰਦੇ ਵਿੱਚ ਸੰਤ ਸਿਪਾਹੀ ਦਾ ਪ੍ਰੇਮ, ਅਦਬ ਅਤੇ ਨਿਮਰਤਾ ਦੇਖ ਕੇ ਇੱਕ ਖਾਸ ਖਿੱਚ ਪੈਦਾ ਹੋ ਗਈ। ਅੰਮ੍ਰਿਤ ਵੇਲੇ ਦਾ ਭੋਗ ਪੈਂਦੇ ਹੀ ਇਹਨਾਂ ਨੂੰ ਆਪਣੇ ਬੁੰਗੇ ਵਿੱਚ ਲੈ ਗਿਆ ਅਤੇ ਉੱਥੇ ਉੱਪਰਲੀ ਛੱਤ ਉੱਤੇ ਇੱਕ ਕੁਟੀਆ ਵਿੱਚ ਆਸਣ ਕਰਵਾਇਆ। ਪੁਜਾਰੀ ਬੁੰਗਾ ਦਰਬਾਰ ਅਬਚਲ ਨਗਰ ਤੋਂ 400-500 ਕਦਮ ਤੇ ਗੋਦਾਵਰੀ ਗੰਗਾ ਦੇ ਕੰਢੇ ਉੱਪਰ ਹੈ। ਦਰਬਾਰ ਸਾਹਿਬ ਤੋਂ ਘਾਟ ਵੱਲ ਜਾਂਦਿਆਂ ਗੁਰਦੁਆਰਾ ਨਗੀਨਾ ਘਾਟ ਸੱਜੇ ਹੱਥ ਅਤੇ ਪੁਜਾਰੀ ਬੁੰਗਾ ਖੱਬੇ ਹੱਥ ਵੱਲ ਹੈ। ਨਗੀਨਾ ਘਾਟ ਤੇ ਗੁਰੂ ਕਲਗੀਧਰ ਜੀ ਮਹਾਰਾਜ ਨੇ ਕਾਮਲ ਫਕੀਰੀ ਦਾ ਰੰਗ ਮਾਣਿਆ। ਨਾਨਕ ਕਲ ਵਿੱਚ ਆਇਆ ਰੱਬ ਫਕੀਰ ਇੱਕੋ ਪਹਿਚਾਨਾ। ਭਾਈ ਗੁਰਦਾਸ ਜੀ। ਇੱਕ ਵਾਰੀ ਜਦੋਂ ਸੱਚੇ ਪਾਤਸ਼ਾਹ ਜਾਗਤ ਜੋਤ ਦੇ ਇਲਾਹੀ ਰੰਗ ਵਿੱਚ ਮਸਤ ਸਨ, ਲੱਖੀ ਵਣਜਾਰਾ ਇੱਕ ਅਮੋਲਕ ਨਗੀਨਾ ਮਹਾਰਾਜ ਦੀ ਭੇਟਾ ਲਿਆਇਆ। ਬੜੇ ਅਦਬ ਨਾਲ ਚਰਨ ਕਮਲਾਂ ਤੇ ਸੀਸ ਰੱਖਿਆ, ਚਰਨ ਧੂੜ ਮਸਤਕ ਲਾਈ ਅਤੇ ਭੇਟਾ ਸਤਿਗੁਰੂ ਜੀ ਦੀ ਹਜ਼ੂਰੀ ਵਿੱਚ ਰੱਖੀ। ਜਦ ਗੁਰੂ ਮਹਾਰਾਜ ਨੇ ਨਿਗਾਹ ਖੋਲੀ, ਨਗੀਨੇ ਨੂੰ ਗੀਟੇ ਵਾਂਗੂ ਫੜ ਕੇ ਗੋਦਾਵਰੀ ਗੰਗਾ ਵਿੱਚ ਸੁੱਟ ਦਿੱਤਾ। ਲੱਖੀ ਬੜਾ ਨਿਰਾਸ਼ ਹੋਇਆ ਤੇ ਹੱਥ ਜੋੜ ਕੇ ਮਹਾਰਾਜ ਨੂੰ ਅਰਜ਼ ਕੀਤੀ, ਸੱਚੇ ਪਾਤਸ਼ਾਹ, ਤੁਹਾਡੀਆਂ ਤੁਸੀਂ ਹੀ ਜਾਣੋ। ਪਰ ਇਹ ਤਾਂ ਇੱਕ ਅਮੋਲਕ ਨਗੀਨਾ ਸੀ। ਸਿੱਖ ਦੀ ਬੇਨਤੀ ਸੁਣ ਕੇ ਮਹਾਰਾਜ ਨੇ ਫਰਮਾਇਆ, ਲੱਖੀ, ਜਾ ਆਪਣਾ ਨਗੀਨਾ ਗੋਦਾਵਰੀ ਵਿੱਚੋਂ ਲੱਭ ਲੈ। ਜਦ ਲੱਖੀ ਗੋਦਾਵਰੀ ਵਿੱਚ ਵੜਿਆ, ਤਦ ਕੀ ਦੇਖੇ ਕਿ ਗੋਦਾਵਰੀ ਗੰਗਾ ਵਿੱਚ ਅਨੇਕਾਂ ਹੀ ਅਮੋਲਕ ਨਗੀਨੇ ਗੀਟਿਆਂ ਵਾਂਗ ਪਏ ਸਨ। ਲੱਖੀ ਕੀ ਜਾਣੇ ਉਹਦਾ ਨਗੀਨਾ ਕਿਹੜਾ ਹੈ। ਧੰਨ ਸਤਿਗੁਰੂ ਆਖਦਾ ਮਹਾਰਾਜ ਪਾਸ ਆਇਆ ਅਤੇ ਚਰਨਾਂ ਤੇ ਟਹਿ ਪਿਆ। ਇਸੇ ਨਗੀਨੇ ਘਾਟ ਤੇ ਚੋਜੀ ਸਤਿਗੁਰੂ ਨੇ 5 ਮੋਹਰਾਂ ਹਰ ਰੋਜ਼ ਦੇ ਕੇ ਪਠਾਨ ਬੱਚੇ ਨੂੰ ਆਪਣੀ ਅਰਦਲ ਵਿੱਚ ਰੱਖਿਆ। ਇੱਥੇ ਹੀ ਹਰ ਰੋਜ਼ ਉਸ ਨੂੰ ਟਕੋਰਾਂ ਤੇ ਠੋਕਰਾਂ ਮਾਰ ਕੇ ਆਪਣੇ ਜਿਗਰ ਵਿੱਚ ਖੰਜਰ ਮਰਵਾਇਆ। ਇੱਥੇ ਹੀ ਉਸ ਦਾ ਰੁੰਡ ਮੁੰਡ ਸਿਰ ਤਲਵਾਰ ਦੇ ਇੱਕ ਵਾਰ ਨਾਲ ਜੁਦਾ ਕਰਕੇ ਆਪਣੇ ਚਰਨਾਂ ਵਿੱਚ ਸਦਾ ਲਈ ਨਿਵਾਸ ਬਖਸ਼ਿਆ। ਇੱਥੇ ਹੀ ਬਹਾਦਰ ਸ਼ਾਹ ਦੇ ਭੇਜੇ ਹੋਏ ਜਰਾਹ ਦੇ ਇਲਾਜ ਨਾਲ ਸੱਚੇ ਪਾਤਸ਼ਾਹ ਦਾ ਜ਼ਖਮ ਰਾਜੀ ਹੋਇਆ। ਇੱਥੇ ਹੀ ਇੱਕ ਸਿੱਖ ਨੇ ਕੜੀ ਕਮਾਨ ਮਹਾਰਾਜ ਦੀ ਭੇਟਾ ਕੀਤੀ। ਇਥੋਂ ਹੀ ਧਨ ਸ਼ਿਧਾਰੀ ਸਤਿਗੁਰੂ ਜੀ ਨੇ ਇਸ ਕਮਾਨ ਤੇ ਚਿੱਲਾ ਚੜਾ ਸੰਗਤ ਨੂੰ ਫਰਮਾਇਆ ਕਿ ਜਿੱਥੇ ਸਾਡਾ ਤੀਰ ਜਾ ਕੇ ਡਿੱਗੇ, ਉਥੇ ਸਾਡਾ ਅਸਥਾਨ ਹੈ। ਇੱਥੇ ਹੀ ਸੰਗਤ ਦੀ ਅਰਦਾਸ ਪੁਰ ਹਜ਼ੂਰ, ਜ਼ਖਮ ਅੱਲਾ ਹੈ, ਚਿੱਲਾ ਨਾ ਚੜਾਓ। ਮਹਾਰਾਜ ਜੀ ਨੇ ਫਰਮਾਇਆ ਕਿ ਬਸ ਹੁਣ ਅਰਸ਼ੀ ਪ੍ਰੀਤਮ ਦੀ ਹਜ਼ੂਰੀ ਵਿੱਚ ਹਾਜ਼ਰ ਹੋਣ ਦਾ ਹੁਕਮ ਆ ਗਿਆ ਹੈ, ਦੇਰੀ ਨਹੀਂ ਕਰਨੀ। ਇੱਥੇ ਹੀ ਤੀਰ ਕਮਾਨ ਵਿੱਚੋਂ ਨਿਕਲਿਆ ਅਤੇ ਇੱਕ ਮਸੀਤ ਤੇ ਜਾ ਡਿੱਗਾ। ਮੁਸਲਮਾਨ ਕਹਿਣ ਜਗ੍ਹਾ ਸਾਡੀ ਹੈ ਅਤੇ ਸਿੱਖ ਆਖਣ ਸਾਡੀ। ਇੱਥੇ ਹੀ ਮਹਾਰਾਜ ਨੇ ਹੁਕਮ ਦਿੱਤਾ ਕਿ ਉਸ ਥਾਂ ਨੂੰ ਪੁੱਟੋ। ਜੇਕਰ ਸਾਡੀ ਬੇਰਾਗਨ ਅਤੇ ਧੁਨੀ ਨਿਕਲੇ ਤਾਂ ਥਾਂ ਸਾਡੀ, ਨਹੀਂ ਤਾਂ ਮੁਸਲਮਾਨਾਂ ਦੀ। ਇੱਥੇ ਹੀ ਬਹਾਦਰ ਸ਼ਾਹ ਨੇ ਜਗ੍ਹਾ ਪੁੱਟਣ ਦਾ ਹੁਕਮ ਦਿੱਤਾ ਤੇ ਮਹਾਰਾਜ ਦੀਆਂ ਨਿਸ਼ਾਨੀਆਂ ਨਿਕਲਣ ਪਰ ਮਸੀਤ ਵਾਲੀ ਥਾਂ ਸਤਿਗੁਰੂ ਜੀ ਦੇ ਹਵਾਲੇ ਕਰ ਦਿੱਤੀ।
ਇਸੇ ਘਾਟ ਤੋਂ ਹੀ ਸਤਿਗੁਰੂ ਜੀ ਨੇ ਸਿੱਖਾਂ ਨੂੰ ਹੁਕਮ ਦਿੱਤਾ ਕਿ ਹੁਣ ਵਕਤ ਆ ਗਿਆ ਹੈ, ਸਾਡਾ ਅੰਗੀਠਾ ਸਜਾਵੋ ਅਤੇ ਬਾਹਰ ਕਨਾਤ ਲਾ ਦਿਓ। ਇਸੇ ਘਾਟ ਤੋਂ ਹੀ ਸੰਗਤ ਸਤਿਗੁਰੂ ਜੀ ਦੇ ਨਾਲ ਨਾਲ ਸ਼ਬਦ ਪੜ੍ਹਦੀ ਹੋਈ ਅੰਗੀਠੇ ਸਾਹਿਬ ਪਹੁੰਚੀ। ਸੱਚੇ ਪਾਤਸ਼ਾਹ ਜੀ ਦਾ ਹੁਕਮ ਮੰਨਦੀ ਹੋਈ ਕਨਾਤ ਤੋਂ ਬਾਹਰ ਬੈਠੀ ਸ਼ਬਦ ਕੀਰਤਨ ਕਰਦੀ ਰਹੀ। ਇਸੇ ਘਾਟ ਤੇ ਵੈਰਾਗ ਨਾਲ ਬੇਧੀ ਹੋਈ ਸੰਗਤ ਆਪਣੇ ਆਸਣ ਤੇ ਆਈ। ਇਸ਼ਨਾਨ ਕਰਕੇ ਸਾਰੀ ਰਾਤ ਚੋਜੀ ਪਿਤਾ ਦੇ ਅਚਰਜ ਕੌਤਕ, ਇਧਰ ਤਾਂ ਚਿਤਾ ਤੇ ਬੈਠ ਅੱਗ ਲਾਉਣਾ, ਉਧਰ ਸਨੱਧ-ਬੱਧ ਹੋ ਕੇ ਇੱਕ ਸਿੱਖ ਨੂੰ ਨੀਲੇ ਘੋੜੇ ਤੇ ਅਸਵਾਰ ਦਰਸ਼ਨ ਦੇਣਾ, ਵਿਚਾਰਦੀ ਤੇ ਧੰਨ ਸਤਿਗੁਰੂ ਕਹਿੰਦੀ। ਪ੍ਰੇਮ ਤੇ ਵੈਰਾਗ ਵਿੱਚ ਮਗਨ ਰਹੀ। ਵਿੱਚੋਂ ਕੋਈ ਅਡੋਲ ਨਿਸ਼ਚੇ ਵਾਲੇ ਸਿੱਖ ਬੋਲ ਉੱਠਦੇ, ਕਵਣ ਕਹੈ ਸ੍ਰੀ ਗੁਰ ਮੋਇਆ। ਸਤਿਗੁਰੂ ਸਦਾ ਹੀ ਹਾਜ਼ਰ ਹਨ ਅਤੇ ਸਾਡੇ ਅੰਗ ਸੰਗ ਹਨ। ਖਾਲਸਾ ਜੀ, ਜਗਤ ਜੋਤ ਦੇ ਅਭਿਆਸ ਵਿੱਚ ਪਰਪੱਕ ਰਹੋ ਅਤੇ ਕਲਗੀਆਂ ਵਾਲੇ ਦੇ ਹੁਕਮ ਮੰਨਣ ਦਾ ਯਤਨ ਕਰੋ। ਸਤਿਗੁਰੂ ਸਦਾ ਹੀ ਸਹਾਈ ਹੋਣਗੇ ਅਤੇ ਆਪਣੇ ਬਿਰਧ ਬਾਣੇ ਦੀ ਲਾਜ ਰੱਖਣਗੇ। ਇਸ ਫਕੀਰੀ, ਬੇਪਰਵਾਹੀ, ਬਲੀਦਾਨ, ਨਿਰਭੈਤਾ ਅਤੇ ਵੈਰਾਗ ਦੀ ਰੰਗਣ ਵਿੱਚ ਰੰਗੇ ਹੋਏ ਘਾਟ ਤੇ ਕੁਦਰਤ ਨੇ ਸੰਤ ਸਿਪਾਹੀ ਦਾ ਡੇਰਾ ਕਰਾਇਆ। ਬਸ ਹੁਣ ਕੀ ਸੀ, ਥੋੜੇ ਦਿਨਾਂ ਮਗਰੋਂ ਹੀ ਸੰਸਾਰੀ ਕੱਪੜੇ ਸਭ ਲਾਹ ਦਿੱਤੇ। ਸਿਰ ਤੇ ਖੱਦਰ ਦਾ ਛੋਟਾ ਦਸਤਾਰਾ, ਤੀੜ ਕਸ਼ਹਿਰਾ ਅਤੇ ਮੋਢੇ ਤੇ 2 ਹੱਥ ਦਾ ਇੱਕ ਪਰਨਾ ਰੱਖ ਲਿਆ। ਦਿਨ ਰਾਤ ਸ਼ਬਦ ਦੇ ਅਭਿਆਸ ਵਿੱਚ ਲੱਗੇ ਰਹਿੰਦੇ। ਪ੍ਰਸ਼ਾਦਾ ਮਿਲ ਜਾਂਦਾ ਤਾਂ ਛਕ ਲੈਂਦੇ, ਨਹੀਂ ਤਾਂ ਗੋਦਾਵਰੀ ਗੰਗਾ ਦਾ ਨਿਰਮਲ ਜਲ ਛਕ ਕੇ ਪਿਆਰੇ ਦੀ ਯਾਦ ਵਿੱਚ ਮਸਤ ਰਹਿੰਦੇ ਅਤੇ ਵੈਰਾਗਮਈ ਪ੍ਰੇਮ ਰਸ ਦੇ ਹੁਲਾਰੇ ਲੈਂਦੇ। ਪੁਜਾਰੀ ਨਾਨੂ ਸਿੰਘ ਜੀ ਤਾਂ ਅੱਗੇ ਹੀ ਬੜਾ ਸਨੇਹ ਰੱਖਦੇ ਸਨ, ਪਰ ਥੋੜੇ ਚਿਰ ਵਿੱਚ ਹੀ ਸ੍ਰੀ ਹਜ਼ੂਰ ਸਾਹਿਬ ਦੇ 1-2 ਹੋਰ ਸੇਵਕਾਂ ਦੇ ਹਿਰਦੇ ਵਿੱਚ ਸੰਤ ਜੀ ਲਈ ਖਾਸ ਖਿੱਚ ਪੈਦਾ ਹੋ ਗਈ। ਭਾਈ ਹਜੂਰਾ ਸਿੰਘ ਜੀ ਗ੍ਰੰਥੀ ਅਤੇ ਭਾਈ ਥੰਮਣ ਸਿੰਘ ਜੀ ਦੌਧਰ ਵਾਲੇ ਰਾਗੀ ਦਾ ਸੰਤ ਜੀ ਨੂੰ ਪ੍ਰਸ਼ਾਦਾ ਛਕਾਉਣ ਦਾ ਖਾਸ ਪ੍ਰੇਮ ਹੋ ਗਿਆ। ਸੰਤ ਜੀ ਪੁਜਾਰੀ ਬੁੰਗੇ ਦੇ ਪਿੱਛੇ ਇੱਕ ਪੱਥਰ ਦੇ ਚਬੂਤਰੇ ਤੇ ਬੈਠ ਕੇ ਜਪਜੀ ਸਾਹਿਬ ਦੇ ਪਾਠ ਕਰਦੇ। ਆਪ ਦਰਿਆ ਦੇ ਕੰਢੇ ਤੋਂ ਚਿੱਟੇ ਕਾਲੇ ਰੋੜੇ ਚੁਗ ਕੇ ਆਪਣੇ ਕੋਲ ਰੱਖ ਲੈਂਦੇ। ਜਦ ਇੱਕ ਪਾਠ ਪੂਰਾ ਹੋ ਜਾਂਦਾ ਤਦ ਇੱਕ ਰੋੜਾ ਗੋਦਾਵਰੀ ਵਿੱਚ ਸੁੱਟ ਦਿੰਦੇ। ਜਦ ਸੇਵਕ ਰੋਟੀ ਲੈ ਕੇ ਜਾਂਦਾ ਤਦ ਚੁੱਪ ਕਰਕੇ ਥੜੇ ਤੋਂ ਕੁਝ ਦੂਰ ਹੀ ਬੈਠ ਜਾਂਦਾ। ਜਦ ਤੀਕਰ ਸਵੇਰ ਦੇ ਪਾਠਾਂ ਦੀ ਗਿਣਤੀ ਪੂਰੀ ਨਾ ਹੋ ਜਾਂਦੀ, ਸੰਤ ਜੀ ਮਹਾਰਾਜ ਆਪਣੀ ਨਿਗਾਹ ਉੱਚੀ ਨਾ ਕਰਦੇ। ਜਦ ਸਾਰੇ ਰੋੜੇ ਮੁੱਕ ਜਾਂਦੇ ਤਦ ਗਿੱਲੇ ਪਰਨੇ ਨਾਲ ਹੱਥ ਪੂੰਝ ਕੇ ਇੱਕ ਤਹਿ ਤੋੜ ਮੋਟਾ ਪ੍ਰਸ਼ਾਦਾ, ਜਿਸ ਦੇ ਉੱਤੇ ਦਾਲ ਹੁੰਦੀ ਸੀ, ਲੈ ਲੈਂਦੇ ਅਤੇ ਪੱਥਰ ਤੇ ਰੱਖ ਕੇ ਛਕ ਲੈਂਦੇ। ਫੇਰ ਉੱਠ ਕੇ ਗੋਦਾਵਰੀ ਵਿੱਚ ਬੁੱਕ ਨਾਲ ਜਲ ਛਕ ਲੈਂਦੇ। ਸੰਤ ਜੀ ਨੇ ਸੇਵਕਾਂ ਨੂੰ ਖਾਸ ਬੇਨਤੀ ਕੀਤੀ ਹੋਈ ਸੀ ਕਿ ਇੱਕੋ ਮੋਟਾ ਪ੍ਰਸ਼ਾਦਾ ਪਕਾ ਕੇ ਉੱਪਰ ਹੀ ਦਾਲ ਭਾਜੀ ਰੱਖ ਕੇ ਲਿਆਇਆ ਕਰਨ। ਇਸ ਤਰ੍ਹਾਂ 1 ਸਾਲ 7 ਕੁ ਮਹੀਨੇ ਸੰਤ ਜੀ ਨਗੀਨਾ ਘਾਟ ਤੇ ਰਹੇ। ਘਾਟ ਦੇ ਸੱਜੇ ਪਾਸੇ ਇੱਕ ਪੱਥਰ ਦੀ ਕੋਠੜੀ ਹੈ। ਸਾਰੀ ਰਾਤ ਉਸ ਵਿੱਚ ਬੈਠ ਕੇ ਅਭਿਆਸ ਕਰਦੇ। ਦਿਨ ਚੜੇ ਪੁਜਾਰੀ ਬੁੰਗੇ ਦੇ ਪਿੱਛੇ ਆ ਕੇ ਜਪਜੀ ਸਾਹਿਬ ਦੇ ਪਾਠ ਸ਼ੁਰੂ ਕਰ ਦਿੰਦੇ, ਪਰ ਜਦੋਂ ਕਦੀ ਬਹੁਤ ਇਕਾਂਤ ਹੋਣਾ ਹੁੰਦਾ ਜਾਂ ਆਰਾਮ ਕਰਨ ਦੀ ਲੋੜ ਪੈਂਦੀ ਤਦ ਪੁਜਾਰੀ ਬੁੰਗੇ ਦੀ ਦੂਸਰੀ ਛੱਤ ਤੇ ਪ੍ਰਕਾਸ਼ ਸਥਾਨ ਦੇ ਸੱਜੇ ਪਾਸੇ ਇੱਕ ਛੋਟੀ ਜਿਹੀ ਕੋਠੜੀ ਦੇ ਅੰਦਰ ਜਿਹੜੀ ਗੁਫਾ ਹੈ ਉਸ ਵਿੱਚ ਜਾ ਬਿਰਾਜਦੇ। ਬਿਰਾਜਣਾ ਕੀ ਸੀ, 8 ਪਹਿਰ 64 ਘੜੀ ਨਾਮ ਬਾਣੀ ਦੀ ਧੁਨ ਵਿੱਚ ਮਸਤ ਰਹਿੰਦੇ। ਊਠਤ ਬੈਠਤ ਸੋਵਤ ਨਾਮ, ਕਹੋ ਨਾਨਕ ਜਨ ਕੈ ਸਦ ਕਾਮ। ਗੁਰ ਮੰਤਰ ਤੇ ਮੂਲ ਮੰਤਰ ਤੋਂ ਛੁੱਟ ਇਸ ਗੋਦਾਵਰੀ ਘਾਟ ਦੀ ਕੁਟੀਆ ਵਿੱਚ ਸੰਤ ਜੀ ਨੇ ਗੁਰ ਸ਼ਬਦ ਥੇਰ ਕਰ ਬੈਸੋ ਹਰ ਜਨ ਪਿਆਰੇ ਅਤੇ ਗੁਰੂ ਘਰ ਦੇ ਗਾਇਤਰੀ ਮੰਤਰ ਚਾਤਰੀ ਛੰਦ ਤਵੈ ਪ੍ਰਸਾਦ ਗੋਬਿੰਦੇ ਮੁਕੰਦੇ ਉਦਾਰੇ ਅਪਾਰੇ ਹਰਿਯੰ ਕਰਿਯੰ ਨਰਨਾਮੇ ਅਕਾਮੇ। ਜਾਪ ਸਾਹਿਬ ਦੀ ਅਟੁੱਟ ਅਰਾਧਨਾ ਕੀਤੀ।
ਇਸ ਸਮੇਂ ਸੰਤ ਜੀ ਕਿਸੇ ਨਾਲ ਗੱਲਬਾਤ ਨਾ ਕਰਦੇ। ਜੇ ਕੋਈ ਗੱਲ ਛੇੜ ਵੀ ਦਿੰਦਾ ਤਾਂ ਆਪ ਇੱਕ ਉਂਗਲੀ ਖੜੀ ਕਰ ਦਿੰਦੇ ਜਾਂ ਹੱਥ ਜੋੜ ਕੇ ਨਮਸਕਾਰ ਕਰ ਦਿੰਦੇ। ਅਧੀਨਗੀ ਬੜੀ ਸੀ, ਹਰ ਇੱਕ ਸਿੱਖ ਦੇ ਪੈਰੀਂ ਪੈਂਦੇ ਅਤੇ ਜੇ ਕੋਈ ਕੌੜਾ ਬਚਨ ਕਰ ਦਿੰਦਾ ਤਾਂ ਚੁੱਪ ਰਹਿੰਦੇ। ਦਰਬਾਰ ਸਾਹਿਬ ਦੇ ਝਾੜੂ ਦੀ ਅਤੇ ਇਸ਼ਨਾਨ ਵਾਸਤੇ ਜਲ ਦੀ ਸੇਵਾ ਕਰਦੇ। ਕੁਝ ਖਾਸ ਸਾਖੀਆਂ। ਇਸ ਸਮੇਂ ਦੀਆਂ ਕੁਝ ਖਾਸ ਸਾਖੀਆਂ ਸੰਤ ਜੀ ਦਾ ਵੈਰਾਗ ਅਤੇ ਪ੍ਰੇਮ ਦਾ ਨਕਸ਼ਾ ਸਾਡੇ ਸਾਹਮਣੇ ਰੱਖਦੀਆਂ ਹਨ। ਫਕੀਰੀ ਬਾਣਾ ਧਾਰਨ ਕਰਦੇ ਹੀ ਸੰਤ ਗੋਦਾਵਰੀ ਗੰਗਾ ਦੇ ਕੰਢੇ ਕੰਢੇ ਤੁਰ ਪਏ। ਨਗੀਨਾ ਘਾਟ ਤੋਂ ਕੋਈ 3 ਕੁ ਮੀਲ ਦੇ ਫਾਸਲੇ ਤੇ ਇੱਕ ਥਾਂ ਦਰਿਆ ਵਿੱਚ ਗੋਡੇ ਗੋਡੇ ਜਲ ਸੀ। ਇੱਥੇ ਸੰਤ ਜੀ ਨੇ ਜਲ ਵਿੱਚ ਸਿਮਰਨ ਤਪ ਆਰੰਭ ਕਰ ਦਿੱਤਾ। ਇਸ ਤਰ੍ਹਾਂ 8 ਦਿਨ ਬੀਤ ਗਏ। ਗੰਗਾ ਜਲ ਤੋਂ ਛੁੱਟ ਹੋਰ ਕੋਈ ਆਹਾਰ ਨਹੀਂ ਸੀ। ਇੱਕ ਰਾਤ ਸ੍ਰੀ ਹਜ਼ੂਰ ਸਾਹਿਬ ਦੇ ਵੱਡੇ ਪੁਜਾਰੀ ਭਾਈ ਨਾਨੂ ਸਿੰਘ ਜੀ ਨੂੰ ਸੁਪਨਾ ਆਇਆ ਕਿ ਕਰਤਾਰ ਦਾ ਇੱਕ ਪਿਆਰਾ ਗੋਦਾਵਰੀ ਗੰਗਾ ਵਿੱਚ ਕਈ ਦਿਨਾਂ ਤੋਂ ਤਪ ਕਰ ਰਿਹਾ ਹੈ। ਉਸ ਨੂੰ ਅੰਨ ਗ੍ਰਹਿਣ ਕੀਤਿਆਂ ਅੱਜ 8 ਦਿਨ ਹੋ ਗਏ ਹਨ। ਤੁਸੀਂ ਉਸ ਨੂੰ ਜਾ ਕੇ ਪ੍ਰਸ਼ਾਦਾ ਛਕਾਓ। ਦੂਜੇ ਦਿਨ ਅੰਮ੍ਰਿਤ ਵੇਲੇ ਦੇ ਦੀਵਾਨ ਦੇ ਭੋਗ ਮਗਰੋਂ ਪੁਜਾਰੀ ਸਿੰਘ ਨੇ ਬੜੇ ਪ੍ਰੇਮ ਨਾਲ ਪ੍ਰਸ਼ਾਦਾ ਪਕਵਾਇਆ ਅਤੇ ਗੋਦਾਵਰੀ ਦੇ ਕੰਢੇ ਕੰਢੇ ਤੁਰ ਪਿਆ। 2 ਕੁ ਮੀਲ ਗਿਆ ਪਰ ਕੋਈ ਸਰੀਰ ਗੋਦਾਵਰੀ ਵਿੱਚ ਤਪ ਕਰਦਾ ਨਜ਼ਰ ਨਾ ਆਇਆ। ਨਿਰਾਸ਼ ਹੋ ਕੇ ਮੁੜ ਆਇਆ। ਰਾਤ ਨੂੰ ਫਿਰ ਸੁਪਨਾ ਆਇਆ। ਆਵਾਜ਼ ਆਈ, ਤੁਸਾਂ ਸਾਡੇ ਪਿਆਰੇ ਨੂੰ ਪ੍ਰਸ਼ਾਦਾ ਨਹੀਂ ਛਕਾਇਆ। ਪੁਜਾਰੀ ਸਿੰਘ ਨੇ ਇਸੇ ਦਸ਼ਾ ਵਿੱਚ ਬੇਨਤੀ ਕੀਤੀ ਕਿ ਹਜੂਰ, ਕੁਝ ਸੂਹ ਪਤਾ ਨਹੀਂ ਸੀ ਲੱਗਦਾ। ਹੁਕਮ ਹੋਇਆ ਗੋਦਾਵਰੀ ਦੇ ਕੰਢੇ ਕੰਢੇ 3 ਮੀਲ ਚਲੇ ਜਾਓ। ਉਥੋਂ ਦਰਿਆ ਦਾ ਮੋੜ ਲੰਘ ਕੇ ਨਜ਼ਰੀ ਪੈ ਜਾਵੇਗਾ। ਦੂਜੇ ਦਿਹਾੜੇ ਪਤੇ ਅਨੁਸਾਰ ਪੁਜਾਰੀ ਸਿੰਘ ਪ੍ਰਸ਼ਾਦਾ ਲੈ ਕੇ ਪੁੱਜਾ। ਸੰਤ ਜੀ ਮਹਾਰਾਜ ਅਡੋਲ ਧਿਆਨ ਵਿੱਚ ਮਗਨ ਸਨ। ਥੋੜੇ ਚਿਰ ਪਿਛੋਂ ਜਦ ਸੰਤਾਂ ਦੀ ਸਮਾਧੀ ਖੁੱਲੀ ਤਦ ਪੁਜਾਰੀ ਸਿੰਘ ਨੇ ਪ੍ਰਸ਼ਾਦ ਛਕਣ ਵਾਸਤੇ ਬੇਨਤੀ ਕੀਤੀ। ਸੰਤ ਜੀ ਨੇ ਪੁੱਛਿਆ ਕਿ ਤੁਸੀਂ ਇੱਥੇ ਕਿਸ ਤਰ੍ਹਾਂ ਆ ਗਏ। ਤਦ ਪੁਜਾਰੀ ਸਿੰਘ ਨੇ ਸੁਪਨੇ ਦੀ ਸਾਰੀ ਵਾਰਤਾ ਆਖ ਸੁਣਾਈ। ਪਹਿਲਾਂ ਤਾਂ ਸੰਤ ਜੀ ਨੇ ਪ੍ਰਸ਼ਾਦ ਛਕਣ ਤੋਂ ਨਾਂਹ ਕਰ ਦਿੱਤੀ, ਪਰ ਜਦ ਪੁਜਾਰੀ ਸਿੰਘ ਨੇ ਆਪਣੀ ਮਜਬੂਰੀ ਦੱਸੀ ਕਿ ਮੈਨੂੰ ਤਾਂ ਸੌਣਾ ਵੀ ਮੁਸ਼ਕਲ ਹੋ ਜਾਵੇਗਾ, ਤਾਂ ਇਹ ਬਚਨ ਲੈ ਕੇ ਉਹ ਇਹ ਵਾਰਤਾ ਕਿਸੇ ਨੂੰ ਨਹੀਂ ਦੱਸਣਗੇ, ਪ੍ਰਸ਼ਾਦਾ ਛਕ ਲਿਆ। ਸਾਖੀ ਦੂਸਰੀ। ਇੱਕ ਵਾਰੀ ਤਪ ਕਰਦਿਆਂ ਕਰਦਿਆਂ ਖਿਆਲ ਆਇਆ ਕਿ ਉਸ ਮੰਤਰ ਦਾ ਜਾਪ ਕਰੀਏ ਜਿਸ ਦੀ ਅਰਾਧਨਾ ਲਵ ਕੁਸ਼ ਨੇ ਕੀਤੀ ਸੀ ਅਤੇ ਜਿਸ ਦੇ ਫਲ ਕਰਕੇ ਉਹਨਾਂ ਨੂੰ ਕੋਈ ਵੀ ਨਹੀਂ ਸੀ ਜਿੱਤ ਸਕਿਆ। ਪਰ ਫਿਰ ਮਨ ਵਿੱਚ ਖਿਆਲ ਆਇਆ ਕਿ ਗੁਰੂ ਘਰ ਦਾ ਮੰਤਰ ਅਤੇ ਗੁਰੂ ਘਰ ਦੀ ਬਾਣੀ ਹੀ ਸਾਰੇ ਕਾਰਜਾਂ ਦੇ ਪੂਰਾ ਕਰਨ ਲਈ ਸਮਰੱਥ ਹੈ। ਮਹਾ ਮੰਤਰ ਨਾਨਕ ਕਥੈ, ਹੋਰ ਮੰਤਰ ਕੀ ਅਰਾਧਨਾ ਹੈ। ਤੀਸਰੀ ਸਾਖੀ। ਸ੍ਰੀ ਹਜ਼ੂਰ ਸਾਹਿਬ ਜਾਂਦਿਆਂ ਇੱਕ ਪ੍ਰੇਮੀ ਨੇ ਕੁਝ ਮਾਇਆ ਕੱਪੜੇ ਦੀ ਗੰਢ ਵਿੱਚ ਸਾਡੇ ਲੱਕ ਨਾਲ ਬੰਨ੍ਹ ਦਿੱਤੀ। ਜਦ ਅਸੀਂ ਹਜ਼ੂਰ ਸਾਹਿਬ ਪੁਜਾਰੀ ਬੁੰਗੇ ਡੇਰਾ ਕੀਤਾ ਤਾਂ ਇਹ ਗੰਢ ਇੱਕ ਝਾੜੀ ਦੇ ਮੁੱਢ ਨਾਲ ਟੋਇਆ ਪੁੱਟ ਕੇ ਕੱਪੜੇ ਸਮੇਤ ਦੱਬ ਦਿੱਤੀ। ਬੰਦਗੀ ਕਰਦਿਆਂ ਕਰਦਿਆਂ ਕਈ ਵਾਰੀ ਫੁਰਨਾ ਟੋਏ ਵੱਲ ਚਲਾ ਜਾਵੇ। ਇੱਕ ਦਿਨ ਅਭਿਆਸ ਵਿੱਚ ਇਹ ਫੁਰਨਾ ਸਾਹਮਣੇ ਆਇਆ ਤਾਂ ਮਨ ਵਿੱਚ ਠਾਣ ਲਿਆ ਕਿ ਅੱਜ ਇਸ ਪ੍ਰੇਮਣ ਦਾ ਜੂੜ ਵੱਢ ਦੇਣਾ ਹੈ। ਜਦ ਸਿਮਰਨ ਦਾ ਵੇਲਾ ਪੂਰਾ ਹੋ ਗਿਆ ਤਦ ਟੋਏ ਪਾਸ ਜਾ ਕੇ ਉਹ ਗੰਢ ਕੱਢ ਲਿਆਂਦੀ ਅਤੇ ਗੋਦਾਵਰੀ ਗੰਗਾ ਵਿੱਚ ਲక్ష్ਮੀ ਦਾ ਛਿੱਟਾ ਦੇ ਦਿੱਤਾ। ਚੌਥੀ ਸਾਖੀ। ਨਗੀਨਾ ਘਾਟ ਦੇ ਪਾਸ ਹੀ 100 ਕੁ ਕਦਮ ਤੇ ਬੰਦਾ ਘਾਟ ਹੈ ਅਤੇ ਇਸ ਤੋਂ 400-500 ਕਦਮ ਤੇ ਗੌਤਮ ਘਾਟ ਹੈ। ਇੱਥੇ ਇੱਕ ਬਹੁਤ ਪੁਰਾਣਾ ਬੋਹੜ ਦਾ ਰੁੱਖ ਹੈ ਜਿਸ ਦੇ ਹੇਠ ਇੱਕ ਪੁਰਾਣੀ ਗੁਫਾ ਹੈ। ਕਈ ਵਾਰੀ ਸੰਤ ਜੀ ਇਹਨਾਂ ਇਕਾਂਤ ਸਥਾਨਾਂ ਵਿੱਚ ਜਾ ਨਿਕਲਦੇ ਅਤੇ ਉੱਥੇ ਹੀ ਨਾਮ ਸਿਮਰਨ ਦੇ ਰੰਗ ਵਿੱਚ ਮਸਤ ਹੋ ਜਾਂਦੇ। ਇੱਕ ਵਾਰੀ ਸੰਤ ਜੀ ਗੌਤਮ ਘਾਟ ਤੇ ਤਪ ਕਰ ਰਹੇ ਸਨ। ਜਦ ਪ੍ਰੇਮੀ ਪ੍ਰਸ਼ਾਦ ਲੈ ਕੇ ਗਿਆ ਤਦ ਕੀ ਦੇਖਦਾ ਹੈ ਕਿ ਸੰਤ ਜੀ ਮਹਾਰਾਜ ਦੇ ਸਾਹਮਣੇ ਇੱਕ ਬੜਾ ਭਾਰੀ ਫਣੀਅਰ ਨਾਗ ਫਣ ਖਿਲਾਰੀ ਖੜਾ ਹੈ।
ਮਾਨੋ ਦਰਸ਼ਨ ਕਰਕੇ ਨਾਮ ਰਸ ਵਿੱਚ ਮਗਨ ਹੈ। ਪ੍ਰੇਮੀ ਪਹਿਲਾਂ ਤਾਂ ਡਰਿਆ, ਪਰ ਫੇਰ ਪ੍ਰਸ਼ਾਦ ਲੈ ਗਿਆ। ਜਦ ਨੇੜੇ ਪਹੁੰਚਿਆ ਤਦ ਸਰਪ ਚਲਾ ਗਿਆ। ਸੰਤ ਜੀ ਮਹਾਰਾਜ ਨੇ ਨੇਤਰ ਖੋਲ੍ਹੇ ਅਤੇ ਆਖਿਆ ਕਿ ਪ੍ਰੇਮੀ ਦਰਸ਼ਨ ਦੇਣ ਆਇਆ ਸੀ। ਬੰਦਾ ਘਾਟ ਤੇ ਵੀ ਜਿੱਥੇ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਮਾਧੋ ਦਾਸ ਬੈਰਾਗੀ ਦਾ ਮਾਣ ਭੰਗ ਕਰਕੇ ਉਸ ਨੂੰ ਆਪਣਾ ਸੇਵਕ ਬਣਾ ਪੰਜਾਬ ਵੱਲ ਜ਼ਾਲਮਾਂ ਨੂੰ ਆਪਣੇ ਕਰਮਾਂ ਦਾ ਫਲ ਭੁਗਤਾਉਣ ਵਾਸਤੇ ਭੇਜਿਆ ਸੀ। ਸੰਤ ਜੀ ਕਈ ਵਾਰ ਸਤਿਗੁਰੂ ਕਲਗੀਆਂ ਵਾਲੇ ਜੀ ਦੇ ਚਰਨਾਂ ਦਾ ਧਿਆਨ ਲਾਈ ਸਮਾਧੀ ਅਸਥਿਤ ਰਹਿੰਦੇ। ਕਾਂਡ ਪੰਜਵਾ। ਸ਼ਲੋਕ ਮਹੱਲਾ ਪੰਜਵਾ। ਜੈਸਾ ਸਤਿਗੁਰ ਸੁਣੀਦਾ ਤੈਸੋ ਹੀ ਮੈਂ ਡੀਠ। ਵਿਛੜਿਆ ਮੇਲੇ ਪ੍ਰਭੂ ਹਰ ਦਰਗਹਿ ਕਾ ਬਸੀਠ। ਹਰ ਨਾਮੋ ਮੰਤਰ ਦ੍ਰਿੜਾਏ ਦਾ ਕੱਟੇ ਹਉਮੈ ਰੋਗ। ਨਾਨਕ ਸਤਿਗੁਰ ਤਿਨਾ ਮਿਲਾਇਆ ਜਿਨਾ ਧੁਰੇ ਪਿਆ ਸੰਜੋਗ। ਸ਼ਿਕਾਰ ਘਾਟ ਤੇ ਤਪ। ਸਾਧ ਸੰਗਤ ਪਾਸੋਂ ਸੋਤੇ ਸਿੱਧ ਹੀਰਾ ਘਾਟ ਮਾਤਾ ਜੀ ਦੇ ਅਸਥਾਨ ਅਤੇ ਸ਼ਿਕਾਰ ਘਾਟ ਦੀ ਸੋਹ ਪੈ ਚੁੱਕੀ ਸੀ। ਇੱਕ ਦਿਨ ਅੰਦਰੋਂ ਸੰਕਲਪ ਉੱਠਿਆ ਕਿ ਚੱਲੋ ਇਹਨਾਂ ਸਥਾਨਾਂ ਦੀ ਵੀ ਚਰਨ ਧੂੜ ਲੈ ਆਈਏ। ਦੂਜੇ ਦਿਨ ਅੰਮ੍ਰਿਤ ਵੇਲੇ ਪੈਦਲ ਹੀ ਗੋਦਾਵਰੀ ਗੰਗਾ ਦੇ ਕੰਢੇ ਤੁਰ ਪਏ। ਹੀਰਾ ਘਾਟ ਨਗੀਨਾ ਘਾਟ ਤੋਂ 6 ਕੋ ਮੀਲ ਦੀ ਵਿੱਥ ਤੇ ਗੋਦਾਵਰੀ ਦੇ ਕੰਢੇ ਤੇ ਹੈ। ਇਸ ਥਾਂ ਨੂੰ ਸਤਿਗੁਰੂ ਜੀ ਸੱਚੇ ਪਾਤਸ਼ਾਹ ਨੇ ਨਿਵਾਜਿਆ ਅਤੇ ਨਾਮ ਦੀ ਰੰਗਣ ਵਿੱਚ ਰੰਗਿਆ। ਸਤਿਗੁਰੂ ਜੀ ਇਸ ਥਾਂ ਇਕਾਂਤ ਵਾਸੀ ਰਹਿੰਦੇ। 2-4 ਖਾਸ ਸੇਵਕ ਅਰਦਲ ਵਿੱਚ ਰੱਖਦੇ ਅਤੇ ਮਾਤਾ ਸਾਹਿਬ ਕੌਰ ਜੀ ਸਾਰੀ ਸੰਗਤ ਸਮੇਤ 2 ਕੋ ਮੀਲ ਦੀ ਵਿੱਥ ਤੇ ਬਿਰਾਜਦੇ। ਲੰਗਰ ਮਾਤਾ ਜੀ ਦੇ ਡੇਰੇ ਬਣਦਾ। ਮਾਤਾ ਜੀ ਆਪ ਪ੍ਰਸ਼ਾਦਾ ਲੈ ਕੇ ਹਾਜ਼ਰ ਹੁੰਦੇ ਅਤੇ ਸੱਚੇ ਪਾਤਸ਼ਾਹ ਜੀ ਦਾ ਦਰਸ਼ਨ ਕਰਕੇ ਫੇਰ ਆਪਣੇ ਆਸਣ ਤੇ ਆ ਬਿਰਾਜਦੇ। ਇੱਕ ਵਾਰੀ ਇਸ ਅਸਥਾਨ ਤੇ ਬਹਾਦਰ ਸ਼ਾਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਲਈ ਆਇਆ ਅਤੇ ਇੱਕ ਅਮੋਲਕ ਹੀਰਾ ਮਹਾਰਾਜ ਜੀ ਦੀ ਭੇਟਾ ਕੀਤਾ। ਸੱਚੇ ਪਾਤਸ਼ਾਹ ਨੇ ਇਸ ਨੂੰ ਦਰਿਆ ਵਿੱਚ ਅਸ਼ੋਪ ਹੀ ਸੁੱਟ ਦਿੱਤਾ। ਇਹ ਕੌਤਕ ਵੇਖ ਬਹਾਦਰ ਸ਼ਾਹ ਹੱਕਾ ਬੱਕਾ ਰਹਿ ਗਿਆ। ਮਹਾਰਾਜ ਜੀ ਨੇ ਹੱਸ ਕੇ ਫਰਮਾਇਆ ਕਿ ਜਾਹ ਆਪਣਾ ਹੀਰਾ ਗੋਦਾਵਰੀ ਵਿੱਚੋਂ ਕੱਢ ਲੈ। ਬਹਾਦਰ ਸ਼ਾਹ ਹੁਕਮ ਮੰਨ ਕੇ ਗਿਆ ਤੇ ਕੀ ਵੇਖਿਆ ਕਿ ਅਣਗਿਣਤ ਅਮੋਲ ਹੀਰੇ ਦਰਿਆ ਵਿੱਚ ਪਏ ਸਨ। ਸ਼ਰਮਿੰਦਾ ਹੋ ਕੇ ਮਹਾਰਾਜ ਜੀ ਦੀ ਸ਼ਰਨ ਆਇਆ। ਇਸ ਖੇਲ ਕਰਕੇ ਇਸ ਅਸਥਾਨ ਦਾ ਨਾਮ ਹੀਰਾ ਘਾਟ ਚੱਲਿਆ ਆਉਂਦਾ ਹੈ। ਸੰਤ ਜੀ ਦਿਨ ਚੜ੍ਹਦੇ ਹੀ ਹੀਰਾ ਘਾਟ ਪਹੁੰਚ ਗਏ। ਸੱਚੇ ਪਾਤਸ਼ਾਹ ਜੀ ਦੀ ਚਰਨ ਧੂੜ ਮਸਤਕ ਤੇ ਲਾਈ ਅਤੇ ਦੁਪਹਿਰਾ ਇਸ ਜਗ੍ਹਾ ਹੀ ਕੱਟਿਆ। ਸ਼ਾਮ ਦੇ ਵਕਤ ਮਾਤਾ ਜੀ ਦੇ ਅਸਥਾਨ ਤੇ ਪਹੁੰਚੇ ਅਤੇ ਰਾਤ ਉੱਥੇ ਹੀ ਮਾਤਾ ਜੀ ਦੀ ਗੋਦ ਵਿੱਚ ਬਿਰਾਜੇ। ਦੂਸਰੇ ਦਿਨ ਸਵੇਰੇ ਹੀ ਸ਼ਿਕਾਰ ਘਾਟ ਵੱਲ ਤੁਰ ਪਏ। ਮਨ ਵਿੱਚ ਮੂਲੇ ਦੀ ਸਾਖੀ ਯਾਦ ਆਈ। ਸਾਰੇ ਸਰੀਰ ਦੇ ਰੋਮ ਖੜੇ ਹੋ ਗਏ ਅਤੇ ਸਤਿਗੁਰੂ ਸੱਚੇ ਪਾਤਸ਼ਾਹ ਦੀ ਦਿਆਲਤਾ ਅਤੇ ਮਿਹਰ ਦਾ ਨਕਸ਼ਾ ਹਿਰਦੇ ਵਿੱਚ ਵੱਜ ਗਿਆ। ਅਚੇਤ ਹੀ ਮੁਖ ਤੋਂ ਧੰਨ ਗੁਰੂ ਨਾਨਕ, ਧੰਨ ਗੁਰੂ ਗੋਬਿੰਦ ਸਿੰਘ ਜੀ ਦੀ ਆਵਾਜ਼ ਨਿਕਲਣ ਲੱਗ ਪਈ। ਸੱਚੇ ਪਾਤਸ਼ਾਹ ਤੂੰ ਧੰਨ ਹੈ, ਅਕਿਰਤ ਕਣਾ ਅਤੇ ਪਾਪੀਆਂ ਨੂੰ ਤਾਰਦਾ ਹੈ। ਸਾਨੂੰ ਵੀ ਬਖਸ਼ ਆਪਣੇ ਚਰਨਾਂ ਦਾ ਸਦਕਾ ਗੁਰਸਿੱਖੀ ਜੀਵਨ ਨਿਭਾਹ। ਦਰਿਆ ਇਸ ਜਗ੍ਹਾ ਕਈ ਵਿੰਗ ਖਾਂਦਾ ਹੈ। ਪਿੱਛੇ ਹੀਰਾ ਘਾਟ ਨਜ਼ਰ ਆਇਆ ਅਤੇ ਅੱਗੇ ਸੋਹਣੇ ਲਹਿਰਾਉਂਦੇ ਖੇਤਾਂ ਤੋਂ ਪਰੇ ਇੱਕ ਸੁਹਾਵਣੇ ਟਿੱਲੇ ਤੇ ਨਿਗਾਹ ਪਈ, ਜਿਸ ਦੇ ਚਰਨਾਂ ਹੇਠ ਇੱਕ ਪਾਸੇ ਸਰਪ ਵੱਤ ਵੱਲ ਖਾਂਦੀ ਗੋਦਾਵਰੀ ਗੰਗਾ ਵਗ ਰਹੀ ਸੀ। ਇਸ ਨਜ਼ਾਰੇ ਨੇ ਮੂਲੇ ਦੇ ਛੁਟਕਾਰੇ ਦਾ ਸਾਰਾ ਨਕਸ਼ਾ ਸੰਤ ਜਾਤਰੂ ਦੇ ਸਾਹਮਣੇ ਲੈ ਆਂਦਾ। ਕਿਸ ਤਰ੍ਹਾਂ ਮੂਲਾ ਸਹੇ ਦੀ ਸ਼ਕਲ ਵਿੱਚ ਹੀਰਾ ਘਾਟ ਕੋਲ ਨਿਕਲਿਆ
ਵੇਖਦਿਆਂ ਹੀ ਸਤਿਗੁਰੂ ਜੀ ਨੂੰ ਆਪਣੇ ਪਹਿਲੇ ਜਾਮੇ ਦਾ ਬਚਨ ਯਾਦ ਆਇਆ, ਮੂਲਿਆ ਤੇਰਾ ਉਧਾਰ 10ਵੇਂ ਜਾਮੇ ਵਿੱਚ ਕਰਾਂਗੇ। ਕਿਸ ਤਰ੍ਹਾਂ ਸਤਿਗੁਰੂ ਜੀ ਨੇ ਸਹੇ ਦੇ ਮਗਰ ਘੋੜਾ ਦੌੜਾਇਆ ਅਤੇ ਕਿਸ ਤਰ੍ਹਾਂ ਸਹਿਆ ਦਰਿਆ ਦੇ ਵੱਲ ਦੀ ਓਟ ਲੈਂਦਾ ਖੇਤਾਂ ਵਿੱਚ ਲੁਕਦਾ ਛਿਪਦਾ ਸ਼ਿਕਾਰ ਘਾਟ ਦੇ ਟਿੱਬੇ ਹੇਠ ਜਾ ਨਿਕਲਿਆ। ਕਿਸ ਤਰ੍ਹਾਂ ਟਿੱਬੇ ਨੂੰ ਦੇਖ ਕੇ ਹਫਿਆ ਹੋਇਆ ਸਹਿਆ ਜ਼ਰਾ ਠਹਿਰ ਗਿਆ ਅਤੇ ਪਿੱਛੇ ਨੂੰ ਮੁੜ ਕੇ ਵੇਖਿਆ ਤਾਂ ਥੋੜੇ ਹੀ ਫਾਸਲੇ ਤੇ ਸਤਿਗੁਰੂ ਜੀ ਦਾ ਘੋੜਾ ਵਾਹੋ ਦਾਹੀ ਪਿੱਛੇ ਨਜ਼ਰ ਆਇਆ। ਦੌੜ ਕੇ ਟਿੱਬੇ ਤੇ ਚੜ ਗਿਆ। ਟੀਸੀ ਤੇ ਪਹੁੰਚਦਿਆਂ ਹੀ ਦਮ ਹਾਰ ਗਿਆ। ਜ਼ਰਾ ਕੋ ਠਹਿਰ ਗਿਆ ਤੇ ਮੁੜ ਕੇ ਵੇਖਿਆ, ਪਰ ਨਾਲ ਹੀ ਸਤਿਗੁਰੂ ਦੇ ਤੀਰ ਦਾ ਸ਼ਿਕਾਰ ਹੋ ਗਿਆ ਅਤੇ ਮੂਲਾ ਬਬਾਨ ਵਿੱਚ ਧੰਨ ਗੁਰੂ ਨਾਨਕ ਆਖਦਾ ਬੈਕੁੰਠ ਧਾਮ ਵਿੱਚ ਜਾ ਬਿਰਾਜਿਆ। ਨੋਟ: ਜਦ ਹਮਜ਼ਾ ਗੌਂਸ ਨੇ ਸਿਆਲਕੋਟ ਵਿੱਚ ਕਰੋਪ ਹੋ ਕੇ ਪ੍ਰਣ ਕੀਤਾ ਕਿ ਮੈਂ ਸ਼ਹਿਰ ਨੂੰ ਨਸ਼ਟ ਕਰ ਦੇਣਾ ਹੈ ਅਤੇ ਇਸ ਆਸ਼ਾ ਦੇ ਪੂਰਨ ਕਰਨ ਲਈ ਚਿੱਲਾ ਕੱਟਣ ਲਈ ਗੋਬੰਜ ਵਿੱਚ ਬੰਦ ਹੋ ਗਿਆ, ਤਦ ਗਰੀਬ ਨਿਵਾਜ ਗੁਰੂ ਨਾਨਕ ਦੇਵ ਜੀ ਮਹਾਰਾਜ ਅਨਾਥਾਂ ਦੀ ਪੁਕਾਰ ਸੁਣ ਕੇ ਬਾਬੇ ਦੀ ਬੇਰ ਹੇਠਾਂ ਆ ਬਿਰਾਜੇ। ਹਮਜ਼ਾ ਗੌਂਸ ਦੇ ਗੋਬੰਜ ਵੱਲ ਜਦ ਨਿਗਾਹ ਕੀਤੀ ਤਾਂ ਗੋਬੰਜ ਟੁੱਟ ਗਿਆ। ਰੌਸ਼ਨੀ ਵੇਖ ਕੇ ਫਕੀਰ ਤਿਲ ਮਿਲਾਇਆ ਤੇ ਚਿੱਲਾ ਟੁੱਟਣ ਕਰਕੇ ਮਨ ਵਿੱਚ ਬੜਾ ਕ੍ਰੋਧ ਖਾਧਾ। ਇਸ ਦਸ਼ਾ ਵਿੱਚ ਬਾਹਰ ਨਿਕਲਿਆ। ਸਾਹਮਣੇ ਇੱਕ ਸ਼ਾਂਤੀ ਭਰੀ ਨੂਰਾਨੀ ਰੱਬੀ ਸੂਰਤ ਨਜ਼ਰ ਆਈ। ਦੀਦਾਰ ਕਰਕੇ ਕੁਝ ਕੁ ਠੰਡਾ ਹੋਇਆ। ਫਿਰ ਵੀ ਗੁੱਸੇ ਵਿੱਚ ਪੁੱਛਿਆ ਕਿ ਮੇਰਾ ਚਿੱਲਾ ਕਿਉਂ ਤੋੜਿਆ ਜੇ? ਸਤਿਗੁਰੂ ਨੇ ਫਰਮਾਇਆ ਕਿ ਫਕੀਰਾਂ ਦਾ ਧਰਮ ਦਇਆ ਕਰਨਾ ਹੈ, ਨਾ ਕਿ ਗੁੱਸੇ ਵਿੱਚ ਆ ਕੇ ਭਲੇ ਬੁਰੇ ਸਾਰਿਆਂ ਨੂੰ ਨਸ਼ਟ ਕਰਨਾ। ਹਮਜ਼ਾ ਗੌਂਸ ਨੇ ਜਵਾਬ ਦਿੱਤਾ, ਸਿਆਲਕੋਟ ਵਿੱਚ ਭਲਾ ਕੋਈ ਨਹੀਂ। ਮਹਾਰਾਜ ਨੇ ਪ੍ਰੀਖਿਆ ਲਈ ਮਰਦਾਨੇ ਨੂੰ 1 ਟਕਾ ਦਿੱਤਾ ਤੇ ਫਰਮਾਇਆ, ਜਾ ਸ਼ਹਿਰ ਵਿੱਚੋਂ 1 ਟਕੇ ਦਾ ਸੱਚ ਝੂਠ ਖਰੀਦ ਕੇ ਲੈ ਆ। ਮਰਦਾਨਾ ਸਾਰਾ ਬਾਜ਼ਾਰ ਫੇਰਿਆ। ਕਿਸੇ ਨੇ ਮਸਕਰੀ ਕੀਤੀ, ਕਿਸੇ ਨੇ ਮੋੜ ਦਿੱਤਾ ਕਿ ਸਾਡੇ ਪਾਸ ਇਹ ਸੌਦਾ ਨਹੀਂ ਹੈ। ਫਿਰਦਾ ਫਿਰਦਾ ਮੂਲੇ ਦੀ ਦੁਕਾਨ ਤੇ ਪਹੁੰਚਿਆ। ਇਸ ਨੇ ਟਕਾ ਲੈ ਲਿਆ ਤੇ ਕਾਗਜ਼ ਤੇ ਲਿਖ ਦਿੱਤਾ, ਮਰਨਾ ਸੱਚ ਹੈ ਤੇ ਜਿਉਣਾ ਝੂਠ। ਜਵਾਬ ਲੈ ਕੇ ਮਰਦਾਨਾ ਸਤਿਗੁਰੂ ਜੀ ਦੇ ਪਾਸ ਆਇਆ। ਸਤਿਗੁਰੂ ਜੀ ਨੇ ਹਮਜ਼ਾ ਗੌਂਸ ਨੂੰ ਦਿਖਾਇਆ। ਫਕੀਰ ਸ਼ਰਮਿੰਦਾ ਹੋਇਆ ਤੇ ਸਤਿਗੁਰੂ ਦੀ ਸ਼ਰਨ ਆਇਆ। ਇਹ ਖਬਰ ਸਾਰੇ ਸ਼ਹਿਰ ਵਿੱਚ ਧੁੰਮ ਗਈ। ਸਾਰੇ ਨਗਰ ਵਾਸੀ ਸਤਿਗੁਰੂ ਜੀ ਦੀ ਚਰਨੀ ਲੱਗੇ ਅਤੇ ਮੂਲਾ ਸਤਿਗੁਰੂ ਜੀ ਦਾ ਸਿੱਖ ਬਣ ਕੇ ਸਤਿਗੁਰੂ ਜੀ ਦੇ ਨਾਲ ਤੁਰ ਪਿਆ। ਕੁਝ ਸਮਾਂ ਮਹਾਰਾਜ ਜੀ ਦੇ ਨਾਲ ਰਿਹਾ। ਜਦ ਵਿਚਰਦੇ ਪੂਰਬ ਦੇਸ਼ ਵਿੱਚ ਪਹੁੰਚੇ, ਤਦ ਮੂਲੇ ਨੂੰ ਸਿਆਲਕੋਟ ਤੋਂ ਆਪਣੀ ਇਸਤਰੀ ਦਾ ਮੋਹ ਭਰਿਆ ਸੁਨੇਹਾ ਮਿਲਿਆ ਕਿ ਛੇਤੀ ਮੁੜ ਆਓ, ਨਹੀਂ ਤਾਂ ਘਰ ਉੱਜੜ ਜਾਏਗਾ। ਮੂਲੇ ਨੇ ਸਤਿਗੁਰੂ ਜੀ ਕੋਲੋਂ ਆਗਿਆ ਮੰਗੀ। ਮਹਾਰਾਜ ਹੱਸ ਪਏ ਤੇ ਆਖਿਆ, ਮੂਲਿਆ, ਜੇ ਮੋਹ ਤੋੜ ਦੇਵੇਂ ਤੈਨੂੰ ਐਤਕੀ ਹੀ ਜੀਵਨ ਮੁਕਤ ਕਰ ਦੇਈਏ। ਮੂਲੇ ਨੇ ਉੱਤਰ ਦਿੱਤਾ, ਸੱਚੇ ਪਾਤਸ਼ਾਹ ਔਖਾ ਹੈ, ਆਗਿਆ ਬਖਸ਼ੋ। ਮਹਾਰਾਜ ਨੇ ਕਿਹਾ, ਭਲਾ ਜਾਹ ਤੇਰੀ ਮਰਜ਼ੀ। ਮੂਲਾ ਆਪਣੇ ਪਰਿਵਾਰ ਵਿੱਚ ਚਲਾ ਗਿਆ। ਕੁਛ ਚਿਰ ਮਗਰੋਂ ਸਤਿਗੁਰੂ ਜੀ ਫਿਰ ਸਿਆਲਕੋਟ ਪਹੁੰਚੇ। ਹਿਰਦੇ ਵਿੱਚ ਖਿਆਲ ਆਇਆ ਕਿ ਚਲੋ ਆਪਣੇ ਸਿੱਖ ਦਾ ਦਰਸ਼ਨ ਮੇਲਾ ਕਰੀਏ। ਬਾਲੇ ਮਰਦਾਨੇ ਨੂੰ ਨਾਲ ਲੈ ਕੇ ਉਸ ਦੇ ਘਰ ਵੱਲ ਟੁਰ ਪਏ। ਅਜੇ ਘਰ ਤੋਂ ਦੂਰ ਹੀ ਸਨ ਕਿ ਮੂਲੇ ਦੀ ਇਸਤਰੀ ਦੀ ਇਹਨਾਂ ਤੇ ਨਿਗਾਹ ਪੈ ਗਈ। ਮਨ ਵਿੱਚ ਖਿਆਲ ਆਇਆ ਕਿ ਉਹੀ ਤਿੰਨੇ ਸਾਧ ਆ ਰਹੇ ਹਨ, ਫੇਰ ਮੇਰੇ ਪਤੀ ਨੂੰ ਭਰਮਾ ਕੇ ਲੈ ਜਾਣਗੇ। ਦੌੜੀ ਦੌੜੀ ਪਤੀ ਪਾਸ ਆਈ ਤੇ ਬੇਨਤੀ ਕੀਤੀ, ਕਿਤੇ ਲੁਕ ਜਾਓ, ਉਹੀ ਤਿੰਨੇ ਸਾਧੂ ਆ ਰਹੇ ਹਨ, ਕਿਧਰੇ ਫੇਰ ਨਾ ਘਰੋਂ ਕੱਢ ਲਿਜਾਣ। ਮੋਹ ਦਾ ਮਾਰਿਆ ਮੂਲਾ ਇਸਤਰੀ ਦੇ ਆਖੇ ਲੱਗ ਕੇ ਗੋਹਿਆਂ ਦੇ ਕੋਠੇ ਵਿੱਚ ਲੁਕ ਗਿਆ। ਇੰਨੇ ਵਿੱਚ ਸਤਿਗੁਰੂ ਜੀ ਬੂਹੇ ਅੱਗੇ ਆ ਪਹੁੰਚੇ। 3 ਵਾਰੀ ਆਵਾਜ਼ ਮਾਰੀ, ਮੂਲਿਆ। ਇਸਤਰੀ ਨੇ 3 ਵਾਰੀ ਉੱਤਰ ਦਿੱਤਾ, ਮੂਲਾ ਹੈ ਨਹੀਂ। ਸਤਿਗੁਰੂ ਮੁੜ ਗਏ। ਕਰਤਾਰ ਦੇ ਭਾਣੇ ਵਿੱਚ ਗੋਹਿਆਂ ਵਿੱਚੋਂ ਨਿਕਲ ਕੇ ਇੱਕ ਫਣੀਅਰ ਨਾਗ ਨੇ ਡੰਗ ਮਾਰਿਆ। ਡੰਗ ਲੱਗਦਿਆਂ ਹੀ ਮੂਲਾ ਬੇਸੁੱਧ ਹੋ ਗਿਆ।
ਜਦ ਮੂਲੇ ਦੀ ਇਸਤਰੀ ਪਤੀ ਨੂੰ ਕੱਢਣ ਲਈ ਗਈ, ਤਦ ਭਾਣਾ ਵਰਤਿਆ ਦੇਖ ਕੇ ਲੱਗੀ ਪਿੱਟਣ। ਸਾਰੇ ਗੁਆਂਢੀ ਇਕੱਠੇ ਹੋ ਗਏ। ਵਿੱਚੋਂ ਕਿਸੇ ਸਿਆਣੇ ਨੇ ਪੁੱਛਿਆ, ਗੱਲ ਤਾਂ ਦੱਸ ਕੀ ਹੈ। ਮੂਲੇ ਦੀ ਇਸਤਰੀ ਸਾਰੀ ਵਿਥਿਆ ਸੁਣਾਈ। ਪ੍ਰੇਮੀ ਨੇ ਕਿਹਾ, ਬੜੀ ਅਵੱਗਿਆ ਹੋਈ, ਚੱਲੋ ਮੂਲੇ ਨੂੰ ਮੰਜੇ ਤੇ ਪਾ ਸੰਤਾਂ ਪਾਸ ਲੈ ਚੱਲੋ, ਉਹਨਾਂ ਦੀ ਸ਼ਰਨ ਬਗੈਰ ਕੋਈ ਸਹਾਰਾ ਨਹੀਂ। ਇੰਨੇ ਨੂੰ ਸਤਿਗੁਰੂ ਜੀ ਥੋੜੀ ਦੂਰ ਇੱਕ ਜਗ੍ਹਾ ਤੇ ਜਾ ਬੈਠੇ ਸਨ। ਜਦ ਮੂਲੇ ਨੂੰ ਮਹਾਰਾਜ ਜੀ ਪਾਸ ਲੈ ਗਏ ਤਾਂ ਸੱਚੇ ਪਾਤਸ਼ਾਹ ਨੇ ਫਰਮਾਇਆ ਕਿ ਹੁਣ ਤਾਂ ਜ਼ਹਿਰ ਚੜ੍ਹ ਗਿਆ ਹੈ, ਕੁਛ ਨਹੀਂ ਹੋ ਸਕਦਾ। ਅਗਲੇ ਜਨਮ ਇਹ ਸਹਿਆ ਖਰਗੋਸ਼ ਬਣੇਗਾ। ਅਸੀਂ 10ਵੇਂ ਜਾਮੇ ਵਿੱਚ ਇਸ ਦਾ ਉਧਾਰ ਕਰਾਂਗੇ। 10ਵੇਂ ਪਾਤਸ਼ਾਹ ਨੇ ਇਹ ਬਚਨ ਪੂਰਾ ਕੀਤਾ। ਸੰਤ ਜਾਤਰੂ ਸਤਿਗੁਰੂ ਜੀ ਦੀ ਇਸ ਖੇਡ ਅਤੇ ਬਲਿਹਾਰੀ ਕੁਦਰਤ ਵਸਿਆ ਦੇ ਰੰਗ ਵਿੱਚ ਮਸਤ ਤੁਰਦਾ ਆਇਆ ਤਾਂ ਹੀ ਪਤਾ ਲੱਗਾ ਕਿ ਉਹ ਸ਼ਿਕਾਰ ਘਾਟ ਦੇ ਟਿੱਲੇ ਤੇ ਪੈਰਾਂ ਵਿੱਚ ਅੱਪੜ ਗਿਆ ਹੈ। ਮੁੱਖੋਂ ਧੰਨ ਗੁਰੂ ਨਾਨਕ, ਧੰਨ ਗੁਰੂ ਗੋਬਿੰਦ ਸਿੰਘ ਜੀ ਦੀ ਆਵਾਜ਼ ਆਈ ਅਤੇ ਸਾਰਾ ਤਨ ਮਨ ਸ਼ਰਧਾ ਦੀ ਰੰਗਣ ਵਿੱਚ ਰੰਗਿਆ ਗਿਆ। ਥੋੜੀ ਦੂਰ ਚੜ੍ਹ ਕੇ ਇੱਕ ਮੰਦਰ ਨਜ਼ਰੀ ਪਿਆ ਤੇ ਨਾਲ ਹੀ ਉੱਪਰ ਜਾਂਦਿਆਂ ਗੁਰਦੁਆਰੇ ਦਾ ਇੱਕ ਸੇਵਕ ਮਿਲਿਆ। ਸੰਤ ਜੀ ਦੀ ਵੈਰਾਗ ਭਰੀ ਅਤੇ ਤਪਸਵੀ ਸੂਰਤ ਨੂੰ ਵੇਖ ਕੇ ਸੇਵਕ ਖਿੱਚਿਆ ਗਿਆ ਅਤੇ ਸੰਤ ਜੀ ਮਹਾਰਾਜ ਦੇ ਨਾਲ ਨਾਲ ਹੀ ਹੋ ਤੁਰਿਆ। ਪਹਿਲਾਂ ਮੰਦਰ ਦਾ ਦਰਸ਼ਨ ਕਰਾਇਆ। ਇਹ ਹਨੂਮਾਨ ਜੀ ਦੀ ਮਾਤਾ ਅੰਜਨੀ ਦੇ ਲੁਕਣ ਦੀ ਥਾਂ ਹੈ, ਜੋ ਆਪਣੇ ਪਿਤਾ ਗੌਤਮ ਦੇ ਸ਼ਰਾਪ ਤੋਂ ਡਰ ਕੇ ਇੱਥੇ ਆ ਲੁਕੀ ਸੀ ਤੇ ਇੱਥੇ ਥਾਂ ਉਸ ਦੇ ਉਦਰ ਤੋਂ ਪਵਨ ਪੁੱਤਰ ਹਨੂਮਾਨ ਜਨਮਿਆ ਸੀ। ਉੱਪਰ ਜਾ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਗੁਰਦੁਆਰੇ ਦਾ ਦਰਸ਼ਨ ਕੀਤਾ ਅਤੇ ਚਰਨ ਧੂੜ ਮਸਤਕ ਤੇ ਲਾਈ। ਫਿਰ ਸੇਵਕ ਨੇ ਟਿੱਬੇ ਦੇ ਉੱਪਰ ਇੱਕ ਕੁਦਰਤੀ ਤਲਾਬ ਵਿਖਾਇਆ, ਜਿਸ ਦਾ ਜਲ ਹਾੜ ਸਿਆਲ ਕਦੇ ਵੀ ਨਹੀਂ ਸੀ ਸੁੱਕਦਾ। ਫਿਰ ਸੇਵਕ ਨੇ ਸੰਤ ਜੀ ਮਹਾਰਾਜ ਨੂੰ ਆਰਾਮ ਕਰਨ ਵਾਸਤੇ ਇੱਕ ਨਿੱਕੀ ਜਿਹੀ ਕੁਟੀਆ ਦੱਸੀ ਅਤੇ ਆਪ ਪ੍ਰਸ਼ਾਦਾ ਲੈਣ ਵਾਸਤੇ ਹੇਠ ਪਿੰਡ ਵਿੱਚ ਚਲਾ ਗਿਆ। ਕੁਝ ਚਿਰ ਮਗਰੋਂ ਜਵਾਰ ਦੇ ਮੋਟੇ ਪ੍ਰਸ਼ਾਦੇ ਅਤੇ ਲੱਸੀ ਲਿਆਇਆ ਅਤੇ ਸੰਤ ਜੀ ਮਹਾਰਾਜ ਪ੍ਰਸ਼ਾਦਾ ਛਕਣ ਲੱਗ ਪਏ ਤੇ ਇਹ ਪ੍ਰੇਮੀ ਸ਼ਿਕਾਰ ਘਾਟ ਦੀ ਸਾਖੀ ਸੁਣਾਉਂਦਾ ਰਿਹਾ ਕਿ ਕਿਸ ਤਰ੍ਹਾਂ ਸਤਿਗੁਰੂ ਜੀ ਮੂਲੇ ਦੇ ਉਧਾਰ ਮਗਰੋਂ ਟੀਕਰੀ ਤੇ ਚੜ੍ਹੇ, ਸਹੇ ਦਾ ਸੰਸਕਾਰ ਕੀਤਾ ਤੇ ਖਾਲਸਾ ਜੀ ਨੂੰ ਆਖਿਆ ਕਿ ਖਾਲਸਾ ਜੀ, ਕਿਆ ਠੰਡੀ ਠੰਡੀ ਆਨੰਦਪੁਰ ਦੀ ਹਵਾ ਆਉਂਦੀ ਹੈ, ਤੁਸੀਂ ਇੱਥੇ ਹੀ ਠਹਿਰੋ, ਤੁਹਾਨੂੰ ਇਸ ਦੇਸ਼ ਦਾ ਰਾਜ ਦਿੱਤਾ। ਪਰ ਸਿੰਘਾਂ ਨੇ ਆਖਿਆ, ਸੱਚੇ ਪਾਤਸ਼ਾਹ, ਪਿੱਛੇ ਪੰਜਾਬ ਦੇ ਘਰ ਬਾਲ ਬੱਚੇ ਯਾਦ ਆਉਂਦੇ ਹਨ। ਸਤਿਗੁਰੂ ਜੀ ਨੇ ਹੁਕਮ ਦਿੱਤਾ, ਘਰ ਇੱਧਰ ਹੀ ਬਣਾ ਲਵੋ, ਪਰ ਸਿੱਖ ਨਾ ਮੰਨੇ। ਇਹ ਦੇਖ ਕੇ ਸਤਿਗੁਰੂ ਜੀ ਨੇ ਫਰਮਾਇਆ, ਹੁਣ ਬਚਨ ਨਹੀਂ ਮੰਨਦੇ, ਫਿਰ ਜੂਠੀਆਂ ਪਤਲਾਂ ਚੱਟੋਗੇ। ਇੱਧਰ ਸੰਤ ਜੀ ਨੇ ਪ੍ਰਸ਼ਾਦਾ ਛਕ ਲਿਆ। ਜਵਾਰ ਕੀ ਸੀ, ਮਿੱਠੇ ਦੁੱਧ ਦੇ ਘੁੱਟ, ਤੇ ਉਧਰ ਸੇਵਕ ਨੇ ਸਾਖੀ ਦਾ ਭੋਗ ਪਾਇਆ। ਹੱਥ ਧੋ ਕੇ ਸੰਤ ਜੀ ਇਕਾਂਤ ਹੋ ਗਏ ਅਤੇ ਸੇਵਕ ਆਪਣੇ ਕੰਮ ਲੱਗ ਗਿਆ। ਸ਼ਿਕਾਰ ਘਾਟ ਦੀ ਹਵਾ, ਜਲ ਦਾ ਕੁੰਡ, ਸੇਵਕ ਦਾ ਗਰੀਬ ਸੁਭਾਅ ਅਤੇ ਮਿੱਠੇ ਜਵਾਰ ਦੇ ਪ੍ਰਸ਼ਾਦੇ ਸੰਤ ਜੀ ਮਹਾਰਾਜ ਨੂੰ ਬੜੇ ਪਸੰਦ ਆਏ ਅਤੇ ਆਪ ਇੱਥੇ ਹੀ ਟਿਕ ਪਏ। 3 ਮਹੀਨੇ ਇੱਥੇ ਹੀ ਬਿਤਾਏ। ਸੰਤ ਜੀ ਦਿਨ ਰਾਤ ਸਿਮਰਨ ਬਾਣੀ ਅਤੇ ਸਤਿਗੁਰੂ ਦੇ ਹੁਕਮ ਦੀ ਕਮਾਈ ਵਿੱਚ ਮਸਤ ਰਹਿੰਦੇ। ਕਦੀ ਕਦੀ ਸੰਤ ਜੀ ਨਾਲ ਦੇ ਜੰਗਲ ਵਿੱਚ ਵੀ ਚਲੇ ਜਾਂਦੇ ਅਤੇ ਉਥੇ ਕੰਦ ਮੂਲ ਜਾਂ ਕਬੀਠ ਛਕ ਕੇ ਹੀ ਆਪਣੇ ਆਨੰਦ ਵਿੱਚ ਮਸਤ ਰਹਿੰਦੇ। ਪੁਜਾਰੀ ਨਾਨੂ ਸਿੰਘ ਸੰਤ ਜੀ ਮਹਾਰਾਜ ਦਾ ਬੜਾ ਖਿਆਲ ਰੱਖਦੇ। ਉਹਨਾਂ ਨੇ ਸੰਤ ਜੀ ਨੂੰ ਇਸੇ ਜਗ੍ਹਾ ਭਾਈ ਹਜੂਰਾ ਸਿੰਘ ਜੀ ਗ੍ਰੰਥੀ ਦੇ ਹੱਥ 2 ਕਸ਼ਹਿਰੇ ਅਤੇ ਪਰਨਾ ਭੇਜਿਆ। ਸੰਤ ਜੀ ਨੇ ਇੱਕ ਕਸ਼ਹਿਰਾ ਅਤੇ ਪਰਨਾ ਰੱਖ ਲਿਆ। ਜਦੋਂ ਭਾਈ ਹਜੂਰਾ ਸਿੰਘ ਜੀ ਨੇ ਪੁਰਾਣਾ ਕਸ਼ਹਿਰਾ ਮੰਗਿਆ ਤਾਂ ਆਪਣੇ ਗੋਦਾਵਰੀ ਗੰਗਾ ਵਿੱਚ ਜਲ ਪ੍ਰਵਾਹ ਕਰ ਦਿੱਤਾ। 1 ਲੱਖ ਪਾਠ ਜਪਜੀ ਸਾਹਿਬ ਦੇ ਨਗੀਨਾ ਘਾਟ ਉੱਤੇ ਅਤੇ 25,000 ਸ਼ਿਕਾਰ ਘਾਟ ਉੱਤੇ ਪੂਰੇ ਕੀਤੇ। ਸਮਾਂ ਬੜਾ ਸੋਹਣਾ ਬੀਤਿਆ। ਸੇਵਕ ਇਹਨਾਂ ਦੀ ਬੜੇ ਪ੍ਰੇਮ ਨਾਲ ਸੇਵਾ ਕਰਦੇ, ਪਰ ਸੱਚਖੰਡ ਦਰਬਾਰ ਦੀ ਚਰਨ ਧੂੜ ਨੇ ਫੇਰ ਖਿੱਚ ਕੀਤੀ। ਸੰਤ ਜੀ ਨਗੀਨਾ ਘਾਟ ਵੱਲ ਮੁੜ ਪਏ। ਮਾਤਾ ਜੀ ਦੇ ਅਸਥਾਨ ਅਤੇ ਘਾਟ ਤੋਂ ਹੁੰਦੇ ਹੋਏ ਨਗੀਨਾ ਘਾਟ ਅੱਪੜੇ ਅਤੇ
ਪੁਜਾਰੀ ਬੁੰਗੇ ਵਿੱਚ ਆ ਡੇਰਾ ਕੀਤਾ। ਅੱਗੇ ਵਾਂਗੂ ਹੀ ਸਿਮਰਨ ਅਤੇ ਤਪ ਵਿੱਚ ਮਸਤ ਰਹਿੰਦੇ ਅਤੇ ਦੌਧਰ ਵਾਲੇ ਰਾਗੀ ਥੰਮਣ ਸਿੰਘ ਜੀ ਅਤੇ ਭਾਈ ਹਜੂਰਾ ਸਿੰਘ ਜੀ ਗ੍ਰੰਥੀ ਸੇਵਾ ਕਰਦੇ। ਹੁਣ ਹਜੂਰ ਸਾਹਿਬ ਆਇਆਂ 2 ਸਾਲ ਪੂਰੇ ਹੋਣ ਵਾਲੇ ਸਨ ਕਿ ਇੱਕ ਦਿਨ ਗੋਦਾਵਰੀ ਗੰਗਾ ਦੇ ਕੰਢੇ ਸਿਮਰਨ ਕਰਦਿਆਂ ਮਨ ਵਿੱਚ ਲਹਿਰ ਉੱਠੀ ਕਿ ਸਰੀਰ ਨੂੰ ਕੀ ਰੱਖਣਾ ਹੈ, ਇਸ ਨੂੰ ਇੱਥੇ ਹੀ ਸਤਿਗੁਰੂ ਦੇ ਚਰਨਾਂ ਵਿੱਚ ਲੈ ਕਰ ਦਈਏ। ਬਿਜਲੀ ਵੱਤ ਤਰੰਗ ਉੱਠਦਿਆਂ ਹੀ ਗੋਦਾਵਰੀ ਗੰਗਾ ਵਿੱਚ ਛਾਲ ਕੱਢ ਮਾਰੀ, ਪਰ ਅਸ਼ੋਪ ਹੀ ਕਿਸੇ ਨੇ ਕੰਢੇ ਤੇ ਸੁੱਟ ਦਿੱਤਾ ਤੇ ਆਖਿਆ, ਸਿੱਖਾ ਸਾਵਧਾਨ ਹੋ, ਤੂੰ ਤਾਂ ਪੰਜਾਬ ਦੇਸ਼ ਵਿੱਚ ਅੰਮ੍ਰਿਤ ਦਾ ਪ੍ਰਵਾਹ ਅਤੇ ਸਾਰੀ ਦੁਨੀਆ ਵਿੱਚ ਸਤਿਨਾਮ ਦਾ ਚੱਕਰ ਚਲਾਉਣਾ ਹੈ। ਇਸ ਕੌਤਕ ਦੇ ਕੁਝ ਦਿਨ ਮਗਰੋਂ ਸੰਤ ਜੀ ਕੁਝ ਦਾਤਨਾ ਲੈ ਕੇ ਦਰਬਾਰ ਸਾਹਿਬ ਆ ਹਾਜ਼ਰ ਹੋਏ ਅਤੇ ਅਰਦਾਸਾ ਸੋਧ ਕੇ ਪੰਜਾਬ ਵੱਲ ਤਿਆਰੀ ਕਰ ਲਈ। ਸੱਚਖੰਡ ਦਰਬਾਰ ਦੇ ਪੁਜਾਰੀ ਭਾਈ ਨਾਨੂ ਸਿੰਘ ਜੀ ਬਸਤਰ ਦੇ ਰਹੇ, ਪਰ ਸੰਤ ਜੀ ਮਹਾਰਾਜ ਨੇ ਨਾ ਲਏ। ਕਾਂਡ 6ਵਾਂ। ਹਰ ਪ੍ਰੇਮ ਬਾਣੀ ਮਨ ਮਾਰਿਆ, ਅਣਿਆਲੇ ਅਣਿਆ ਰਾਮ ਰਾਜੇ। ਜਿਸ ਲਾਗੇ ਪੀਰ ਪਿਰਮ ਕੀ, ਸੋ ਜਾਣੈ ਜਰੀਆ। ਜੀਵਨ ਮੁਕਤ ਸੋ ਆਖੀਐ, ਮਰ ਜੀਵੈ ਮਰੀਆ। ਜਨ ਨਾਨਕ ਸਤਿਗੁਰ ਮੇਲ ਹਰ, ਜਗਦ ਉਤਰ ਤਰੀਆ। ਹਰਿਦੁਆਰ ਰਿਸ਼ੀਕੇਸ਼ ਤਪ ਕਰਨਾ। ਹਜੂਰ ਸਾਹਿਬ ਆਇਆਂ 2 ਸਾਲ ਹੋ ਚੁੱਕੇ ਸਨ ਅਤੇ ਗੋਦਾਵਰੀ ਗੰਗਾ ਵਿੱਚ ਛਾਲ ਮਾਰਨ ਅਤੇ ਕੰਢੇ ਪਰ ਅਸ਼ੋਕ ਸੁੱਟੇ ਜਾਣ ਦੇ ਸਮੇਂ ਅਕਾਲੀ ਹੁਕਮ ਵੀ ਸੁਣਿਆ ਸੀ ਕਿ ਸਿੱਖਾ, ਤੂੰ ਤਾਂ ਪੰਜਾਬ ਵਿੱਚ ਅੰਮ੍ਰਿਤ ਦਾ ਪ੍ਰਵਾਹ ਚਲਾਉਣਾ ਹੈ। ਚਿੱਤ ਕੁਝ ਉਪਰਾਮ ਹੋ ਗਿਆ। ਚੁਪੀਤੇ ਹੀ ਤਿਆਰੀ ਕਰ ਲਈ। ਇੱਕ ਪ੍ਰੇਮੀ ਭਗਤ ਸਿੰਘ ਨਾਮੀ ਨਾਲ ਤਿਆਰ ਹੋ ਗਿਆ। ਦੂਸਰੇ ਦਿਨ ਅੰਮ੍ਰਿਤ ਵੇਲੇ ਮੂੰਹ ਹਨੇਰੇ ਹੀ ਅਰਦਾਸਾ ਸੋਧ ਕੇ ਤੁਰ ਪਏ। ਚਿੱਤ ਵਿੱਚ ਤਾਂ ਕਲਗੀਧਰ ਦੇ ਸੱਚਖੰਡ ਦੇ ਦਰਬਾਰ ਦੇ ਦਰਸ਼ਨ ਦੀ ਖੋਹ ਪੈਂਦੀ ਸੀ, ਪਰ ਮਨ ਵਿੱਚ ਸਤਿਗੁਰੂ ਦਾ ਹੁਕਮ ਸੀ। ਦਰਸ਼ਨ ਤੋਂ ਹੁਕਮ ਵੱਡਾ ਸਮਝ ਕੇ ਤੁਰ ਆਏ। ਹੁਕਮ ਮੰਨਿਐ ਹੋਵੈ ਪਰਵਾਨ, ਤਾਂ ਖਸਮੈ ਕਾ ਮਹਿਲ ਪਾਏ ਸੀ। ਕਈ ਮੰਜ਼ਲਾਂ ਤੈਅ ਕਰਨ ਦੇ ਮਗਰੋਂ ਮੱਧ ਹਿੰਦੁਸਤਾਨ ਵਿੱਚ ਪਹੁੰਚੇ। ਇਸ ਦੇਸ਼ ਵਿੱਚ ਬੜੇ ਬੜੇ ਘਣੇ ਜੰਗਲ ਹਨ। ਸੜਕ ਕਈ ਵਾਰੀ ਸੈਂਕੜੇ ਮੀਲ ਇਹਨਾਂ ਜੰਗਲਾਂ ਦੇ ਵਿੱਚੋਂ ਦੀ ਲੰਘਦੀ ਹੈ। ਇੱਕ ਦਿਨ ਸੰਤ ਜੀ ਮਹਾਰਾਜ ਅਤੇ ਭਾਈ ਭਗਤ ਸਿੰਘ ਜੀ ਇਸ ਦੇਸ਼ ਵਿੱਚ ਤੁਰੇ ਜਾ ਰਹੇ ਸਨ। ਸੜਕ ਦੇ ਦੋਵਾਂ ਪਾਸੇ ਬੜਾ ਘਣਾ ਜੰਗਲ ਸੀ। ਕੁਝ ਦੂਰ ਇੱਕ ਬੜਾ ਭਾਰੀ ਜੰਗਲੀ ਸ਼ੇਰ ਨਜ਼ਰ ਆਇਆ। ਭਾਈ ਭਗਤ ਸਿੰਘ ਜੀ ਦੇ ਮਨ ਵਿੱਚ ਭਉ ਖਾਧਾ ਤੇ ਥੋੜਾ ਜਿਹਾ ਝਿਜਕਿਆ, ਪਰ ਸੰਤ ਜੀ ਮਹਾਰਾਜ ਅਡੋਲ ਹੀ ਚੱਲਦੇ ਗਏ। ਭੈ ਕਾਹੂ ਕਉ ਦੇਤ ਨਹਿ, ਨਹਿ ਪੈ ਮਾਨਤ ਆਨ। ਕਹੋ ਨਾਨਕ ਸੁਣ ਰੇ ਮਨਾ, ਗਿਆਨੀ ਤਾਹੇ ਬਖਾਨ। ਸ਼ੇਰ ਜਦੋਂ ਨੇੜੇ ਆਇਆ ਤਦ ਉਸਨੇ ਸੰਤ ਜੀ ਦੇ ਚਿਹਰੇ ਵੱਲ ਤੱਕਿਆ, ਮਾਨੋ ਕਿ ਦਰਸ਼ਨ ਕਰਦਾ ਹੈ। ਸੰਤ ਜੀ ਮਹਾਰਾਜ ਨੇ ਉਸ ਵੱਲ ਅੰਮ੍ਰਿਤ ਭਰੇ ਨੇਤਰ ਮੋੜੇ। ਬ੍ਰਹਮ ਗਿਆਨੀ ਕੀ ਦ੍ਰਿਸ਼ਟ ਅੰਮ੍ਰਿਤ ਬਰਸੀ। ਨਿਗਾਹ ਪੈਂਦਿਆਂ ਹੀ ਸ਼ੇਰ ਦੇ ਹਿਰਦੇ ਵਿੱਚ ਠੰਡ ਪੈ ਗਈ ਅਤੇ ਉਹ ਪੂਛ ਹਿਲਾਉਂਦਾ ਹਿਲਾਉਂਦਾ ਇੱਕ ਬਿੱਲੀ ਦੀ ਨਿਆਈ ਜੰਗਲ ਵਿੱਚ ਵੜ ਗਿਆ। ਸੰਤ ਜੀ ਮਹਾਰਾਜ ਨੇ ਭਾਈ ਭਗਤ ਸਿੰਘ ਵੱਲ ਤੱਕਿਆ ਤੇ ਹੱਸ ਕੇ ਆਖਿਆ, ਭਾਈ ਭਗਤ ਸਿੰਘ ਜੀ ਅੰਤਰਜਾਮੀ ਦਰਸ਼ਨ ਦੇਣ ਆਇਆ ਸੀ। ਮੱਧ ਹਿੰਦੁਸਤਾਨ ਨੂੰ ਚੀਰਦੇ ਹੋਏ ਖਾਂਡਵਾਂ ਦੇ ਰਸਤੇ ਆਪ ਅਜਮੇਰ ਪਹੁੰਚੇ ਅਤੇ ਪੁਸ਼ਕਰ ਰਾਜ ਦੇ ਤੀਰਥਾਂ ਦੇ ਦਰਸ਼ਨ ਕੀਤੇ। ਇੱਥੇ ਕਿਸੇ ਪਾਸੋਂ ਗੰਗਾ ਜੀ ਦੇ ਕੁੰਭ ਦਾ ਪਤਾ ਲੱਗਾ ਤਾਂ ਸੰਤ ਜੀ ਸਿੱਧੇ ਹਰਿਦੁਆਰ ਪਹੁੰਚੇ। ਕੁਦਰਤੀ ਇੱਥੇ ਭਾਈ ਕਿਸ਼ਨ ਸਿੰਘ ਜੀ ਘਾਗਦਾ ਵਾਲੇ, ਜੋ ਕਿ ਪਿੰਡ ਚੀਮੇ ਵਿੱਚ ਸੰਤ ਭਾਈ ਬੂਟਾ ਸਿੰਘ ਜੀ ਦੇ ਡੇਰੇ ਰਹਿੰਦੇ ਸਨ ਅਤੇ ਕੁੰਭ ਦੇ ਇਕੱਠ ਤੇ ਆਏ ਹੋਏ ਸਨ। ਸੰਤ ਜੀ ਮਹਾਰਾਜ ਨੂੰ ਮਿਲ ਪਏ। ਉਹਨਾਂ ਆਖਿਆ ਕਿ ਮਾਤਾ ਭੋਲੀ ਜੀ ਬਹੁਤ ਉਦਾਸ ਰਹਿੰਦੇ ਹਨ
ਅਤੇ ਹਰ ਵਕਤ ਆਪ ਨੂੰ ਯਾਦ ਕਰਦੇ ਰਹਿੰਦੇ ਹਨ। ਕਿਰਪਾ ਕਰਕੇ ਕਦੀ ਉਹਨਾਂ ਨੂੰ ਚੀਮੇ ਦਰਸ਼ਨ ਦੇਵੋ। ਸੰਤ ਜੀ ਮਹਾਰਾਜ ਨੇ ਫਰਮਾਇਆ, ਮਾਤਾ ਜੀ ਦੇ ਦਰਸ਼ਨ ਤਾਂ ਜ਼ਰੂਰ ਕਰਾਂਗੇ, ਪਰ ਮਾਤਾ ਜੀ ਨੂੰ ਆਖ ਦੇਣਾ ਕਿ ਹੁਣ ਅਸੀਂ ਘਰ ਨਹੀਂ ਠਹਿਰ ਸਕਦੇ, ਅਸਾਂ ਪਿਆਰੇ ਦੀ ਕਾਰ ਵਿੱਚ ਹਾਜ਼ਰੀ ਭਰਨੀ ਹੈ। ਹਉ ਮੂਰਖ ਕਾਰੈ ਲਾਈਆ, ਨਾਨਕ ਹਰ ਕੰਮੇ। ਕੁੰਭ ਦੇ ਦਰਸ਼ਨ ਮੇਲੇ ਦੇ ਮਗਰੋਂ ਕੁਝ ਚਿਰ ਤਾਂ ਸੰਤ ਜੀ ਹਰਿਦੁਆਰ ਰਹੇ, ਫਿਰ ਰਿਸ਼ੀਕੇਸ਼ ਚਲੇ ਗਏ। ਇਸ ਸਮੇਂ ਇਹਨਾਂ ਪਾਸ ਤੇੜ ਕੇਵਲ ਇੱਕ ਕਸ਼ਹਿਰਾ ਅਤੇ ਸਿਰ ਤੇ ਛੋਟਾ ਭੂਰੀ ਦਾ ਦਸਤਾਰਾ ਸੀ। ਸਫ਼ਰ ਵੇਲੇ ਇੱਕ ਛੋਟੀ ਕਾਲੀ ਚਿੱਟੀ ਭੂਰੀ ਪਾਸ ਰੱਖਦੇ, ਪਰ ਜਦ ਕਿਧਰੇ ਕੁਝ ਸਮੇਂ ਵਾਸਤੇ ਟਿਕ ਪੈਂਦੇ ਤਾਂ ਇਹ ਵੀ ਆਸਣ ਤੇ ਪਏ ਰਹਿੰਦੇ। ਹਰਿਦੁਆਰ ਅਤੇ ਰਿਸ਼ੀਕੇਸ਼ ਸੰਤ ਜੀ ਮਹਾਰਾਜ 2 ਵਜੇ ਇੱਕ ਚੁੱਭੀ ਗੰਗਾ ਵਿੱਚ ਲਾ ਕੇ ਛੇਤੀ ਆਸਣ ਤੇ ਆ ਜਾਂਦੇ ਕਿ ਕਿਧਰੇ ਅਭਿਆਸ ਦਾ ਇੱਕ ਪਲ ਵੀ ਅਜਾਈ ਨਾ ਚਲਿਆ ਜਾਵੇ। ਫਿਰ ਦੁਪਹਿਰ ਤੱਕ ਇੱਕ ਰਾਸ ਨਾਮ ਬਾਣੀ ਵਿੱਚ ਮਗਨ ਰਹਿੰਦੇ। ਜਦ ਛੇਤਰ ਵਰਤਨ ਦਾ ਸਮਾਂ ਹੁੰਦਾ ਤਾਂ ਚੁੱਪ ਕਰਕੇ ਭੰਡਾਰੀ ਅੱਗੇ ਹੱਥ ਕਰ ਦਿੰਦੇ। ਉਦੋਂ ਮੂੰਹੋਂ ਨਾ ਬੋਲਦੇ। ਜੇ ਕੋਈ ਪ੍ਰਸ਼ਾਦਾ ਹੱਥ ਤੇ ਰੱਖ ਦਿੰਦਾ ਤਾਂ ਛਕ ਲੈਂਦੇ, ਨਹੀਂ ਤਾਂ ਗੰਗਾ ਜਲ ਛਕ ਕੇ ਫੇਰ ਅਭਿਆਸ ਵਿੱਚ ਜੁਟ ਪੈਂਦੇ। ਰਾਤ ਦੇ ਸਮੇਂ ਵੀ ਅਭਿਆਸ ਵਿੱਚ ਲੱਗੇ ਰਹਿੰਦੇ ਅਤੇ ਜਦ ਨੀਂਦ ਜ਼ੋਰ ਪਾਉਂਦੀ ਤਾਂ ਬੈਠੇ ਬੈਠੇ ਹੀ ਬਿਰਾਜ ਲੈਂਦੇ ਜਾਂ ਆਪਣੇ ਆਸਣ ਤੇ ਹੀ ਟੇਢੇ ਹੋ ਜਾਂਦੇ। ਕਈ ਵਾਰੀ ਸਾਰੇ ਖੇਤਰਾਂ ਤੋਂ ਹੀ ਪ੍ਰਸ਼ਾਦਾ ਲੈ ਆਉਂਦੇ ਅਤੇ 10-10, 15-15 ਪ੍ਰਸ਼ਾਦੇ ਛਕ ਜਾਂਦੇ। ਅਤੇ ਕਈ ਵਾਰੀ ਵੈਰਾਗ ਦਸ਼ਾ ਵਿੱਚ ਰੋਈ ਜਾਂਦੇ ਅਤੇ ਪ੍ਰਸ਼ਾਦੇ ਕੁੱਤਿਆਂ ਨੂੰ ਪਾਈ ਜਾਂਦੇ। ਸੁਆਮੀ ਕੋ ਗ੍ਰਹਿ ਜੋ ਸਦਾ, ਸੁਆਨ ਤਜਤ ਨਹੀਂ ਨਿਤ, ਨਾਨਕ ਇਹ ਬਿਦ ਹਰ ਭਜੋ, ਇਕ ਮਨ ਹੋਏ ਇਕ ਚਿਤ। ਇੱਕ ਵਾਰੀ ਰਿਸ਼ੀਕੇਸ਼ ਵਿਖੇ ਰਾਤ ਸਮੇਂ ਅਭਿਆਸ ਵਿੱਚ ਲੱਗੇ ਹੋਏ ਸਨ। ਚਿੱਤ ਸਰੀਰ ਤੋਂ ਬੜਾ ਉਪਰਾਮ ਹੋ ਗਿਆ। ਵੈਰਾਗ ਨੇ ਉਛਾਲਾ ਮਾਰਿਆ ਕਿ ਚਲੋ ਇਸ ਖਲੜੇ ਨੂੰ ਸਾਂਭ ਕੇ ਕੀ ਰੱਖਣਾ ਹੈ। ਰਖ ਹੈ ਪੋਚਾਰ ਮਾਟੀ ਕਾ ਭਾਂਡਾ, ਅਤ ਕੁਚੀਲ ਮਿਲੈ ਜਮ ਡਾਂਡਾ। ਇਸ ਨੂੰ ਕਿਸੇ ਅਰਥ ਨਾ ਲਾ ਦਈਏ। ਇਹ ਖਿਆਲ ਆਉਂਦਿਆਂ ਹੀ ਸੰਤ ਜੀ ਮਹਾਰਾਜ ਉਸ ਚਸ਼ਮੇ ਤੇ ਚਲੇ ਗਏ ਜਿੱਥੇ ਰਾਤ ਨੂੰ ਦੂਣ ਦੇ ਜੰਗਲ ਦੇ ਸ਼ੇਰ ਪਾਣੀ ਪੀਣ ਆਉਂਦੇ ਸਨ। ਚਸ਼ਮੇ ਦੇ ਇੱਕ ਕਿਨਾਰੇ ਤੇ ਸੰਤ ਜੀ ਮਹਾਰਾਜ ਚੌਂਕੜੀ ਸਜਾ ਵੈਰਾਗ ਰੰਗਣ ਵਿੱਚ ਰਤੇ ਹੋਏ ਨਾਮ ਰਸ ਵਿੱਚ ਮਗਨ ਹੋ ਗਏ। ਕਈ ਸ਼ੇਰ ਪਾਣੀ ਪੀਣ ਆਏ, ਉਹਨਾਂ ਨੇ ਸੰਤ ਜੀ ਨੂੰ ਸੁੰਘਿਆ ਪਰ ਖਾਧਾ ਕਿਸੇ ਨਾ। ਅੰਮ੍ਰਿਤ ਵੇਲੇ ਕਰਤਾਰ ਦੀ ਰਜਾ ਮੰਨ ਕੇ ਸੰਤ ਜੀ ਮਹਾਰਾਜ ਚਸ਼ਮੇ ਤੋਂ ਚਲੇ ਆਏ ਅਤੇ ਮਨ ਵਿੱਚ ਵਿਚਾਰ ਕੀਤੀ, ਹੁਕਮੀ ਦਾ ਹੁਕਮ ਇਸ ਸਰੀਰ ਕੋਲੋਂ ਆਪਣੀ ਕਾਰ ਲੈਣ ਦਾ ਹੈ। ਤੇਰਾ ਕੰਮ ਹੁਕਮ ਮੰਨ ਕੇ ਸਤਿਗੁਰੂ ਦੀ ਰਜਾ ਵਿੱਚ ਹਾਜ਼ਰ ਰਹਿਣਾ ਹੈ। ਵਕਤ ਆਉਣ ਤੇ ਸਤਿਗੁਰੂ ਆਪ ਹੀ ਇਸ ਸਰੀਰ ਨੂੰ ਆਪਣੀ ਸੇਵਾ ਚੱਕਰ ਵਿੱਚ ਲੈ ਲੈਣਗੇ। ਇੱਕ ਦਿਨ ਰਿਸ਼ੀਕੇਸ਼ ਸਿਲਾ ਤੇ ਬੈਠੇ ਸੰਤ ਜੀ ਮਹਾਰਾਜ ਨਾਮ ਸਿਮਰਨ ਵਿੱਚ ਮਗਨ ਸਨ ਕਿ ਇੱਕ ਬੜਾ ਭਾਰੀ ਨਾਗ ਸਿਲ ਦੇ ਹੇਠੋਂ ਨਿਕਲ ਆਪਣੇ ਫਣ ਖਿਲਾਰ ਸਾਹਮਣੇ ਖੜਾ ਹੋ ਗਿਆ ਅਤੇ ਬੜੇ ਜ਼ੋਰ ਨਾਲ ਫੁੰਕਾਰੇ ਮਾਰਨ ਲੱਗ ਪਿਆ। ਸੰਤ ਜੀ ਮਹਾਰਾਜ ਨੇ ਨੇਤਰ ਖੋਲੇ, ਉਸ ਵੱਲ ਤੱਕਿਆ ਅਤੇ ਇਹ ਕਹਿ ਕੇ, ਹੱਛਾ ਪ੍ਰੇਮੀਆਂ, ਤੇਰੀ ਮੇਰ ਛੱਡ ਦਿੰਦੇ ਹਾਂ। ਸਿਲਾ ਛੱਡ ਦਿੱਤੀ ਅਤੇ ਕੁਝ ਫਾਸਲੇ ਤੇ ਇੱਕ ਹੋਰ ਸਿਲਾ ਤੇ ਬੈਠ ਸਿਮਰਨ ਵਿੱਚ ਲੱਗ ਪਏ। ਇਸ ਤਰ੍ਹਾਂ ਰਿਸ਼ੀਕੇਸ਼ ਵਿੱਚ